ਬਸ ਅੱਲਾ ਦੀ ਸਪੁਰਦ ਤੁਹਾਡਾ ਮੌਕਫ ਆ ਗਿਆ ਉਹਨਾਂ ਦਾ ਆ ਗਿਆ ਅੱਲਾ ਲਾ ਖੈਰ ਸਲਾ ਮੈਂ ਤੇ ਇਹ ਕਵਾਂਗਾ ਬਾਕੀ ਫਿਰ ਵੀ ਤੁਸੀਂ ਆਜ਼ਾਦ ਹੋ ਤਾਂ ਮੈਂ ਚਲਾ ਨਹੀਂ ਜਾਣਾ ਨਹੀਂ ਨਹੀਂ ਤੁਸੀਂ ਜੋ ਫਰਮਾਇਆ ਬਿਲਕੁਲ ਮੈਂ ਤਾਂ ਪਹਿਲੇ ਵੀ ਕਹਿਣਾ ਇਸ ਗੱਲ ਜ਼ਿਆਦਾ ਨਾ ਸਾਡੇ ਕੋਲ ਇੰਨੀ એનર્ਜੀ ਹੈ ਤੁਹਾਡੇ ਕੋਲ ਟਾਈਮ ਹੀ ਨਹੀਂ ਸਾਡੇ ਕੋਲ એનર્ਜੀ ਨਹੀਂ ਇੰਨੀ ਮੈਂ ਬੁੱਢਾ ਬੰਦਾ ਨਹੀਂ ਅੱਲਾ ਤੁਹਾਨੂੰ ਸਲਾਮਤ ਰੱਖੇ ਵੜੈਚ ਸਾਹਿਬ ਦਾ ਵੀ ਜਜ਼ਬਾ ਦੇਖੋ ਅਮਰਦੀਪ ਸਾਹਿਬ ਤੁਸੀਂ ਇੱਕ ਮੇਰੇ ਖਿਆਲ ਨਾਲ 2 ਦਿਹਾਈ 2.5 ਦਿਹਾਈ ਤੋਂ ਕਰੀਬ ਤੁਹਾਨੂੰ ਆਲਮੋਸਟ ਜਿਹੜਾ ਨਾ ਅਰਸਾ ਹੋ ਗਿਆ ਹੋਇਆ ਆਲਮੋਸਟ ਮੋਰ ਦੈਨ 2 ਡੈਕੇਡਸ ਠੀਕ ਹੈ ਨਾ ਵੜੈਚ ਸਾਹਿਬ ਜਿਹੜੇ ਨੇ ਉਹਨਾਂ ਦਾ ਵੀ ਆਪਣਾ ਜ਼ਿੰਦਗੀ ਦਾ ਇੱਕ ਤਜਰਬਾ ਹੋਏਗਾ ਠੀਕ ਹੈ ਯਕੀਨੀ ਜੋ ਦੱਸਦੇ ਵੀ ਨੇ ਔਰ ਯਕੀਨਨ ਹੋਏਗਾ ਵੀ ਇਨਸ਼ਾਅੱਲਾ ਠੀਕ ਹੈ ਜੋ ਉਹਨਾਂ ਦਾ ਮੌਕਫ ਉਹਦੇ ਵਿੱਚ ਚੀਜ਼ ਇਹ ਹੁੰਦੀ ਹੈ ਕਿ ਕਿਉਂ ਨਾ ਆਪਣੀ એનર્ਜੀ ਨੂੰ ਆਪਣੀਆਂ ਚੀਜ਼ਾਂ ਨੂੰ ਜਿਹੜੀ ਅੱਲਾਹ ਤਾਲਾ ਨੇ ਤੁਹਾਨੂੰ ਦਿੱਤੀਆਂ ਨੇ ਤੌਫੀਕਾਤ ਦਿੱਤੀਆਂ ਨੇ ਉਹਨਾਂ ਇਸਤੇਮਾਲ ਮੈਨੂੰ ਪਤਾ ਹੈ ਇਹ ਮੇਰੀ ਗੱਲ ਦਾ ਕਿੰਨਾ ਕੁ ਅਸਰ ਹੋਏਗਾ ਵੀ ਮੈਨੂੰ ਪਤਾ ਹੈ ਠੀਕ ਹੈ ਜਾਂ ਕੀ ਹੋਏਗਾ ਜਾਂ ਕੀ ਨਹੀਂ ਹੋਏਗਾ ਅਮਰਦੀਪ ਸਾਹਿਬ ਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਮਗਰ ਸਿਰਫ ਕਿਉਂਕਿ ਮੌਜੂਦ ਹਾਂ ਤੇ ਮੈਂ ਕਹਾਂਗਾ ਕਿ ਵੜੈਚ ਸਾਹਿਬ ਦਾ ਮੌਕਫ ਵੀ ਆ ਗਿਆ ਤੁਹਾਡਾ ਵੀ ਆ ਗਿਆ ਹੁਣ ਇਹਦੇ ਚੋਂ ਜਿੰਨਾ ਮਰਜ਼ੀ ਇਹਨੂੰ ਛਿਲਾਂਗੇ ਨਾ ਕੋਈ ਫਾਇਦਾ ਮੈਨੂੰ ਨਜ਼ਰ ਨਹੀਂ ਆ ਰਿਹਾ ਨਹੀਂ ਖਤਮ ਕਰ ਹਾਂ ਬਸ ਠੀਕ ਹੈ ਬਾਕੀ ਮੇਰੇ ਖਿਆਲ ਨਾਲ ਬਿਲਾਲ ਨਹੀਂ ਭਾਈ ਨੂੰ ਤੁਸੀਂ ਮੌਕਾ ਦੇਣਾ ਸੀ ਕੋਈ ਗੱਲ ਕਰਨਾ ਚਾਹੁੰਦੇ ਨੇ ਜੇ ਇਸ ਤੋਂ ਗੱਲ ਵਧੇਗੀ ਤੇ ਮੈਂ ਅਮਰਦੀਪ ਸਾਹਿਬ ਬਕਾਇਦਾ ਤੁਹਾਡੇ ਕੋਲ ਬਸਤਾ ਇਜਾਜ਼ਤ ਲੈ ਲਾਂਗਾ ਤੁਸੀਂ ਪਲੀਜ਼ ਜਾਰੀ ਰੱਖੋ ਸਰ ਕੋਈ ਵਧਾਣਾ ਨਹੀਂ ਬਿਲਾਲ ਭਾਈ ਗੱਲ ਨੂੰ ਵਧਾਣਾ ਨਹੀਂ ਅੱਬਲ ਤੇ ਬਿਹਤਰ ਨਾ ਕਰੋ ਗੱਲ ਮੁੱਕ ਗਈ ਹੈ नहीं ठीक है तुसी जो कह देता है मेरे को कोई तो ज्यादा मैं नहीं कह सकता बेहतर हाँ भाई अभी गल ठीक ਬਹੁਤ ਸਾਰੇ ਬੰਦੇ ਨੇ ਪਿੱਛੇ ਫੋਨ ਪੇ ਕਰਦੇ ਨੇ ਮੈਸੇਜ ਪੇ ਕਰਦੇ ਨੇ ਦੂਜਾ ਫੋਨ ਪੇ ਵੱਜਦਾ ਨਾ ਇੰਜ ਹੋ ਗਿਆ ਉਹ ਹੋ ਗਿਆ ਲੇਕਿਨ ਮੈਂ ਕਹਿੰਦਾ ਚਾਹੀਏ ਵੀ ਆਪਣੀ ਮੁਸਲਮਾਨ ਸਾਰੇ ਸਿਰਫ ਇਸ ਅਸੂਲ ਨੂੰ ਮੱਦੇ ਨਜ਼ਰ ਰੱਖ ਲਓ ਇਖਤਲਾਫ ਹੈ ਘਰੇ ਬਹਿ ਕੇ ਕਰੋ ਇਖਤਲਾਫ ਕੋਈ ਗੱਲ ਨਹੀਂ ਸਾਰੀ ਦਿਹਾੜੀ ਪੇ ਲੜੋ ਇੱਕ ਦੂਜੇ ਨੂੰ ਲੇਕਿਨ ਕਿਸੇ ਗੈਰ ਮੁਸਲਮਾਨਾਂ ਨਾਲ ਰਲੋ ਮੁਸਲਮਾਨਾਂ ਦੇ ਤੇ ਕੁਫਰ ਦੇ ਦਰਮਿਆਨ ਅੱਲਾਹ ਤਾਲਾ ਨੇ ਬਾਰਡਰ ਖਿੱਚ ਦਿੱਤਾ ਲਾਈਨ ਖਿੱਚ ਦਿੱਤੀ ਹੈ ਤੁਸੀਂ ਉਸ ਲਾਈਨ ਨੂੰ ਤੋੜੋ ਨਾ ਅੱਲਾਹ ਦਾ ਵਾਸਤਾ ਬਸ ਮੈਨੂੰ ਇੰਨਾ ਪਤਾ ਹੈ ਅਮਰਦੀਪ ਸਾਹਿਬ ਮੈਨੂੰ ਇੰਨਾ ਪਤਾ ਹੈ ਜਦੋਂ ਮੁਸਲਮਾਨ ਗਰੋਹ ਆਪਸ ਦੇ ਵਿੱਚ ਗੁੱਥਾ ਹੋਣ ਲੱਗਣ ਨਜ਼ਰਿਆਤੀ ਜਾਂ ਇੰਤਜ਼ਾਮੀ ਇਖਤਲਾਫਾਤ ਹੋਣ ਲੱਗਣ ਸਮਝੋ ਰਿਵਿਊ ਕਰਨ ਦੀ ਜ਼ਰੂਰਤ ਹੈ ਉਹਦੇ ਵਿੱਚ ਇਹ ਹੈ ਕਿ ਅੱਲਾਹ ਤਾਲਾ ਨਏ ਪੋਟੈਂਸ਼ੀਅਲ ਦੀ ਛਾਂਟੀ ਕਰਕੇ ਸਾਹਮਣੇ ਲੈ ਕੇ ਆਂਦਾ ਹੈ ਇਹ ਗੱਲ ਮੈਂ ਆਪਣੇ ਤਜਰਬੇ ਨਾਲ ਕਰਨਾ ਪਿਆ ਔਰ ਕੁਰਾਨ ਨੇ ਵੀ ਇਸ ਚੀਜ਼ ਨੂੰ ਬਿਆਨ ਕੀਤਾ ਹੈ ਕਿ ਜਦੋਂ ਕਦੀ ਮੁਸਲਮਾਨ ਆਪਸ ਦੇ ਵਿੱਚ ਗਰੋਹ ਦੇ ਵਿੱਚ ਜਾਂ ਈਵਨ ਮੁਸਲਮਾਨਾਂ ਦੀ ਕੁਫਾਰ ਦੇ ਨਾਲ ਕੋਈ ਆਪਸ ਦੇ ਵਿੱਚ ਝੜਪਾਂ ਹੁੰਦੀਆਂ ਨੇ ਸੋ ਮਾਮਲਾਤ ਨੇ ਉਹਦੇ ਨਾਲ ਨया ਪੋਟੈਂਸ਼ੀਅਲ ਨਈ ਮੋਟੀਵੇਸ਼ਨ ਨया ਚਾਰਜ ਨਈ ਦਿਸ਼ਾਵਾਂ ਖੋਲ ਕੇ ਸਾਹਮਣੇ ਆਉਂਦੀਆਂ ਨੇ ਹੁਣ ਅੱਲਾ ਦੀ ਤੌਫੀਕ ਹੁੰਦੀ ਹੈ ਕਿ ਕੌਣ ਦੇਖੋ ਇਖਤਲਾਫਾਤ ਤੇ ਹੋਣਾ ਸੀ ਕੁਰਾਨ ਦੇ ਵਿੱਚ ਸੂਰਾ ਅਲ ਹੁਜਰਾਤ ਸਾਰੀ ਦੀ ਸਾਰੀ ਇਸ ਚੀਜ਼ ਨੂੰ ਬਿਆਨ ਕਰਦੀ ਹੈ ਅੱਲਾਹ ਤਾਲਾ ਫਰਮਾਇਆ ਉਜ਼ ਬਿल्लाहि मिनश शैतानिर रजीम व इन ताइफतानि मिनल मुमिनीन इख्ततलू फअस्लिहू बैनहुमा ठीक है जी कि दो मुसलमान गरोह अगर आपस ਦੇ ਵਿੱਚ ਭਿੜ ਜਾਣ ਤੇ ਉਹਨਾਂ ਦੇ ਵਿੱਚ ਸਲਾਹ ਕਰਾਣੀ ਹੈ ਫਿਰ ਕਿਹਾ ਕਿ ਜੇ ਤੁਸੀਂ ਸਲਾਹ ਕਰਾਓ ਤੇ ਇੱਕ ਗਰੋਹ ਬਗਾਵਤ ਕਰਨਾ ਸ਼ੁਰੂ ਕਰ ਦੇ ਫਕਾਤਿਲੁ ਲਤੀ ਤਬਗੀ ਹੱਤਾ ਤਫੀਆ ਇਲਾ ਅਮਰਿल्लाह ਔਰ ਰਿਆਸਤੀ ਮਾਮਲਾ ਕਿ ਦੋ ਦੇ ਵਿੱਚ ਸੁਲ੍ਹਾ ਕਰਾਉਣ ਵਾਸਤੇ ਤੁਸੀਂ ਅਸਲ ਰਸੂਖ ਨੂੰ ਇਸਤੇਮਾਲ ਕਰਨਾ ਹੈ ਠੀਕ ਹੈ ਉਹਨਾਂ ਨੂੰ ਛੁੜਾ ਕਰਵਾਉਣਾ ਤੇ ਜੇ ਨਹੀਂ ਹੁੰਦੇ ਤੇ ਫਿਰ ਅੱਲਾ ਦੇ ਹਵਾਲੇ ਕਿਉਂਕਿ ਤੁਹਾਡੀ ਹੁਜਤ ਤਮਾਮ ਹੋ ਗਈ ਹੈ ਤੁਸੀਂ ਵਾਪਸ ਆਪਣੇ ਮੋਰਚਿਆਂ 'ਚ ਚਲੇ ਜਾਣਾ ਤੁਸੀਂ ਕਦੀ ਨਹੀਂ ਵੇਖੋਗੇ ਕਿ ਜਨਾਬ ਮੈਦਾਨੇ ਜੰਗ ਦੇ ਵਿੱਚ ਇੱਕ ਬਾਰਡਰ ਦੇ ਉੱਤੇ ਫੌਜੀ ਖੜਾ ਹੈ ਤੇ ਉਹ ਵਾਪਸ ਆ ਕੇ ਆਪਣੇ ਫੌਜੀਆਂ ਨੂੰ ਝਿੜਕਣਾ ਸ਼ੁਰੂ ਕਰ ਦੇ ਉਹ ਕਹੇਗਾ ਜੰਗ ਲੱਗੀ ਹੈ ਬਾ ਭਿੜੋ ਜਿਸ ਤਰ੍ਹਾਂ ਭਿੜ ਸਕਦੇ ਹੋ ਭਿੜੋ ਜਾਓ ਕੰਮ ਕਰੋ ਤੇ ਬਹਰਹਾਲ ਜੀ ਮੈਂ ਤੇ ਅਫਜ਼ਲ ਵੜੈਚ ਸਾਹਿਬ ਨੂੰ ਪੱਪੀ ਔਰ ਜੱਫੀ ਪਿਆਰ ਇਹ ਮੇਰੇ ਬਾਰੇ 'ਚ ਜੋ ਵੀ ਕਹਿਣ ਮੇਰੇ ਵੱਡੇ ਬਜ਼ੁਰਗ ਨੇ ਭਾਈ ਨੇ ਇਹਨਾਂ ਦੀ ਇਹ ਤੇ ਚਲੋ ਅਫਜ਼ਲ ਵੜੈਚ ਸਾਹਿਬ ਚਲੋ ਫਿਰ ਟਵਿੱਟਰ ਦਾ ਇੱਕ ਤਜਰਬਾ ਮੈਂ ਕਹਿੰਦਾ ਕੋਈ ਨਵਾਂ ਮੁਸਲਮਾਨ ਜਿਹਨੂੰ ਮੈਂ ਨਹੀਂ ਜਾਣਦਾ ਵੜੈਚ ਸਾਹਿਬ ਨਾਲ ਮੇਰਾ ਤਾਰੁਫ ਸਿਰਫ ਟਿਕਟੌਕ ਦੇ ਉੱਤੇ ਚੰਦ ਹਫ਼ਤੇ ਪਹਿਲਾਂ ਹੋਇਆ ਜੇ ਔਰ ਉਹ ਵੀ ਇੰਨਾ ਕੁ ਕਿ ਮਾਸ਼ਾਅੱਲਾ ਇੱਕ ਮੁਤਅਦਿਲ ਸ਼ਖਸੀਅਤ ਜਿਹੜਾ ਨਾ ਉਹ ਬਿਹੇਵ ਕਰਦੇ ਨੇ ਕਿ ਬਈ ਬੈਲੈਂਸ ਮੈਂ ਕਰਾਂ ਨਾ ਦੋਵਾਂ ਪਾਸੇ ਔਰ ਇਹ ਅੱਛੀ ਚੀਜ਼ ਹੈ ਠੀਕ ਹੈ ਤੇ ਅੱਲਾ ਇਹਨਾਂ ਨੂੰ ਜਾਏ ਖੈਰ ਦੇ ਕੋਈ ਮੁਸਲਮਾਨ ਵੀ ਸਾਡੇ ਤੇ ਇਖਤਲਾਫ ਕੋਈ ਚੀਜ਼ ਕਰੇਗਾ सिर्फ एक आमिर भाई छोटी जी गल मैं ते उस दिन भी ਅਫਜ਼ਲ ਵੜੈਚ ਭਾਈ ਨੂੰ ਔਰ ਆਮਿਰ ਹਕ ਭਾਈ ਨੂੰ ਦੋਵੇਂ ਬੈਠੇ ਹੋਏ ਨੇ ਮੈਂ ਤਾਂ ਕਿਹਾ ਸੀ ਕਿ ਤੁਸੀਂ ਵੱਡੇ ਹੋ ਤੁਸੀਂ ਜਿੱਦਾਂ ਕਹੋਗੇ ਮੈਂ ਕਰ ਲਾਂਗਾ ਮੈਂ ਤੁਹਾਡੇ ਦੋਵਾਂ ਦੀ ਗੱਲ ਸੁੱਟੀ ਏ ਔਰ ਇਵਨ ਅਫਜ਼ਲ ਭਾਈ ਥੋੜਾ ਜਿਹਾ ਮਤਲਬ ਵੱਡੇ ਨੇ ਥੋੜਾ ਜਜ਼ਬਾਤੀ ਵੀ ਹੋਏ ਤੇ ਮੈਂ ਆਮਿਰ ਹਕ ਭਾਈ ਬੈਠੇ ਨੇ ਮੈਂ ਕੋਈ ਦੰਦ ਤੋਂ ਦੰਦ ਨਹੀਂ ਚੁੱਕਿਆ ਬਲਕਿ ਮੈਂ ਤੇ ਚੁੱਪ ਕੀਤਾ ਰਿਹਾ ਵਾਂ ਕਿਉਂਕਿ ਕੋਈ ਗੱਲ ਨਹੀਂ ਮੈਂ ਕਿਹਾ ਸਾਡੀ ਮੇਰੀ ਏਜ ਬਹੁਤ ਘੱਟ ਏ ਮੈਂ ਬੜਾ ਬਿਲਾਲ ਭਾਈ ਹਾਂ ਬਿਲਾਲ ਭਾਈ ਸੂਰਾ ਯਾਸੀਨ ਦੇ ਵਿੱਚ ਨਾ ਅੱਲਾ ਨੇ ਫਰਮਾਇਆ ਉਜ਼ ਬਿल्लाहि मिनश शैतानिर आफान वअम्मिरहु नक्किसु फिल खल्क ठीक है तर्जमा ਤੁਸੀਂ ਲੱਭ ਲੈਣਾ ਮਾਸ਼ਾਅੱਲਾ ਤੁਸੀਂ ਰਿਸਰਚਰ ਹੋ ਤਰਜਮਾ ਲੱਭ ਲਓ ਇਹ ਜ਼ਿੰਦਗੀ ਦਾ ਇੱਕ ਚੱਕਰ ਹੈ ਤਿਲਕਲ ਅਯਾਮ ਨੁਦਾਵਿਲੁਹਾ ਬੈਨ الناس ਤੇ ਇਹ ਦਿਨ ਜਿਹੜੇ ਨੇ ਘੁੰਮਦੇ ਨੇ ਇੱਕ ਜਵਾਨੀ ਆਂਦੀ ਹੈ ਸ਼ਬਾਬ ਆਂਦਾ ਹੈ ਫਿਰ ਇੱਕ ਉਧੇੜ ਪੱਕੀ ਉਮਰੀ ਆਂਦੀ ਹੈ ਉਹਦੇ ਵਿੱਚ ਬੰਦਾ ਆਪਣੀ ਦਿਸ਼ਾ ਹੁੰਦੀ ਹੈ ਆਪਣੀ ਨਜ਼ਰ ਨਾਲ ਵੇਖਦਾ ਦੁਨੀਆ ਨੂੰ ਉਹ ਬਿਲਕੁਲ ਠੀਕ ਹੁੰਦਾ ਹੈ ਉਹਨੂੰ ਗਲਤ ਨਹੀਂ ਕਹਿ ਸਕਦੇ ਸੀ ਇਸੇ ਤਰੀਕੇ ਨਾਲ ਇੱਕ ਜਵਾਨ ਹੈ ਉਹਨੇ ਆਪਣੇ ਤਜਰਬੇ ਯਾਨੀ ਅਫਜ਼ਲ ਵੜੈਚ ਸਾਹਿਬ ਅਗਰ
ਐਕਸਪੈਕਟ ਕਰਨਗੇ ਨਾ, ਸਾਡੇ ਵੱਡੇ ਨੇ, ਜ਼ਿੰਦਗੀ ਦਾ ਇੱਕ ਤਜਰਬਾ ਗੁਜ਼ਰਿਆ ਹੈ, ਮਗਰ ਜੇ ਇੱਕ ਐਕਸਪੈਕਟ ਕਰਨਗੇ ਨਾ ਕਿ ਨੌਜਵਾਨ ਜੰਪ ਕਰਕੇ ਉਸ ਸਾਰੇ ਐਕਸਪੀਰੀਅੰਸ ਨੂੰ ਗੇਨ ਕੀਤਿਆਂ ਬਗੈਰ, ਉਹ ਸਾਰੇ ਹਰਡਲਸ ਤੇ ਆਬਸਟੀਕਲ ਨੂੰ ਪੁਰ ਕੀਤਿਆਂ ਬਗੈਰ ਅਫਜ਼ਲ ਵੜੈਚ ਸਾਹਿਬ ਦੀ ਤਰ੍ਹਾਂ ਦੁਨੀਆ ਨੂੰ ਦੇਖਣਗੇ, ਇਹ ਪੋਸੀਬਲ ਨਹੀਂ ਹੈ। ਦੁਨੀਆ ਇਸ ਤਰ੍ਹਾਂ ਚੱਲਦੀ ਨਹੀਂ। ਮਿਸਾਲ ਤੌਰ ਤੇ ਮੈਂ ਆਪਣੇ ਤੋਂ ਯੰਗ ਅੱਜ ਵੇਖਣਾ ਨੌਜਵਾਨਾਂ ਨੂੰ, ਕਈ ਠੋਕਰਾਂ ਖਾ ਰਹੇ ਨੇ, ਮੈਂ ਵੇਖ ਕੇ ਮੁਸਕਰਾਨਾ ਵਾਂ। ਬੜੀ ਕਈ ਦਫਾ ਦਿਲ ਕਰਦਾ ਹੈ ਕਿ ਯਾਰ ਹੱਥ ਫੜ ਕੇ ਨਾ ਜੰਪ ਲਵਾ ਕੇ ਇਹਨਾਂ ਨੂੰ ਪਾਰ ਲੈ ਆਈਏ, ਮਗਰ ਨਹੀਂ। ਦੁਨੀਆ ਕੰਮ ਇਸ ਤਰ੍ਹਾਂ ਕਰਦੀ ਹੈ, ਸਾਈਕੋਲੋਜੀਕਲ ਈਕੋਸਿਸਟਮ ਕੰਮ ਇਸ ਤਰ੍ਹਾਂ ਕਰਦਾ ਹੈ, ਨੌਲੇਜ ਟ੍ਰਾਂਸਫਰ ਇਸ ਤਰ੍ਹਾਂ ਹੁੰਦਾ ਹੈ, ਜਨਰੇਸ਼ਨਸ ਡਿਵੈਲਪ ਹੀ ਇਸ ਤਰ੍ਹਾਂ ਹੁੰਦੀਆਂ ਨੇ, ਅਦਰਵਾਈਜ਼ ਤਾਂ ਹੋ ਨਹੀਂ ਸਕਦਾ। ਠੀਕ ਹੈ, ਤੇ ਠੋਕਰਾਂ ਖਾਣੀਆਂ, ਗਿਰਨਾ, ਗਲਤ ਫਹਿਮੀਆਂ, ਆਪਸ 'ਚ ਇਖਤਲਾਫ, ਔਰ ਕਈ ਦਫਾ ਇਹ ਚੀਜ਼ ਹੁੰਦੀ ਹੈ ਕਿ ਆਪਸੀ ਇਖਤਲਾਫ ਤੁਹਾਡੇ 'ਚ ਪੇਸ਼ੈਂਸ ਬੜਾ ਪੈਦਾ ਕਰਦੇ ਨੇ। ਪਾਲਟੋਕ ਦਾ ਮੈਨੂੰ ਟਾਈਮ ਯਾਦ ਹੈ ਕਿ ਮੈਂ ਤੇ ਆਪਣੀ ਤਰਫੋਂ ਕੋਈ ਟੌਪਿਕ ਲੈ ਕੇ ਜਾਂਦਾ ਸਾਂ, ਅੱਗੇ ਲੋਕਾਂ ਦੇ ਹਸਦ ਹੁੰਦੇ ਸਨ, ਅੱਗੇ ਲੋਕਾਂ ਦੀ ਜੈਲਸੀ ਹੁੰਦੀ ਸੀ, ਅੱਗੇ 100 ਮਸਲੇ ਮਸਾਇਲ ਹੁੰਦੇ ਸਨ, ਜੋ ਕਿ ਸ਼ੈਤਾਨੀ ਵਸਵਸ ਹੈ। ਕੋਈ ਇਨਸਾਨ ਵੀ ਕਿਸੇ ਨਾਲ ਨਫ਼ਰਤ ਪੈਦਾਇਸ਼ੀ ਤੌਰ 'ਤੇ ਨਹੀਂ ਨਾ ਕਰਦਾ ਕਿ ਮੈਂ ਜਨਾਬ ਤੇਰੇ ਨਾਲ ਜਿਹੜਾ ਨਾ ਜਿੱਦੀ ਪੁਸ਼ਤੀ ਤੇਰੇ ਨਾਲ ਦੁਸ਼ਮਣੀ ਹੈ। ਨਹੀਂ, ਨਜ਼ਰਿਆਤੀ ਹੁੰਦੀ ਹੈ, ਇੰਤਜ਼ਾਮੀ ਹੁੰਦੀ ਹੈ, ਅਖਲਾਕੀ ਹੁੰਦੀ ਹੈ। ਜਿੱਥੇ ਚਾਰ ਲੋਕ ਬਹਿਣਗੇ, ਕਿਸੇ ਦੀ ਖੁਸ਼ਬੂ ਤੁਹਾਨੂੰ ਪਸੰਦ ਆਏਗੀ, ਕਿਸੇ ਦੀ ਖੁਸ਼ਬੂ ਤੁਹਾਨੂੰ ਪਸੰਦ ਨਹੀਂ ਆਏਗੀ, ਕਿਸੇ ਦਾ ਤੁਹਾਨੂੰ ਨੱਕ ਨਹੀਂ ਪਸੰਦ ਆਏਗਾ, ਕਿਸੇ ਦੇ ਤੁਹਾਨੂੰ ਵਾਲ ਨਹੀਂ ਪਸੰਦ ਆਉਣਗੇ। ਯਾਨੀ ਇਹ ਮਾਮਲਾ ਹੈ। ਯਾਰੀ ਦੋਸਤੀ ਦਾ ਰਿਸ਼ਤਾ ਇਹ ਹੁੰਦਾ ਹੈ ਕਿ ਉਹ ਬੇਲੋਸ ਹੁੰਦਾ ਹੈ। ਤੁਹਾਡਾ ਯਾਰ ਕਾਲੇ ਤੋਂ ਕਾਲਾ ਵੀ ਹੋਏਗਾ ਨਾ, ਤੁਸੀਂ ਉਹਦੇ ਨਾਲ ਬਹਿ ਕੇ ਹੱਥ ਵੀ ਮਿਲਾਓਗੇ, ਨਾਲ ਖਾਓਗੇ ਵੀ, ਕਿਉਂਕਿ ਯਾਰੀ ਦੋਸਤੀ ਬੇਲੋਸ ਹੁੰਦੀ ਹੈ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੀ ਦੋਸਤੀ ਬੇਲੋਸ ਹੋਣੀ ਚਾਹੀਦੀ ਹੈ। ਇਹਦੇ ਵਿੱਚ ਇਹ ਨਹੀਂ ਕਿ ਇਹ ਬੰਦਾ ਮੇਰੀ ਮਰਜ਼ੀ ਦੀ ਗੱਲ ਕਰੇਗਾ ਤਾਂ ਹੀ ਮੈਂ ਇਹਦੇ ਨਾਲ ਬਵਾਂਗਾ, ਨਹੀਂ ਤਾਂ ਨਹੀਂ, ਇਸ ਤਰ੍ਹਾਂ ਨਹੀਂ, ਫਿਰ ਸੋਸ਼ਲ ਮੀਡੀਆ ਰਨ ਨਹੀਂ ਹੁੰਦਾ। ਤਾਂ ਮੈਂ ਪਾਲਟੋਕ ਦੇ ਤੋਂ ਮੈਨੂੰ ਯਾਦ ਹੈ ਆਪਸ ਦੇ ਇਖਤਲਾਫਾਤ ਵਗੈਰਾ ਇਹ ਉਹ ਸ਼ੁਰੂ ਹੋਏ, ਤਾਂ ਮੈਂ ਸਟਾਰਟ ਦੇ ਵਿੱਚ ਨਾ ਰਿਐਕਟ ਕਰ ਗਿਆ ਉਹਨਾਂ 'ਤੇ। ਉਹ ਰਿਐਕਟ ਕਰਨ ਤੋਂ ਬਾਅਦ ਜਦੋਂ ਮੁਸਲਮਾਨਾਂ ਨੇ, ਇਹ ਮੇਰਾ ਨਾ, ਮੈਂ ਆਪਣਾ ਤਜਰਬਾ ਸ਼ੇਅਰ ਕਰ ਰਿਹਾ ਵਾਂ, ਔਰ ਮੈਨੂੰ ਪਤਾ ਹੈ ਇਹ ਤਜਰਬਾ ਸਿਰਫ ਉਹਨਾਂ ਲੋਕਾਂ ਨੂੰ ਫਾਇਦਾ ਦੇਗਾ ਜਿਨ੍ਹਾਂ ਦੇ ਵਿੱਚ ਅੱਲਾਹ ਤਾਲਾ ਨੇ ਤੌਫੀਕ ਰੱਖੀ ਹੈ। ਤਾਂ ਮੈਂ ਉਹਨਾਂ ਵਾਸਤੇ ਪਿਆ ਕਰਨਾ ਵਾਂ, ਬਾਕੀ ਅੱਲਾਹੁ ਆਲਮ, ਅੱਲਾਹ ਬਿਹਤਰ ਜਾਣਦਾ ਜਿਨ੍ਹਾਂ ਦੇ ਮਾਮਲਾ। ਤੇ ਖੈਰ, ਕਿਉਂ ਹੋਇਆ ਕਿ ਉਹ ਜਦੋਂ ਪਾਲਟੋਕ ਦੇ ਉੱਤੇ ਇਖਤਲਾਫਾਤ ਸ਼ੁਰੂ ਹੋਏ ਨਾ, ਤੇ ਮੈਨੂੰ ਗਾਲਾਂ ਕੱਢੀਆਂ ਉਹਨਾਂ ਨੇ, ਮੇਰੇ ਖਿਲਾਫ ਰੂਮ ਖੋਲ੍ਹ ਲਏ। ਉੱਥੇ ਰੂਮ ਖੋਲ੍ਹ ਜਾਂਦੇ ਹੁੰਦੇ ਸੀ, ਜਿਸ ਤਰ੍ਹਾਂ ਇੱਥੇ ਬਰਾਡਾ ਲੱਗ ਜਾਂਦੀਆਂ ਨਾ, ਉੱਥੇ ਰੂਮ ਖੋਲ੍ਹ ਜਾਂਦੇ ਨੇ, ਮਾਂ ਭੈਣ ਦੀਆਂ ਗਾਲਾਂ ਕੱਢਦੇ। ਉਹਨਾਂ ਨੇ ਮੈਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਤੇ ਇਖਤਲਾਫਾਤ ਸਾਰੇ ਸ਼ੁਰੂ ਹੋ ਗਏ। ਤਾਂ ਮਾਮਲਾ ਮੈਂ ਸੋਚ ਦੇ ਵਿੱਚ ਪੈ ਗਿਆ। ਮੈਂ ਉਹ ਜਵਾਨੀ ਹੁੰਦੀ ਹੈ, ਤੁਹਾਨੂੰ ਮੈਂ ਗੱਲ ਦੱਸ ਰਿਹਾ ਵਾਂ, ਆਲਮੋਸਟ ਮੋਰ ਦੈਨ ਯਾਨੀ ਆਲਮੋਸਟ 2 ਡੈਕੇਡਸ ਦਾ ਏਰੀਆ ਗੁਜ਼ਰ ਚੁੱਕਿਆ ਹੈ, ਆਲਮੋਸਟ 2 ਡੈਕੇਡਸ ਦਾ। ਮੈਂ ਉੱਥੇ ਗਿਆ, ਮੈਂ ਕਿਹਾ ਯਾਰ ਮੇਰੀ ਈਗੋ ਦਾ ਮਸਲਾ, ਮੈਂ ਰਿਐਕਟ ਕਿਉਂ ਨਾ ਕਰਾਂ, ਇਹਨਾਂ ਦੀ ਐਸੀ ਦੀ ਤੈਸੀ ਹੋਏ, ਮੈਂ ਜਵਾਨ ਹਾਂ, ਮੈਨੂੰ ਗੱਲ ਸੁਣਾ ਜਾਣ, ਇਹ ਕਿਸ ਤਰ੍ਹਾਂ ਹੋ ਸਕਦਾ। ਮੈਂ ਜਨਾਬ ਉੱਥੇ ਰਿਐਕਟ ਕਰ ਗਿਆ। ਅੱਲਾ ਗਵਾਹ ਜੇ ਉਹ ਸਨ ਮੁਸਲਮਾਨ ਸਾਰੇ। ਜਦੋਂ ਮੈਂ ਰਿਐਕਟ ਕਰਨ ਤੋਂ ਬਾਅਦ ਸ਼ਾਮੀ ਸੌਣ ਲਗਾਵਾਂ ਨਾ, ਮੈਨੂੰ ਨਿੰਦਰ ਨਾ ਆਵੇ, ਮੈਂ ਬੇਚੈਨ। ਮੈਂ ਕਿਹਾ ਯਾਰ ਇਹ ਕੀ ਚੀਜ਼ ਹੈ। ਮੈਨੂੰ ਮੈਂ ਉਦੋਂ ਡਿਸਕਵਰ ਕੀਤਾ ਕਿ ਅੱਲਾਹ ਤਾਲਾ ਨੇ ਕੁਝ ਲੋਕਾਂ ਦੀ ਸ੍ਰਿਸ਼ਟ ਦੇ ਵਿੱਚ, ਉਹਨਾਂ ਦੀ ਫਿਤਰਤ ਦੇ ਵਿੱਚ ਆਪਸੀ ਲੜਾਈ ਦੇ ਹਵਾਲੇ ਨਾਲ ਨਾ ਕੋਫਤ ਪੈਦਾ ਕਰ ਦਿੱਤੀ ਹੋਈ ਹੈ। ਇਹ ਅੱਲਾਹ ਤਾਲਾ ਦੀ ਤੌਫੀਕ ਹੈ। ਕਿਸੇ ਨੂੰ ਜਲਦੀ ਹੋਸ਼ ਆਉਂਦੀ ਹੈ, ਕਿਸੇ ਨੂੰ ਦੇਰ ਨਾਲ ਆਉਂਦੀ ਹੈ ਸਭ ਦੇ ਵਿੱਚ। ਕਿਸੇ ਦੀ ਉਹ ਵਿਚਾਰੇ ਨੂੰ ਆਂਦੀ ਬਹੁਤ ਲੇਟ ਹੈ। ਉਹ ਹੋਇਆ ਕਿ ਮੈਨੂੰ ਚੈਨ ਨਾ ਮਿਲੇ। ਮੈਂ ਕਿਹਾ ਯਾਰ ਮੈਂ ਜਦੋਂ ਮੁਸਲਮਾਨਾਂ ਨਾਲ ਭਿੜਨਾ ਵਾ, ਜਦੋਂ ਆਪਸੀ ਇਖਤਲਾਫ ਕਰਨਾ, ਮੈਨੂੰ ਚੈਨ ਨਹੀਂ ਆਉਂਦਾ। ਔਰ ਮੈਨੂੰ ਫੀਲ, ਯਾਨੀ ਮੈਂ ਜਦੋਂ ਜਿੱਤ ਵੀ ਜਾਣਾ ਵਾ ਨਾ, ਤਾਂ ਮੈਂ ਜਿੱਤ ਕੇ ਹਾਰ ਜਾਣਾ ਵਾ। ਯਾਨੀ ਮੁਸਲਮਾਨ ਨਾਲ ਲੜਾਈ ਕਰਕੇ, ਆਰਗੂਮੈਂਟ ਕਰਕੇ, ਬਹਿਸਾ ਕਰਕੇ, ਮੁਨਾਜ਼ਰਾ ਕਰਕੇ ਮੈਂ ਜਿੱਤ ਕੇ ਵੀ ਹਾਰ ਜਾਣਾ ਸਾਂ। ਮੇਰਾ ਦਿਲ ਨਹੀਂ ਸੈਟਿਸਫਾਈ ਹੁੰਦਾ ਸੀ। ਮੈਂ ਕਿਹਾ ਇਹ ਨਹੀਂ ਭਾਈ, ਨਹੀਂ, ਅਸੀਂ ਇਸ ਚੀਜ਼ ਵਾਸਤੇ ਬਣੇ ਹੀ ਨਹੀਂ। ਉਦੋਂ ਮੈਂ ਫਿਰ ਆਪਣੀ ਸਾਰੀ ਤਵਾਨਾਈ ਅੱਲਾਹ ਕੋਲੋਂ ਦੁਆ ਮੰਗੀ। ਨਾ ਮੈਂ ਉਸ ਮਜਲਿਸ ਤੋਂ ਮੈਨੂੰ ਨਿਕਲਣ ਦੀ ਤੌਫੀਕ ਦੇਵੀਂ। ਮੈਨੂੰ ਮਜ਼ਾ ਨਾ ਆਵੇ ਉਸ ਮਜਲਿਸ ਦੇ ਵਿੱਚ, ਮੈਨੂੰ ਉੱਥੇ ਸਕੂਨ ਨਾ ਮਿਲੇ ਜਿੱਥੇ ਮੁਸਲਮਾਨ ਆਪਸ ਵਿੱਚ ਪੜਨ। ਮੈਨੂੰ ਇਸ ਤਰ੍ਹਾਂ ਬੇਚੈਨ ਕਰ। ਔਰ ਮੇਰੇ ਤੇ ਅੱਲਾਹ ਤਾਲਾ ਦੀ ਉਹ ਤੌਫੀਕ ਕੰਮ ਕਰ ਗਈ। ਹੋਇਆ ਇਹ ਕਿ ਜਿੱਥੇ ਮੈਨੂੰ ਬੁਰਾ ਭਲਾ ਕਿਹਾ ਜਾ ਰਿਹਾ, ਮੈਂ ਉੱਥੇ ਬਹਿ ਕੇ ਨਾ ਤੇ ਮੁਸਲਮਾਨਾਂ ਨਾਲ ਹੱਸ ਕੇ ਗੱਲ ਕਰਾਂ, ਅਲਹਮਦੁਲਿਲਾ ਮੈਨੂੰ ਸਕੂਨ ਆਵੇ, ਮੈਨੂੰ ਫੀਲ ਹੋਵੇ ਕਿ ਯਾਰ ਮੈਂ ਕੋਈ ਅਚੀਵ ਕੀਤਾ। ਅੱਜ ਵੀ ਜਦੋਂ ਮੈਨੂੰ ਬਰੋਡ ਸ਼ੇਅਰ ਹੋਈ ਹੈ, ਪਹਿਲਾਂ ਮੈਂ ਬੈਕ ਐਂਡ ਤੇ ਸੁਣਿਆ, ਜਦੋਂ ਅਫਜ਼ਲ ਵੜੈਚ ਸਾਹਿਬ ਨੇ ਮੇਰਾ ਨਾਂ ਲਿਆ, ਮੈਂ ਕਿਹਾ ਓਏ ਆਮਿਰ ਹੱਕ, ਦਿਸ ਇਜ਼ ਯੋਰ ਮੂਮੈਂਟ ਮੈਨ, ਦਿਸ ਇਜ਼ ਯੋਰ ਮੂਮੈਂਟ। ਅੱਲਾ ਨੂੰ ਰਾਜ਼ੀ ਕਰਨਾ ਹੀ ਤਾਂ ਦਿਸ ਇਜ਼ ਯੋਰ ਮੂਮੈਂਟ ਮੈਨ, ਜੰਪ ਇਨ। ਮੈਂ ਫਿਰ ਅੱਲਾ ਦੀ ਰਜ਼ਾ ਦੀ, ਕਿਉਂਕਿ ਦੇਖੋ ਮੈਂ ਆਪਣੇ ਆਪ ਨੂੰ ਚੈਲੰਜਿੰਗ ਸਿਚੁਏਸ਼ਨ ਦੇ ਵਿੱਚ ਪਾਵਾਂਗਾ, ਚੈੱਕ ਕਰਾਂਗਾ ਕਿ ਮੈਂ ਅੱਜ ਵੀ ਉਹ ਆਮਿਰ ਹੱਕ ਹੈਵਾਂ ਕਿ ਨਹੀਂ, ਕਿ ਇੱਕ ਮੁਸਲਮਾਨ ਮੇਰੇ ਤੇ ਤਾਨੋਤਸ਼ ਨਹੀਂ ਕਰੇ। क्या सिर्फ मैं मुसलमान की तारीफ बर्दाश्त करनी है? क्या मैं मुसलमान का मिठा मिठा खाना, मैं कौड़ा नहीं खाना? तो मुसलमान मेरा भरा है, जो मैनू कौड़ा खवाएगा तो मेरी सिर अखां ते, तो मैं जनाब अज अलहमदुलिल्लाह मैं अल्लाह ताला का शुक्र अदा करना वा कि मैं जंप इन किया। और कोई ऐसी गल नहीं, कोई मसला नहीं, मैं अज भी हुई हाँ अलहमदुलिल्लाह अपने भरावां दे नाल। तो 100 दिन कीदा हुण कोई ऐसा मसला नहीं, फिर की, फिर हल के बह जाए। ठीक है जी, ए मेरी तरफों उन्होंने नौजवानों वास्ते सबक सी। देखो आमिर नज़ीर भाई जिंदगी का किस्सा गुजार चुके हैं।
ਉਹਨਾਂ ਨੇ ਦੁਨੀਆ ਨੂੰ ਆਪਣੇ ਤਰੀਕੇ ਨਾਲ ਵੇਖਣਾ ਔਰ ਬਿਲਕੁਲ ਠੀਕ ਦੇਖਣਾ, ਬਿਲਕੁਲ ਠੀਕ, ਔਰ ਡੀਲ ਵੀ ਬਿਲਕੁਲ ਠੀਕ ਕਰਨਾ। ਉਹ ਕਹਿੰਦੇ ਨੇ ਰਾਹ ਪਿਆ ਜਾਣੇ ਤੇ ਵਾਹ ਪਿਆ ਜਾਣੇ। ਔਰ ਇਸੇ ਤਰੀਕੇ ਨਾਲ ਅਫਜ਼ਲ ਵੜੈਚ ਸਾਹਿਬ ਜੋ ਜਿਸ ਤਰ੍ਹਾਂ ਦੁਨੀਆ ਨੂੰ ਵੇਖਣਗੇ ਨਾ, ਉਹਨਾਂ ਨੇ ਆਪਣੇ ਤਜਰਬਿਆਂ ਦੇ ਹਿਸਾਬ ਨਾਲ ਦੇਖਣਾ ਔਰ ਬਿਲਕੁਲ ਠੀਕ ਦੇਖਣਾ। ਫਰਕ ਸਿਰਫ ਇਹ ਵੇ ਉਹਦੇ ਕੌਨਸੀਕੁਐਂਸਿਸ ਆਇਆ ਬੈਨੀਫਿਟ। ਇਸਲਾਮ ਦਾ ਮਿਜ਼ਾਜ ਕੀ ਹੈ? ਇਸਲਾਮ ਨੇ ਜੋ ਸ਼ਰਾਬ ਨੂੰ ਹਰਾਮ ਕੀਤਾ ਨਾ, ਤਾਂ ਉਹਦੇ ਵਿੱਚ ਇੱਕ ਟੈਕਨੀਕ ਦੱਸੀ, ਬੁਨਿਆਦੀ ਕ੍ਰਾਈਟੇਰੀਅਨ। ਉਹ ਕੀ ਸੀ? ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ 'ਚ ਫਰਮਾਇਆ ਗਿਆ ਯਸਅਲੂਨਕ ਅਨਿਲ ਖਮਰ ਵਲ ਮੈਸਿਰ। ਅੱਲਾਹ ਦੇ ਰਸੂਲ ਤੁਹਾਡੇ ਕੋਲੋਂ ਸ਼ਰਾਬ ਤੇ ਜੂਏ ਦੇ ਬਾਰੇ 'ਚ ਸਵਾਲ ਕਰਦੇ ਨੇ। आप इनसे कहें कि इनमें फ़ायदा है, इस्मुहुमा अकबर मिन नफ़इहिमा, मगर इनका जो नुकसान है ना, या इनका जो गुनाह है, या जो इनका डिसएडवांटेज है, या जो इनका एडवर्स अफेक्ट है, वो इनके फ़ायदे से ज़्यादा है। यहाँ से पता चला कि इस्लाम के मिजाज में हर चीज़ जो सच हो, हर चीज़ वो ठीक हो, हर चीज़ जो अच्छी हो, ज़रूरी नहीं है कि उसके नुकसानात ना हों। लिहाजा आपने सोशल मीडिया के ऊपर या अपनी जो नैरेटिव बिल्डिंग के अंदर इस चीज़ को हमेशा ज़हन में, मैच्योरिटी इसको कहते हैं, आपने ये चीज़ ज़हन में रखना है कि आप कोई ऐसी चीज़ तो नहीं कर रहे जिसका नुकसान ज़्यादा है और फ़ायदा कम। ठीक है, ये इस्लाम के मिजाज में है। इसका मतलब अल्लाह माफ़ करे ये नहीं है कि तुसी झूठ बोलना है। हर गल करन दे तरीके मुख्तलिफ होंदे ने। अमर साहब इजाजत एक थोड़ा कुछ छोटा जिहा वाक़या सुना दें। मैं कहा ये ना हो मैं दोस्तों मैं सुन ਰਿਹਾ ਅਮਤਨ ਗੋਸ਼। अच्छा सुन रहे हो, ठीक है। वराज भाई तुसी सुन रहे हो प्लीज़, क्योंकि बुजुर्गों को इजाजत ले ली, बाकी खैर है ਜੀ। ਮੈਂ ਇੱਕ ਸਵਾਲ ਵਿੱਚ ਮੈਨੂੰ ਆਇਆ ਕਾਫੀ ਦੇਰ ਦਾ। अच्छा जी प्लीज़ तुसी पहला कर लो, या मैं कहानी सुना दें फिर भुल ना जावां। ठीक है हाँ ठीक है, फिर तुसी करें। अच्छा बाकी बिलाल भाई, हीर भाई ते बुत चिकन भाई, आई होप सो कि मेरे भाई ने ये भी माइंड नहीं करेंगे। वो गल ये वे, एक बादशाह नूं ख्वाब आया, हो सकता कई लोगों ने सुनिया होवे, मगर न्यू जनरेशन वास्ते ये चीज़ होएगी सीखण वास्ते। बादशाह नूं ख्वाब आया और बादशाह ने ख्वाब दे विच अपने पूरे खानदान नूं खून नाल लथपथ वेख्या, डर के उठ गया। सवेरे उन्हें मुअब्बिरीन नूं बुलाया, जिहड़े ख्वाब दी इंटरप्रिटेशंस करते हैं, उन्होंने बुलाया। उन्होंने कहा बादशाह आपने जो ख्वाब देखा है ना, इससे पता चलता है कि आपकी सारी फैमिली, रॉयल फैमिली आपकी आंखों के सामने तहतेक कर दी जाएगी, असैसिनेट कर दी जाएगी, ब्रूटली ब्लड बाथ होएगा, मैसेकर होएगा। बादशाह दी तार छिड़ गई, उन्होंने तप चढ़ी, उन्हें फड़ के सारे मुअब्बिरीन फड़का दिते। क्योंकि पुराने वक्तों के बादशाह साहब नूं नहीं पसंद आई तो हद अदब उन्हें तुन के रख दिता सारिਆਂ ਨੂੰ। ਹੁਣ ਬਹਿ ਕੇ ਸੋਚਣ ਲੱਗ ਪਿਆ ਕਿ ਖਾਬ ਦੀ ਫਿਰ ਤਾਬੀਰ ਕੀ ਹੈ? ਇਹ ਤਾਂ ਮੈਨੂੰ ਡਰਾ ਗਏ ਨੇ। ਜਿਹੜਾ ਬੰਦਾ ਆਵੇ ਉਹਦੀ ਧੌਣ ਲਾ ਦੇਵੇ, ਜਿਹੜਾ ਬੰਦਾ ਆਵੇ ਉਹ ਖਾਬ ਦੱਸੇ ਕਿ ਤੁਹਾਡਾ ਖਾਨਦਾਨ ਮਰ ਉਹਦੀ ਧੌਣ ਲਾ ਦੇਵੇ। ਇੱਕ ਬੰਦੇ ਤੱਕ ਦੂਰ ਜਿਹੜਾ گاؤں ਦੇ ਵਿੱਚ ਰਹਿੰਦਾ ਸੀ, ਤਾਬੀਰ ਕਰਦਾ ਸੀ, ਉਹਦੇ ਤੱਕ ਇੱਕ ਖਬਰ ਪਹੁੰਚੀ ਕਿ ਬਾਦਸ਼ਾਹ ਮੁਅੱਬਰੀਨ ਨੂੰ ਬੁਲਾਉਂਦਾ ਹੈ, ਜਿਹੜਾ ਉਹਦੇ ਖਾਬ ਦੀ ਤਾਬੀਰ ਕੋਈ ਖਤਰਨਾਕ ਤੇ ਕੜਵੀ ਕਰੇ ਉਹ ਭਾਈ ਉਹਦੀ ਧੌਣ ਲਾ ਦਿੰਦਾ ਜੇ। ਉਹ ਸਿਆਣਾ ਸੀ, ਉਹਨੇ ਕਿਹਾ ਜੀ ਮੈਂ ਜਾ ਕੇ ਮਸਲਾ ਹੱਲ ਕਰਨਾ ਵਾ। ਉਹਨੇ ਜਾ ਕੇ ਬਾਦਸ਼ਾਹ ਸਲਾਮਤ ਨੂੰ ਕਿਹਾ ਬਾਦਸ਼ਾਹ ਸਲਾमत मैं आपके ख्वाब की ताबीर करूँगा। उसने क्या सियाने पहले पता चल गया ना पहलों के साथ क्या हुआ है, तो मेरा सोच समझ के ताबीर करना। उसने कहा बादशाह साहब बेफिक्र हो जाए, वो तो बेवकूफ़ सन, मैं तो करके दसांगा ताबीर की ताबीर तो बड़ी चंगी है। उन्हें कहा हैं वो तो कहते सन ब्लड बाथ होएगा, तू कहना चंगी है। वो क्यूरीअस होया, सस्पेंस वधिया। उन्हें कहा दस की ताबीर है। उन्हें कहा बादशाह सलामत असल दे विच वो लोग सन बेवकूफ़। ख्वाब दी ताबीर ਇਹ ਵੇ ਕਿ ਤੁਸੀਂ ਆਪਣੇ ਖਾਨਦਾਨ ਦੇ ਵਿੱਚੋਂ ਸਭ ਤੋਂ ਲੰਬੀ ਉਮਰ ਪਾਓਗੇ, ਤੁਹਾਡੀ ਲੰਬੀ ਉਮਰ ਹੋਣੀ ਹੈ, ਯੂ ਵਿਲ ਲਿਵ ਅ ਲੌਂਗ ਲਾਈਫ। ਬਾਦਸ਼ਾਹ ਖਿਲਖਿਲਾ ਉੱਠਿਆ, ਉਹਨੇ ਕਿਹਾ ਦਿਓ ਜੀ ਸੋਨਾ ਚਾਂਦੀ ਜਵਾਹਰਾਤ ਲੈਂਡ ਦੇ ਦਿਓ। ਕੋਈ ਬਾਅਦ ਚ ਸੋਚੇ ਬੰਦਾ ਤੇ ਗੱਲ ਤੇ ਇੱਕੋ ਹੀ ਹੈ ਵੀ ਜਦੋਂ ਬਾਦਸ਼ਾਹ ਦੇ ਸਾਹਮਣੇ ਸਾਰੇ ਘਰ ਦੇ ਵੱਡੇ ਜਾਣਗੇ ਤੇ ਕੱਲਾ ਬਾਦਸ਼ਾਹ ਹੀ ਬਚੇਗਾ ਤੇ ਸਾਰਿਆਂ ਨਾਲ ਲੰਬੀ ਉਮਰ ਉਹਦੀ ਹੋ ਗਈ। ਗੱਲ ਕਹਿਣ ਦਾ ਤਰੀਕਾ, ਉਹ ਮੁਅੱਬਰ ਜਿਹੜੇ ਪਹਿਲੇ ਸਨ, ਗੱਲ ਉਹਨਾਂ ਨੇ ਵੀ ਠੀਕ ਹੀ ਕੀਤੀ ਸੀ, ਗੱਲ ਉਹ ਸੱਚੀ ਸੀ, ਝੂਠੀ ਨਹੀਂ ਸੀ, ਮਗਰ ਉਹਨਾਂ ਦਾ ਤਰੀਕਾ ਥੋੜਾ ਸਖਤ ਸੀ। ਉਹ ਫਾਇਦਾ ਘੱਟ ਤੇ ਨੁਕਸਾਨ ਬਹੁਤਾ ਸੀ। ਤੇ ਦੂਸਰੇ ਨੇ ਵੀ ਗੱਲ ਉਹੀ ਕੀਤੀ ਸੀ, ਮਗਰ ਉਹਦੇ ਗੱਲ ਕਰਨ ਦਾ ਤਰੀਕਾ ਬੜਾ ਸ਼ੁਸਤਾ ਤੇ ਬੜਾ ਮੈਚੁਰ ਸੀ, ਬੜਾ ਟੈਕਨੀਕਲ ਸੀ, ਜਿਹਦੇ ਵਜ੍ਹਾ ਨਾਲ ਉਹਦੀ ਜ਼ਿੰਦਗੀ ਵੀ ਬਚੀ, ਉਹਨੂੰ ਇਨਾਮ ਵੀ ਮਿਲਿਆ ਤੇ ਬਾਦਸ਼ਾਹ ਨੂੰ ਗੱਲ ਵੀ ਸਮਝ ਆ ਗਈ। ਅੱਜ ਸਾਨੂੰ ਇਹ ਫੈਸਲਾ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਕਿਸ ਤਰੀਕੇ ਨਾਲ ਆਪਣੀ ਗੱਲ ਨੂੰ ਰੱਖਣਾ ਹੈ ਜਿਹਦੇ ਨਾਲ ਫਾਇਦਾ ਜ਼ਿਆਦਾ ਹੋਵੇ, ਨੁਕਸਾਨ ਘੱਟ ਹੋਵੇ। ਬਸ ਇਹ ਚੀਜ਼ ਹੈ। ਇਹਦਾ ਮਤਲਬ ਇਹ ਨਹੀਂ ਤੁਸੀਂ ਝੂਠ ਬੋਲਣਾ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਿਆਂ ਨੂੰ ਕ੍ਰਿਟਿਸਾਈਜ਼ ਨਹੀਂ ਕਰ ਸਕਦੇ, ਆਪਣਿਆਂ ਦੀ ਪਾਲਿਸੀਜ਼ ਦੇ ਉੱਤੇ ਸਵਾਲ ਨਹੀਂ ਚੁੱਕ ਸਕਦੇ, ਬਟ ਇਟ ਮੀਨਸ ਯੂ ਹੈਵ ਟੂ ਬਿਹੇਵ ਵੈਰੀ ਸਮਾਰਟ, ਯੂ ਹੈਵ ਟੂ ਬਿਹੇਵ ਵੈਰੀ ਕੇਅਰਫੁਲ, ਦੈਟਸ ਇਟ।
ਜੀ ਵੜੈਚ ਸਾਹਿਬ ਪਲੀਜ਼ ਤੁਸੀਂ ਗੱਲ ਕਰੋ, ਫਿਰ ਤੁਹਾਡੀ ਗੱਲ ਲਾਂਗੇ। ਬਸ ਇੱਕ ਹੀ ਛੋਟਾ ਜਿਹਾ ਮੇਰਾ ਸਵਾਲ ਹੈ ਕਿ ਇਹ ਸਾਰੀ ਸਿਚੁਏਸ਼ਨ ਤੇ ਜੋ ਹੋ ਗਈ ਮੱਕੀ ਮਸਜਿਦ ਵਾਲਾ ਵਾਕਿਆ, ਉਹਦੇ ਬਾਰੇ ਤੇ ਕੋਈ ਡਾਊਟ ਨਹੀਂ, ਕਲੀਅਰ ਜਿਹਾ ਮਾਮਲਾ ਹੈ। ਇੱਕ ਵਾਕਿਆ ਹੋਇਆ ਹੈ, ਇੱਕ ਨੌਜਵਾਨ ਨੇ ਉੱਥੇ ਗਲਤ ਰਵੱਈਆ ਅਖਤਿਆਰ ਕੀਤਾ ਹੈ, ਆਬਵੀਅਸਲੀ ਅਨਲਾਫੁਲ ਐਕਟ ਵੀ ਹੈ, ਇੱਕ ਆਲਾ ਲੈ ਕੇ ਜਾਣ ਵਾਲਾ। ਦੂਜੀ ਸਾਈਡ ਤੇ ਸਾਡੀ ਸਾਈਡ ਦਾ ਜਵਾਨ ਹੈ, ਉਹਨੇ ਇੱਕ ਸਬਰ ਦਾ ਮੁਜ਼ਾਹਰਾ ਕੀਤਾ ਹੈ, ਇੱਕ ਅੱਛੀ ਉਹਨੇ ਮਿਸਾਲ ਕਾਇਮ ਕੀਤੀ ਹੈ, ਕੋਈ ਸਿਆਲ ਅੰਗੇਜ਼ੀ ਨਹੀਂ ਕੀਤੀ, ਲੜਾਈ ਝਗੜਾ ਨਹੀਂ ਕੀਤਾ। ਬੰਦੇ ਉਹਨਾਂ ਦੀ ਸਾਈਡ ਦੇ ਸਾਡੀ ਸਾਈਡ ਦੇ ਮੌਜੂਦ ਜ਼ਿਆਦਾ ਮੌਜੂਦ ਸਨ ਉੱਥੇ, ਕਿਉਂਕਿ ਮਸਜਿਦ ਦੀ ਜ਼ਾਹਿਰ ਮੱਕੀ ਮਸਜਿਦ ਸੀ, ਲੇਕਿਨ ਉਹਦਾ ਐਡਵਾਂਟੇਜ ਲੈ ਕੇ ਕੋਈ ਐਸਾ ਵਾਇਲੈਂਸ ਨਹੀਂ ਹੋਇਆ। ਇਹ ਤਾਂ ਹੋਇਆ ਵਾਕਿਆ, ਔਰ ਇਸ ਵਾਕਿਏ ਦੇ ਜਿਹੜੇ ਮੈਰਿਟਸ ਡੀਮੈਰਿਟਸ ਬਿਲਕੁਲ ਵਾਜ਼ਿਹ ਨੇ, ਕਲੀਅਰ ਨੇ। ਇਹਦੇ ਬਾਰੇ 'ਚ ਹਰ ਬੰਦੇ ਦੀ ਪੋਜੀਸ਼ਨ ਵੀ ਕਲੀਅਰ ਹੈ। ਅਹਿਮਦੀ ਜਮਾਤ ਦੀ ਆਪਣੀ ਪੋਜੀਸ਼ਨ ਹੈ, ਸਾਡੀ ਆਪਣੀ ਪੋਜੀਸ਼ਨ ਹੈ। ਕਿਉਂਕਿ ਇਸ ਵਕਤ ਹੁਣ ਡਿਸਪਿਊਟਡ ਸਿਚੁਏਸ਼ਨ ਹੋਈ ਹੈ ਇਸ ਬਰਾੜ ਦੀ ਵਜ੍ਹਾ ਤੋਂ, ਮੇਰੀ ਪੋਜੀਸ਼ਨ ਵੀ ਐਗਜ਼ੈਕਟ ਉਹੀ ਹੈ ਜਿਹੜੀ ਤੁਹਾਡੀ ਪੋਜੀਸ਼ਨ ਹੈ, ਬਾਕੀ ਸਾਰੀ ਮੁਸਲਮਾਨਾਂ ਦੀ ਪੋਜੀਸ਼ਨ ਹੈ, ਬਲਕਿ ਮੈਂ ਜ਼ਿਆਦਾ ਆਊਟਸਪੋਕਨ ਵੀ ਹਾਂ ਇਸ ਮੰਚ। ਆਮਰ ਸਾਹਿਬ ਸਿਚੁਏਸ਼ਨ ਸਿਰਫ ਇੱਕ ਹੈ ਜਿੱਥੇ ਕੁਐਸਚਨ ਹੈ ਵੇ ਕਿ ਇਹਨੂੰ ਲੈ ਕੇ ਅੱਗੋਂ ਫਰਦਰ ਕੁਝ ਮਾਮਲਾਤ ਜਿਹੜੇ ਨੇ ਉਹਨਾਂ ਨੇ ਸਰ ਉਠਾਇਆ, ਔਰ ਯੂ ਨੋ ਆਲ ਇਸ ਜ਼ਮਨ ਦੇ ਵਿੱਚ ਕਿਆ ਸਾਨੂੰ ਸਾਡਾ ਬਿਆਨੀਆ ਜਿਹੜਾ ਹੈ, ਹੱਕ ਦਾ ਬਿਆਨੀਆ, ਦੀਨ ਇਸਲਾਮ ਦਾ ਬਿਆਨੀਆ, ਇਹ ਅਲਾਉ ਕਰਦਾ ਹੈ ਕਿ ਅਸੀਂ ਐਕਸਟ੍ਰੀਮ ਫਾਊਲ ਲੈਂਗੁਏਜ ਇਸਤੇਮਾਲ ਕਰੀਏ ਔਰ ਕਮੈਂਟਿੰਗ ਦੇ ਵਿੱਚ ਵੀ ਉਹ ਲਿਖਣ, ਔਰ ਅਸੀਂ ਉੱਤੋਂ ਸਪੀਕਰ ਪੈਨਲਸ ਤੋਂ ਵੀ ਸਿਮਿਲਰ ਜਿਹੜੀ ਹੈ ਉਹ ਲੈਂਗੁਏਜ ਯੂਜ਼ ਕੀਤੀ ਜਾਏ। ਇਹ ਹੈ ਮੇਰਾ ਅਸ਼ਕਾਲ ਜਿਹੜਾ ਕਿ ਮੈਂ ਕੁਐਸਚਨ ਐਕਚੁਅਲੀ ਰੇਜ਼ ਕੀਤਾ ਹੈ। ਠੀਕ ਹੈ ਜੀ, ਤੁਹਾਡਾ ਸਵਾਲ ਮੈਂ ਸਮਝਦਾ ਵਾਂ ਕਿ ਜਿਹੜਾ ਮੈਂ ਇਸਲਾਮ 60 ਸਾਲ ਦੀ ਉਮਰ ਦੇ ਵਿੱਚ ਜਿੱਥੇ ਵੀ ਥੋੜ੍ਹਾ ਬਹੁਤ ਮੈਂ ਪੜ੍ਹਿਆ, ਬਾਕੀ ਕੁਝ ਲੋਕਾਂ ਦੀਆਂ ਮਹਿਫਲਾਂ 'ਚ ਬੈਠਿਆ, ਤਬਲੀਗੀ ਜਮਾਤ ਦੇ ਸਰਕਲ ਦੇ ਵਿੱਚ ਆਪਣੀ ਜਵਾਨੀ ਦੇ ਵਿੱਚ, ਉਸ ਤੋਂ ਬਾਅਦ ਵੀ ਜਿੱਥੇ ਮੁਸਲਮਾਨ, ਮੇਰਾ ਆਮਰ ਸਾਹਿਬ ਮੈਂ ਕਦੀ ਕਲੱਬ ਨਹੀਂ ਗਿਆ, ਸਿਗਰਟ ਨਹੀਂ ਪੀਂਦਾ, ਸ਼ਰਾਬ ਨਹੀਂ ਪੀਂਦਾ, ਅਵਾਰਾ ਲੋਕਾਂ ਨਾਲ ਮੇਰੀ ਕੋਈ ਮਹਿਫਲ ਨਹੀਂ, ਠੀਕ ਹੈ। ਮੈਂ ਫਿਲਮਾਂ ਨਹੀਂ ਵੇਖੀਆਂ, ਨਾ ਇੰਡੀਆ ਦੀਆਂ, ਨਾ ਪਾਕਿਸਤਾਨ ਦੀਆਂ, ਨਾ ਅਮਰੀਕਾ ਦੀਆਂ, ਕੋਈ ਇਸ ਕਿਸਮ ਦਾ ਦੁਨੀਆ ਜਾਣ ਦਾ ਕੋਈ ਸ਼ੌਕ ਨਹੀਂ, ਠੀਕ ਹੈ। ਮੈਂ ਇੱਕ ਬਿਲਕੁਲ ਸਾਦਾ ਜਿਹਾ ਬੰਦਾ ਵਾਂ, ਪੇਂਡੂ ਜਿਹਾ। ਅਮਰੀਕਾ ਮੈਂ ਆ ਗਿਆ, ਬਹੁਤ ਹਾਈ ਲੈਵਲ ਦੇ ਮਾਡਰਨਿਸਟ ਲਾਈਫ ਸਟਾਈਲ 'ਚੋਂ ਮੈਂ ਗੁਜ਼ਰ ਕੇ ਸਾਦਾ ਤਰੀਨ ਇਨਸਾਨ ਹਾਂ ਮੈਂ, ਬੇਸਿਕ ਲੈਵਲ ਦਾ ਮੈਂ ਮੁਸਲਮਾਨ ਹਾਂ, ਠੀਕ ਹੈ ਜਨਾਬ। ਸੱਚ ਨੂੰ ਸੱਚ ਬੋਲਣਾ ਵਾ, ਬੁਰੇ ਨੂੰ ਬੁਰਾ ਕਹਿਣਾ, ਨੇਕੀ ਦੀ ਗੱਲ ਕਰਨਾ, ਲੜਦਾ ਝਗੜਦਾ ਨਹੀਂ ਕਿਸੇ ਨਾਲ, ਕੋਈ ਲੜੇ ਝਗੜੇ ਮਾਰ ਜਾਏ ਉਹਨੂੰ ਐਡਵਾਂਸ ਮਾਫੀ, ਕਿਸੇ ਹੁਣ ਵੀ ਕਰਨੀ ਜਿਹਨੂੰ ਉਹਨੂੰ ਵੀ ਮਾਫੀ। ਤੇ ਮੈਂ ਆਪਣੇ ਜਿਹਾ ਤਰਜ਼ੇ ਅਮਲ, ਮੈਨੂੰ ਅਜੇ ਤੱਕ ਕੋਈ ਬੰਦਾ ਨਹੀਂ ਮਿਲਿਆ ਐਸਾ ਜਿਹਨੇ ਮੈਨੂੰ ਇਹ ਤਰਜ਼ੇ ਅਮਲ ਰਿਟਰਨ ਕੀਤਾ ਹੋਵੇ। ਯਾਨੀ ਨਿਉਂਦਰਾ ਪਾਈ ਦਾ ਨਾ, ਨਿਉਂਦਰਾ ਪਾਈ ਦਾ ਜਿਹੜਾ ਉਹ ਮੈਂ ਜਿਹੜਾ ਨਿਉਂਦਰਾ ਪਾਇਆ ਨਾ, ਮੈਨੂੰ ਅੱਜ ਤੱਕ ਕਿਸੇ ਲੁਟਾਇਆ ਨਹੀਂ। ਤੇ ਮੇਰੇ ਘਰ ਦੇ ਵੀ ਜਿਹੜੇ ਨੇ, ਮੇਰੇ ਇੱਕ ਭਾਈ, ਦੋ ਭੈਣਾਂ ਤੇ ਮੇਰੇ ਵਾਲਦੈਨ, ਉਹਨਾਂ ਨੂੰ ਮੇਰੇ ਨਾਲ ਇਹ ਸ਼ਿਕਾਇਤ ਸੀ ਕਿ ਤੈਨੂੰ ਮਤਲਬ ਨਜਾਇਜ਼ ਲੋਕਾਂ ਨੂੰ ਫਾਇਦੇ ਦੇਣਾ ਹੈ ਤੇ ਗੁੱਸਾ ਨਹੀਂ ਉਹ ਕਰਦਾ, ਤੇ ਇਹ ਜਿਹੜਾ ਇਹ ਕੌੜ ਵੀ ਕਰਿਆ ਕਰ, ਤੇ ਉਹ ਮੈਨੂੰ ਆਈ ਨਹੀਂ, ਠੀਕ ਹੈ। ਇਹ ਮੇਰੀ ਕਮਜ਼ੋਰੀ, ਠੀਕ ਹੈ। ਜੀ ਉਹ ਮੈਂ ਤੁਹਾਡਾ ਮਿਜ਼ਾਜ ਸਮਝ ਗਿਆ ਵਾਂ ਕਿ ਤੁਹਾਡੇ ਇਰਦ ਗਿਰਦ ਜਿਹੜੇ ਨਾ ਤੁਹਾਡੇ ਦੁਸ਼ਮਣ ਜ਼ਿਆਦਾ ਨੇ, ਤੁਹਾਡੇ ਖਿਲਾਫ ਜ਼ਿਆਦਾ ਨੇ, ਤੁਹਾਡੇ ਆਪਣੇ ਘੱਟ ਨੇ, ਕਿ ਤੁਹਾਡਾ ਮਿਜ਼ਾਜ ਹੋਰ ਤਰੀਕੇ ਦਾ ਹੈ, ਬੜਾ ਮੁਖਤਲਿਫ ਜਿਹਾ ਮਿਜ਼ਾਜ। ਮੈਂ ਸਮਝਣਾ ਕਿ ਕਿਸੇ ਬੰਦੇ ਨੂੰ ਨੁਕਸਾਨ ਪਹੁੰਚਾਉਣਾ ਇੱਕ ਬਿਮਾਰੀ ਦੀ ਹੱਦ ਤੱਕ ਮੇਰਾ ਇਹ ਸ਼ੌਕ ਹੈ ਕਿ ਕਿਸੇ ਨੂੰ ਵੀ ਨੁਕਸਾਨ ਨਾ ਪਹੁੰਚਾਓ, ਜੋ ਮਰਜ਼ੀ ਕੋਈ ਕਰ ਜਾਏ, ਠੀਕ ਹੈ। ਬੜਾ ਭਾਈ ਮੈਂ ਮਾਜ਼ਰਤ ਚਾਹਨਾ, ਇਹ ਹੁਣ ਅਮਰ ਸਾਹਿਬ ਸਾਦਾ ਜੀ ਅਪਰੋਚ ਹੈ ਨਾ ਇੱਕ ਮੁਸਲਮਾਨ ਦੀ, ਕਿ ਉਹ ਇਹ ਮੰਨ ਬੈਠਾ ਹੈ ਕਿ ਜਿਹੜੀ ਕੁਰਾਨ 'ਚ ਗੱਲ ਲਿਖੀ ਹੈ ਨਾ ਉਹ ਵਾਕਈ ਇੰਜੇ ਮੰਨਣੀ। ਮਤਲਬ ਵੇਖੋ ਨਾ ਕਿੰਨਾ ਸਟੂਪਿਡ ਮੈਂ ਇੱਕ ਐਸਾ ਇਡੀਅਟ ਜਿਹਾ ਮੁਸਲਮਾਨ ਤੁਹਾਨੂੰ ਮਿਲਿਆ ਵਾਂ ਕਿ ਜਿਹੜਾ ਵਾਕਈ ਉਹ ਗੱਲ ਉਂਝੇ ਸਮਝਦਾ ਪਿਆ ਜਿਵੇਂ ਲਿਖੀ, ਕਿ ਭਾਈ ਹਾਂ ਦੂਜਿਆਂ ਦੇ ਖੁਦਾਵਾਂ ਨੂੰ ਵਾਕਈ ਬੁਰਾ ਨਹੀਂ ਕਹਿਣਾ ਯਾਰ, ਕਿਉਂਕਿ ਉਹ ਵਰਨਾ ਸਾਡੇ ਸੱਚੇ ਖੁਦਾ ਨੂੰ ਕਹਿਣਗੇ। ਮੈਂ ਉਹ ਮੰਨ ਬੈਠਾ ਜੀ। ਅੱਛਾ, ਫਿਰ ਨਾ ਮੈਂ ਉਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਗੱਲਾਂ ਵੀ ਮੰਨ ਬੈਠਾ ਵਾਂ ਕਿ ਬੁਰਾਈ ਨਹੀਂ ਕਰਨੀ, ਆਲਾ ਇਖਲਾਕ ਦਾ ਮੁਜ਼ਾਹਰਾ ਕਰਨਾ, ਕੋਈ ਬੁਰਾ ਕਹਿ ਦੇ ਉਹਨੂੰ ਭੈੜਾ ਨਹੀਂ ਕਹਿਣਾ, ਕਿਸੇ ਦੀ ਮਾਂ ਭੈਣ ਦੀ ਬਦਤਜ਼ੀਬੀ ਨਹੀਂ ਕਰਨੀ, ਚਾਹੇ ਕੋਈ ਕਾਫਰੀ ਦੁਸ਼ਮਣੀ, ਬਦਤਰ ਦੁਸ਼ਮਣ ਵੀ ਕਿਉਂ ਨਾ ਹੋਵੇ। ਤੇ ਇਹਨਾਂ ਗੱਲਾਂ ਤੇ ਉਹ ਜਿਹੜੀਆਂ ਮੈਨੂੰ ਉਹ ਉਸਤਾਦਾਂ ਕਿਸੇ ਸਾਦਾ ਜਿਹੇ ਬੰਦਿਆਂ ਨੇ ਪੜ੍ਹਾਈਆਂ ਸਨ, ਮੌਲਵੀਆਂ ਨੇ ਜਿਨ੍ਹਾਂ ਨਾਲ ਕੋਈ ਬਹਿਣ ਉੱਠਣ ਰਿਹਾ, ਠੀਕ ਹੈ ਜੀ, ਉਹ ਜੁਨੈਦ ਜਮਸ਼ੇਦ ਵਰਗੇ, ਤਾਰਿਕ ਜਮੀਲ ਵਰਗੇ,
ਇਹ ਉਹ ਜਵੇਦ ਨਾਸਰ ਵਰਗੇ ਉਹ ਜਨਰਲ ਸੀ ਇੱਕ, ਉਸ ਮੇਰੇ ਭਾਈ ਦੇ ਜਿਹੜੇ ਜਿਨ੍ਹਾਂ ਨਾਲ ਵੈਨ ਉੱਠਣ, ਮੈਂ ਉਹਨਾਂ ਦੇ ਨਾਂ ਪੈ ਲੈਣਾ, ਉਹਨਾਂ ਤੋਂ ਥੱਲੇ ਵੀ ਲੈਵਲ ਦੇ ਜਿਨ੍ਹਾਂ ਨਾਲ ਬੈਠਾ, ਉਹਨਾਂ ਇਹ ਵਜੀਆਂ ਗੱਲਾਂ ਸਿਖਾਤੀਆਂ, ਉਹ ਮੈਂ ਉਹਨਾਂ ਨੂੰ ਸੱਚੀਆਂ ਮੰਨ ਬੈਠਾ। ਠੀਕ ਮੈਂ ਪਾਗਲ ਤੇ ਨਹੀਂ ਆਪਣਾ ਅਮਰ ਸਾਹਿਬ, ਮੈਂ ਕਿ ਮੇਰਾ ਦਿਮਾਗ ਤੇ ਨਹੀਂ ਖਰਾਬ ਹੋਇਆ, ਜਾਂ ਮੈਂ ਮਤਲਬ ਗੁੰਮਰਾਹ ਤੇ ਨਹੀਂ, ਅਗਰ ਮੈਂ ਕੋਈ ਗਲਤ ਰਸਤੇ ਤੇ ਚੜੇ ਆ ਤੇ ਇਹ ਜਿਹੜੇ ਥੱਲੇ ਇਹ ਗਾਲੀ ਗਲੋਚ ਕਰ ਰਹੇ ਨੇ ਪਿਛਲੇ ਬੜਾ ਦੇਖੋ ਤੁਹਾਡਾ ਮੈਂ ਇਹਨਾਂ ਕੋਲੋਂ ਕੋਈ ਰੋਸ਼ਨੀ ਕਿਉਂ ਨਹੀਂ ਲੈ ਰਿਹਾ, ਮਤਲਬ ਮੈਨੂੰ ਕਿਉਂ ਨਹੀਂ ਇਹ ਕਿਉਂ ਇਹਨਾਂ ਨੂੰ ਇਹ ਗਲਤ ਸਮਝ ਰਿਹਾ ਤੇ ਕਿਉਂ ਇਹਨਾਂ ਦੇ ਬਾਰੇ ਚ ਕਹਿ ਰਿਹਾ ਗਲਤ ਹੋ ਰਿਹਾ ਇੰਨਾ ਜ਼ਿਆਦਾ। ਮੇਰੀ ਗੱਲ ਸੁਣੋ, ਤੁਹਾਡਾ ਮੌਕਫ ਆ ਸੈਲਫ ਆਈਸੋਲੇਸ਼ਨ ਜਿਹੜਾ ਨਾ, ਇਹ ਨਹੀਂ ਆਪਣੇ ਆਪ ਨੂੰ ਕਰਨੀ ਧੱਕੇ ਨਾਲ, ਯਾਨੀ ਆਪਣੇ ਉੱਤੇ ਆਪ ਨਹੀਂ ਬਰਡਨ ਪਾਓ ਤੁਸੀਂ। ਬਸ ਕੁਰਾਨ ਦੇ ਵਿੱਚ ਅੱਲਾਹ ਤਾਲਾ ਨੇ ਫਰਮਾਇਆ ਹੈ ਕਿ ਆਪਣੀਆਂ ਜਾਨਾਂ ਦੇ ਨਾਲ ਆਪ ਜ਼ੁਲਮ ਨਹੀਂ ਕਰੋ। ਮਸਲਨ ਤੁਸੀਂ ਅਬਦੁਲ ਵੜੈਚ ਸਾਹਿਬ ਇੰਨਾ ਕੁ ਕਮੈਂਟ ਆਉਂਦਾ ਨਾ, ਮੈਨੂੰ ਮੈਂ ਨਹੀਂ, ਮੇਰੀ ਗੱਲ ਸੁਣੋ, ਮੇਰਾ ਮਕਸਦ ਹੀ ਨਹੀਂ ਨਾ ਹੈ ਕਿ ਮੈਂ ਸੈਲਫ ਪ੍ਰੋਜੈਕਸ਼ਨ ਕਰਾਂ, ਮੇਰਾ ਤਾਂ ਮੌਕੇ, ਕਿਉਂਕਿ ਮੇਰੀ ਤਾਂ ਹੈਸੀਅਤ ਹੀ ਕੋਈ ਨਹੀਂ ਕਿ ਮੈਂ ਤੁਹਾਨੂੰ ਦੱਸਾਂ ਮੈਨੂੰ ਕੀ ਕਮੈਂਟ ਆਉਂਦਾ ਤੇ ਕੀ ਮੇਲ ਆਉਂਦੀ ਹੈ ਤੇ ਉਸ ਤੋਂ ਬਾਅਦ ਮੈਂ ਕੀ ਪਿਆ ਕਰਨਾ। ਮੈਂ ਕਦੇ ਲਈ ਤੁਹਾਨੂੰ ਦੱਸਾਂ, ਕਿਉਂਕਿ ਮੈਂ ਅੱਲਾਹ ਦੀ ਖਾਤਰ ਬਰਦਾਸ਼ਤ ਕੀਤਾ ਹੋਇਆ, ਤਾਂ ਮੈਂ ਕਦੇ ਲਈ ਤੁਹਾਨੂੰ ਦੱਸ ਕੇ ਜ਼ਾਇਆ ਕਰਾਂ। ਹੁਣ ਨਾ ਤੁਸੀਂ ਸੂਰਾ ਸ਼ੂਰਾ ਦੀ ਆਇਤ 40 ਨਾ ਇਹਨੂੰ ਲਿਖ ਲਿਆ ਜੇ ਵੜੈਚ ਸਾਹਿਬ, ਕਿਉਂਕਿ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਉਹ ਬਿਲਕੁਲ 110% ਕੁਰਾਨ ਦੇ ਵਿੱਚ ਲਿਖਿਆ ਹੈ, ਹਦੀਸ ਦੇ ਵਿੱਚ ਲਿਖਿਆ ਹੈ, ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦਾ ਮੌਕਫ। ਮਗਰ ਇੱਕ ਯਾਦ ਰੱਖਣੀ ਹੈ ਵੜੈਚ ਸਾਹਿਬ ਚੀਜ਼, ਪੂਰੀ ਦੁਨੀਆ ਦੇ ਵਿੱਚ ਮਾਡਰਨ ਸਿਵਲਾਈਜ਼ਡ ਕਨਸਟੀਟਿਊਸ਼ਨਸ ਦੇ ਵਿੱਚ ਸੈਲਫ ਡਿਫੈਂਸ ਦਾ ਰਾਈਟ ਦਿੱਤਾ ਗਿਆ। ਇੱਕ ਟ੍ਰੈਸਪਾਸਰ ਭਾਵੇਂ ਤੁਹਾਡੇ ਤੇ ਕਾਤਲਾਨਾ ਹਮਲਾ ਨਹੀਂ ਕਰ ਰਿਹਾ, ਬਟ ਤੁਸੀਂ ਸੈਲਫ ਡਿਫੈਂਸ ਦੇ ਵਿੱਚ ਹੱਤਾ ਕਿ ਉਹਨੂੰ ਸ਼ੂਟ ਡਾਊਨ ਕਰ ਸਕਦੇ ਹੋ, ਲਮਾ ਪਾ ਸਕਦੇ ਹੋ। ਸੈਲਫ ਡਿਫੈਂਸ ਪੂਰੀ ਦੁਨੀਆ ਦੇ ਵਿੱਚ, ਯਾਨੀ ਤੁਸੀਂ ਥੱਕੜ ਤੋਂ ਥੱਕੜ ਥਰਡ ਵਰਲਡ ਕੰਟਰੀ ਦੇ ਵਿੱਚ ਚਲੇ ਜਾਓ ਨਾ, ਤੇ ਉੱਥੇ ਤੁਹਾਨੂੰ ਸੈਲਫ ਡਿਫੈਂਸ ਦੇ ਰੂਲਸ ਮਿਲਣਗੇ। ਕਿਆ ਕੁਰਾਨ ਅੱਲਾ ਮਾਫ ਕਰੇ ਤੁਹਾਨੂੰ ਸੈਲਫ ਡਿਫੈਂਸ ਤੋਂ ਬਿਲਕੁਲ ਤੁਹਾਨੂੰ ਕੀ ਤੁਹਾਡੇ ਹੱਥ ਪੈਰ ਬੰਨ ਕੇ ਮੁਆਸ਼ਰੇ ਦੇ ਵਿੱਚ ਛੱਡ ਦਿੰਦਾ ਹੈ, ਲੇਕਿਨ ਤੁਹਾਡੇ ਹੱਥ ਪੈਰ ਬੰਨ ਦਿਓ ਹੋ ਰਿਹਾ, ਇਹ ਤੇ ਐਕਸਟ੍ਰੀਮ ਹੋ ਰਹੀ ਹੈ ਨਾ। ਨਹੀਂ ਉਹ ਦੇਖੋ ਜਵਾਬ ਦਿੰਦੇ ਉਹਦਾ, ਮੈਨੂੰ ਜਵਾਬ ਦੀ ਕੁੜੀ ਐਸਾ ਛੱਡੀ ਨਹੀਂ ਨਾ ਜਿਹਨੂੰ ਨਹੀਂ ਦੋ ਚੀਜ਼ਾਂ ਮਿਕਸ ਹੋ ਰਹੀਆਂ ਨੇ। ਬੜਾ ਐਸਾ ਮੇਰੀ ਗੱਲ ਸੁਣ ਪਲੀਜ਼, ਕਿਉਂਕਿ ਦੇਖੋ ਮੈਂ ਇਹ ਗੱਲ ਕਰਨਾ ਹੀ ਨਹੀਂ ਸੱਚ ਆ ਰਿਹਾ। ਹੁਣ ਤੁਸੀਂ ਸਵਾਲ ਪੁੱਛਿਆ ਨਾ, ਤੈਨੂੰ ਸਵਾਲੀਆ ਰਹਿਣ ਦਿੰਦੇ ਆ ਬਜਾਏ ਦੇ ਕਿ ਕੱਜ ਬਹਿਸੀ ਹੋਵੇ, ਕਿਉਂਕਿ ਮੈਂ ਤੁਹਾਡੇ ਨਾਲ ਨਹੀਂ ਕਰਨਾ ਚਾਹੁੰਦਾ, ਮੈਂ ਆਪਣੇ ਮੁਸਲਮਾਨ ਨਾਲ ਨਹੀਂ ਜਿੱਤ ਸਕਦਾ, ਉਹਦੇ ਨਾਲ ਮੈਂ ਹਾਰਨਾ ਜ਼ਿਆਦਾ ਮੇਰਾ ਤਮਗਾ ਹੈ, ਠੀਕ ਹੈ ਨਾ। ਮੈਂ ਪਹਿਲਾਂ ਗੱਲ ਕਰ, ਤੈਨੂੰ ਸਵਾਲ ਰਹਿਣ ਦਿੰਦੇ। ਸੂਰੇ ਅਸ਼ੂਰਾ ਦੀ ਆਇਤ ਨੰਬਰ 40 ਜਿਹੜੀ ਹੈ ਨਾ, ਉਹ ਤੁਸੀਂ ਆਪਣੇ ਕੋਲ ਰੱਖ ਲੈਣੀ ਹੈ ਨੋਟ ਕਰਕੇ, ਇਹਨੂੰ ਪੜ੍ਹਨਾ ਜੇ ਤੇ ਮੈਨੂੰ ਦੱਸਣਾ ਜੇ। ਅੱਛਾ, ਇਸੇ ਤਰੀਕੇ ਨਾਲ ਇੱਕ ਹੋਰ ਮੈਂ ਆਇਤ ਤੁਹਾਨੂੰ ਸਿਰਫ ਕੋਟ ਕਰਕੇ ਫਿਰ ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ, ਠੀਕ ਹੈ। ਇਹ ਆਇਤ ਜੇ ਓਕੇ ਠੀਕ ਹੈ, ਇਹ ਮੇਰੇ ਹਾਲ ਨਾਲ ਹੋ ਜਾਏਗਾ। ਓਕੇ ਠੀਕ ਹੈ ਜੀ, ਮੇਰੇ ਖਿਆਲ ਨਾਲ ਇੱਕ ਕਾਫੀ ਫਿਲਹਾਲ ਦੂਸਰੀ ਵੀ ਇੱਕ ਆਇਤ ਹੈ ਉਹ ਵੀ ਦਿੱਤੀ ਜਾ ਸਕਦੀ ਸੀ। ਅੱਛਾ ਜੀ, ਇੱਕ ਔਰ ਆਇਤ ਦੇ ਦੇਣਾ ਵਾ, ਹਜ਼ਰਤ ਨੂਹ अलैहिस्सलातु वस्सलाम ਦੀ ਕੌਮ ਦਾ ਵਾਕਿਆ। ਇਹ ਵੀ ਤੁਸੀਂ ਵੇਖਣਾ ਕਿ ਕੁਰਾਨ ਕੀ ਬਿਆਨ ਕਰਦਾ ਹੈ। ਇਹ ਵੇ ਸੂਰੇ ਹੂਦ ਆਇਤ ਨੰਬਰ 38 ਤੇ ਸੂਰੇ ਸ਼ੂਰਾ ਦੀ ਆਇਤ ਨੰਬਰ 40, ਠੀਕ ਹੈ ਜੀ, ਔਰ ਸੂਰੇ ਹੂਦ ਦੀ ਆਇਤ ਨੰਬਰ 38। ਇਹ ਚੀਜ਼ਾਂ ਤੁਸੀਂ ਆਇਤਾਂ ਪੜ੍ਹਨੀਆਂ ਨੇ। ਹੁਣ ਆ ਜਾਂਦੇ ਆ ਦੋ ਮੁਖਤਲਿਫ ਚੀਜ਼ਾਂ ਦੀ ਤਰਫ। ਬੜਾ ਸਭ ਮੇਰੀ ਗੱਲ ਬੜੇ ਗੌਰ ਨਾਲ ਸੁਣਨੀ ਜੇ। ਇੱਕ ਸਵਾਲ ਕਰ ਲੈ, ਇੱਥੇ ਕਲੀ ਸਵਾਲ ਕਰ ਲਾ ਜੀ ਜੀ ਜੀ। ਇਹ ਜਿਹੜੀਆਂ ਆਇਤਾਂ ਮੈਂ ਪੜ੍ਹਨੀਆਂ ਨੇ, ਇਹਨਾਂ ਤੇ ਮੈਂ ਅਮਲ ਵੀ ਕਰਨਾ ਹੈ ਜਾਂ ਸਿਰਫ ਪੜ੍ਹਨੀਆਂ ਨੇ? ਅੱਛਾ, ਉਹ ਤੁਸੀਂ ਪੜ੍ਹੋ ਤਾਂ ਸਹੀ, ਤੁਸੀਂ ਕਹੋਗੇ ਇਹਦੇ ਤੇ ਮੈਂ ਅਮਲ ਕਿਉਂ ਨਹੀਂ ਕੀਤਾ। ਤੇ ਗੁੱਸਾ ਨਹੀਂ ਕਰਨਾ, ਠੀਕ ਹੈ। ਕੁਰਾਨ ਦੇ ਵਿੱਚ ਅੱਲਾਹ ਲਿਖਿਆ ਫੌਕ ਕੁੱਲੂ ਜ਼ੀ ਇਲਮਨ ਅਲੀਮ, ਹਰ ਚੀਜ਼ ਬੰਦਾ ਦੂਸਰੇ ਕੋਲੋਂ ਸਿੱਖਦਾ ਹੈ। ਉਮਰ ਇਸਲਾਮ ਜਿਹੜਾ ਨਾ ਉਹ ਸਾਰੀ ਜ਼ਿੰਦਗੀ ਸਿੱਖਣ ਦਾ ਕਹਿੰਦਾ ਹੈ। ਇਹ ਨਹੀਂ ਕਿ ਤੁਹਾਡੀ ਇੱਕ ਸਰਟਨ ਏਜ ਪਹੁੰਚੀ ਹੈ ਤੁਸੀਂ ਹੁਣ ਸਿੱਖਣਾ ਨਹੀਂ, ਠੀਕ ਹੈ ਨਾ। ਸਿੱਖਣਾ ਹੈ, ਮੈਂ ਤੁਹਾਡੇ ਕੋਲੋਂ ਸਿੱਖਣਾ ਹੈ। ਮਿਸਾਲ ਤੌਰ ਤੇ ਮੈਂ ਤੁਹਾਡੇ ਕੋਲ ਜ਼ਿੰਦਗੀ ਦਾ ਤਜਰਬਾ ਸਿੱਖਣਾ ਹੈ, ਹੋ ਸਕਦਾ ਤੁਸੀਂ ਮੇਰੇ ਕੋਲੋਂ ਕੋਈ ਟੁੱਟੀ ਭੱਜੀ ਚੀਜ਼ ਸਿੱਖ ਲਵੋ, ਠੀਕ ਹੈ ਨਾ, ਛੋਟੀ ਮੋਟੀ ਜਿਹੜੀ ਤੁਹਾਨੂੰ ਪਹਿਲਾਂ ਹੀ ਆਉਂਦੀ ਹੋਵੇ, ਇਹ ਵੀ ਹੋ ਸਕਦਾ। ਤੇ ਫਰਕ ਇਹ ਵੇ ਕਿ ਤੁਸੀਂ ਉਹ ਕੁਰਾਨ ਦੀ ਆਇਤਾਂ ਦੋਵੇਂ ਪੜ੍ਹਨੀਆਂ ਨੇ, ਉਸ ਤੋਂ ਬਾਅਦ ਮੈਨੂੰ ਕਹਿਣਾ ਹੈ ਕਿ ਬਈ ਮੈਂ ਇਹਦੇ ਤੇ ਅਮਲ ਕਰਨਾ ਹੈ ਅੱਜ ਤੋਂ, ਠੀਕ ਹੈ ਜੀ। ਅੱਛਾ, ਇੱਕ ਤੇ ਇਹ ਚੀਜ਼। ਦੂਸਰਾ ਜੰਨੇ ਸਵਾਲ ਜਿਹੜਾ ਤੁਸੀਂ ਰੱਖਿਆ ਅਫਜ਼ਲ ਵੜੈਚ ਸਾਹਿਬ, ਜਿੱਥੇ ਤੱਕ ਗੱਲ ਹੈ ਉਹ ਆਮਨ ਨਜ਼ੀਰ ਸਾਹਿਬ ਨੇ ਕਲੀਅਰ ਕਰ ਦਿੱਤੀ ਹੈ। ਮੇਰੇ ਖਿਆਲ ਨਾਲ ਉਹਦੇ ਉੱਤੇ ਮੈਂ ਜਵਾਬ ਦਿਆਂ ਤਾਂ ਉਹ ਇਸ ਤਰ੍ਹਾਂ ਤਾਸੁਰ ਜਾਏਗਾ ਕਿ ਸ਼ਾਇਦ ਆਮਨ ਨਜ਼ੀਰ ਸਾਹਿਬ ਨੇ ਕੋਈ ਦੀ ਗੱਲ ਦਾ ਜਵਾਬ ਨਹੀਂ ਦਿੱਤਾ ਜਾਂ ਕੋਈ ਗੱਲ ਨਹੀਂ ਕੀਤੀ ਤੇ ਤੁਹਾਡੇ ਦੀ ਸ਼ਫੀ ਨਹੀਂ ਹੋਈ। ਅਲਬੱਤਾ ਮੈਂ ਆਪਣਾ ਮੌਕਫ ਦੋ ਟੋਕ ਦੇ ਦੇਣਾ, ਕਿਉਂਕਿ ਮੈਂ ਆਇਆ ਵਾਂ ਹੁਣ ਤੇ ਉਹ ਗੱਲ ਪੁਰਾਣੀ ਚੱਲਦੀ ਹੋਏਗੀ। ਮੈਨੂੰ ਉਮੀਦ ਹੈ ਕਿ ਉਹਨਾਂ ਨੇ ਜਾਂ ਤੁਸੀਂ ਸਵਾਲ ਰੱਖਿਆ ਹੋਏਗਾ ਤਾਂ ਉਹਨਾਂ ਜਵਾਬ ਦਿੱਤਾ ਹੋਏ। ਉਹ ਵੜੈਚ ਸਾਹਿਬ ਇਹ ਵੇ, ਜਿੱਥੇ ਤੱਕ ਅਸੀਂ ਮਸਊਲ ਹਾਂ, ਇਹ ਮੇਰੀ ਗੱਲ ਦੇਣ 'ਚ ਰੱਖਣੀ ਜੇ ਵੜੈਚ ਸਾਹਿਬ, ਨਾ ਤੇ ਮੇਰਾ ਕੋਈ ਸਟੂਡੈਂਟ ਜੇ,
ਨਾ ਮੇਰਾ ਕੋਈ ਚੇਲਾ ਜੇ, ਨਾ ਮੈਂ ਕਿਸੇ ਦਾ ਉਸਤਾਦ ਜੇ, ਮੈਂ ਕਲਾਕਾਰਾ ਬੰਦਾ ਵਾਂ। ਮੈਂ ਮਸਊਲ ਹਾਂ ਅੱਜ ਵੀ ਦੁਨੀਆ 'ਚ ਤੇ ਕੱਲ ਕਿਆਮਤ ਦੇ ਵਿੱਚ ਵੀ। ਮੈਂ ਅੱਲਾ ਦੇ ਸਾਹਮਣੇ ਆਪ ਪੇਸ਼ ਹੋਣਾ, ਅੱਲਾ ਦੇ ਸਾਹਮਣੇ ਆਪਣੀ ਗੱਲ ਦਾ ਜਵਾਬ ਦੇਣਾ। ਤੇ ਮੈਂ ਤੁਹਾਨੂੰ ਦੱਸਣਾ ਪਿਆ, ਮੈਂ ਕਦੀ ਵੀ ਕਿਸੇ ਮਾਮਲੇ ਦੇ ਉੱਤੇ ਇਨਸ਼ਾਅੱਲਾ ਹੱਥੁਲ ਵਸਾ ਕੋਸ਼ਿਸ਼ ਕਰਾਂਗਾ ਕਿ ਕੋਈ ਐਸੀ ਚੀਜ਼ ਇਸਤੇਮਾਲ ਨਾ ਕਰਾਂ ਜਿਹੜੀ ਕੁਰਾਨ ਦੇ ਮੁਖਾਲਿਫ ਜਾਂਦੀ ਹੋਵੇ। ਕੋਸ਼ਿਸ਼ ਕਰਾਂਗਾ, ਇਨਸਾਨ ਆ, ਮੇਰੀ ਗਲਤੀ ਹੋ ਸਕਦੀ ਹੈ, ਤੁਸੀਂ ਮੇਰੀ ਇਸਲਾਹ ਕਰੋ, ਠੀਕ। ਇਹ ਚੀਜ਼ ਹੈ। ਤੇ ਬਹਰਹਾਲ ਮੇਰੇ ਖਿਆਲ ਨਾਲ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਫਲਾਂ ਨੇ ਜੀ ਗ੍ਰੈਜੂਏਟ ਕੀਤਾ ਜਾਂ ਫਲਾਂ ਨੇ ਤਰੀਕਾਕਾਰ ਇਖਤਿਆਰ ਕੀਤਾ ਹੈ। ਤੁਹਾਡਾ ਗਿਲਾ ਬਿਲਕੁਲ ਹੱਕ ਬਜਾਨਿਬ ਹੈ। ਜਿਨ੍ਹਾਂ ਨੇ ਕੀਤਾ ਹੈ ਉਹਨਾਂ ਦੀ ਇਸਲਾਹ ਹੋਣੀ ਚਾਹੀਦੀ। ਅੱਲਾ ਉਹਨਾਂ ਨੂੰ ਹਿਦਾਇਤ ਦੇਵੇ, ਅੱਲਾ ਉਹਨਾਂ ਨੂੰ ਸਬਰ ਦੇਵੇ। ਔਰ ਜੋ ਵੀ ਜਜ਼ਬਾਤੀ ਨੇ, ਯਕੀਨਨ ਜਦੋਂ ਕੌਮ ਇੱਕ ਇਮੋਸ਼ਨਲ ਹੁੰਦੀ, ਜਜ਼ਬਾਤੀ ਹੁੰਦੀ ਹੈ, ਉਹ ਮਾਮਲਾ ਕਰਦੀ ਹੈ। ਵੇਅਰਐਜ਼ ਜਮਾਤ ਅਹਿਮਦੀਆ ਨੇ ਜੋ ਤਰੀਕਾ ਇਖਤਿਆਰ ਕੀਤਾ ਹੈ ਉਹ ਵੀ ਇਸ ਟਾਈਮ ਪਬਲਿਕ ਦੇ ਸਾਹਮਣੇ ਆਉਣਾ ਬੜਾ ਜ਼ਰੂਰੀ ਹੈ। ਜੋ ਸਮਝਣਾ ਚਾਹੀਦਾ ਉਹ ਇਹ ਵੇ ਕਿ ਰਾਜਾ ਅਤਾਉਲ ਮਨਾਨ ਵਰਗਾ कपड़ियाँ जो बाहर आ गया, आप अंदाज़ा करें। यानी राजा उताल मन्नान को ये कहा गया कि तू अपनी भैन का रिश्ता मैनू देना है, यानी आमिर हक नू मैं पूछना पिया। तो मैं तो शेरवानी पाई हुई है, मैं तो रेडी हाँ, बल्कि अफजल वड़ैच साहब को रुमाल भी उधारा ले लाँगा नक ते रखने वास्ते, ठीक है ना। अमेरिका च होंदे ने डॉलर्स दे विच कमांदे ने सर। तो मकसद कहने का ये है कि अताउल मन्नान साहब ने जो रवैया इख्तियार किया इस मामले पे, एमजी साहब ने जो रवैया इख्तियार किया, उन गटर के चमूनों ने जो तरीकाकार इख्तियार किया, तो उस पर भी हम लोगों को बात करनी है। और मैं समझता हूँ बिलाल हनीफ साहब, अहीर साहब, इसके ऊपर बात चलाई जाए। अमन नज़ीर साहब का मौक़िफ़ आ गया, वड़ैच साहब का मौक़िफ़ आ गया, क्यों ना जमात अहमदिया का मौक़िफ़ भी अब सामने आए। ये ज़्यादती होगी तो जमात अहमदिया का मौक़िफ़ पेश किया जाए। जी ये माँ भैन दियाँ जिस तरह गालां कढ़दे जे, जो ज़ुबान इस्तेमाल करदे जे, वो पब्लिक के सामने आनी बड़ी ज़रूरी है। राजा उताल मन्नान साहब का मसला हाले तक हल नहीं होया कि गवाह अमर नज़ीर साहब गवाह मैनू फाइनल कर दिओ कि आंसर अदा बनेगा या टुथलैस गंडोया राजा उताल मन्नान साहब की जिहड़ी भैन दा रिश्ता आएगा जदों जी। ਇਹਦਾ ਵੀ ਫੈਸਲਾ ਬਿਲਾਲ ਭਾਈ ਕਰਨਗੇ ਕਿਹਨੂੰ ਗਵਾਹ ਬਣਾਉਣਾ। ਲੇਕਿਨ ਗੱਲ ਇਹ ਹੈ ਕਿ ਵੜੈਚ ਸਾਹਿਬ ਇਹ ਜਿਹੜੇ ਨੇ ਨਾ ਜਿਹਨੂੰ ਤੁਸੀਂ ਵੀ ਗੈਂਗ ਨਾਂ ਪੇ ਦਿੰਦੇ ਹੋ, ਤੇ ਅਸਲ ਗੱਲ ਇਹ ਵੀ ਜਿਸ ਤਰ੍ਹਾਂ ਅਮਰ ਭਾਈ ਪੇ ਕਹਿੰਦੇ ਨੇ ਨਾ ਸੈਲਫ ਆਈਸੋਲੇਸ਼ਨ ਦਾ ਸ਼ਿਕਾਰ ਹੋਣਾ, ਇਹ ਅਸਲ ਗੱਲ ਇਹ ਹੈ ਕਿ ਤੁਸੀਂ शायद ज़ाहिर तजर्बा घट है ना, ये इतने नहीं ना, तो ये शुरू नहीं हुई। टिकटॉक बड़ा यानी तेज़ी नाल चलता। सुबह उठने है ना, अल्लाह की कसम खा के आना, शायद 80% दिन ऐसे होंगे अगर मैं गिना तो कि मैं सवेरे उठना या मेरे बाप की फोटो लगी होंगी या मेरी माँ की फोटो लगी होंगी या वैसे मैं मरजाई गालां कड्ढन लगी जो मैं बरा डान करना। मुसलमान जिहड़े ने वो तां तुहाडे नाल मुहब्बत करदे ने जदों तुसीं तुहानूं मुसलमान बन के वेखदे ने कि तुसीं इस्लाम दा दफा करदे हो और कुफर उत्ते और कुफार उत्ते तुसीं अटैक करदे हो और तुसीं उन्हां दी मजम्मत करदे हो। ते मुसलमान तुहाडे नाल आपे प्यार करना, ओहदा नाम तुसां गैंग रख लिया, ओहदा नाम तुसां गालियां रख लिया। ਉਹ जिस तरह तुसीं अपने आप नूं अलहदा करके तुसीं पे फरमांदे हो बई ਇਹ ਤੇ ਜਿਹੜੇ ਨੇ ਸਾਰੇ ਗਾਲੀਬਾਜ਼ ਨੇ ਤੇ ਮੈਂ ਤੇ ਬੜਾ ਆਲਾ ਇਖਲਾਕ ਦਾ ਮਾਲਕ ਹਾਂ ਤੇ ਵੱਡੇ ਵੇਲੇ ਮੇਰੀ ਕੋਈ ਦੁਕਾਨ ਐਸੀ ਹੋਣੀ ਚਾਹੀਦੀ ਹੈ, ਐਸਾ ਕੋਈ ਥੋਕ ਦਾ ਮੇਰਾ ਕਾਰੋਬਾਰ ਚੱਲਣਾ ਚਾਹੀਦਾ ਹੈ ਕਿ ਸਾਰਾ टिकटॉक ਦਾ ਜਿੰਨੀ ਟ੍ਰੈਫਿਕ ਹੈ ਉਹ ਸਾਰੀ ਮੇਰੇ ਨਾਲ ਆ ਜਾਏ, ਕਿਉਂਕਿ ਇਹ ਕੋਈ ਬੰਦਾ ਦੁਨੀਆ ਦਾ ਸਭ ਤੋਂ ਜ਼ਿਆਦਾ ਬਾ ਇਖਲਾਕ ਨਜ਼ਰ ਆ ਗਿਆ। ਨਹੀਂ ਐਸੀ ਗੱਲ ਨਹੀਂ, ਬਿਲਕੁਲ ਨਹੀਂ ਐਸੀ ਗੱਲ। ਮਤਲਬ ਤੁਸੀਂ ਆਪਣੇ ਆਪ ਨੂੰ ਜਿਹੜਾ ਬੰਦਾ ਮੇਰੀ ਤਬੀਅਤ ਦਾ ਹੁੰਦਾ ਨਾ, ਮਲੰਗ ਹੁੰਦਾ, ਉਹਨੂੰ ਇਸ ਗੱਲ ਦਾ ਗਰਜ਼ ਹੀ ਕੋਈ ਨਹੀਂ ਕਿ ਹੂ ਥਿੰਕਸ ਵਾਟ। ਇਹ ਗੱਲ ਲਿਖ ਲਓ। ਬਹਰਹਾਲ ਤੁਸੀਂ ਆਪਣੇ ਆਪ ਨੂੰ ਜਿਸ ਤਰ੍ਹਾਂ ਅਲੱਗ ਕਰਕੇ ਆਪਣੇ ਆਪ ਨੂੰ ਬਿਆਨ ਪੇ ਕਰਦੇ ਹੋ ਨਾ ਕਿ ਮੈਂ ਇੰਜ ਦੇਖਿਆ, ਮੈਂ ਇੰਜ ਚਾਹਨਾ, ਉਹਦਾ ਮਤਲਬ ਜਿਹੜਾ ਨਾ ਉਹ ਬੜਾ ਹੀ ਖਤਰਨਾਕ ਹੈ। ਨਹੀਂ ਅਮਰ ਸਾਹਿਬ, ਜਿਹੜਾ ਮੇਰੀ ਤਬੀਅਤ ਦਾ ਬੰਦਾ ਹੁੰਦਾ ਨਾ, ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿ ਹੂ ਸੇਜ਼ ਵਾਟ ਐਂਡ ਹੂ ਥਿੰਕਸ ਵਾਟ। ਇਹ ਕਿਉਂਕਿ ਇਹ ਤੇ ਬੇਨਿਆਜ਼ ਹੋ ਕੇ ਬੰਦਾ ਇਹ ਤਰਜ਼ੇ ਅਮਲ ਇਖਤਿਆਰ ਕਰਦਾ ਨਾ। ਜਿਹੜਾ ਬੰਦਾ ਪਪੂਲੈਰਿਟੀ ਕੰਟੈਸਟ ਵਿੱਚ ਆ, ਮੈਨੂੰ ਹਜ਼ਾਰਾਂ ਲੋਕ ਮੇਰੇ ਪਿੱਛੇ ਭੱਜ ਰਹੇ ਨੇ ਤੇ ਮੈਂ ਉਹਨਾਂ ਦੇ ਅੱਗੇ ਪੀਰ ਬਣ ਕੇ ਕਿਉਂ ਨਹੀਂ ਫਿਰ ਬਹਿ ਜਾਂਦਾ, ਲੀਡਰ ਬਣ ਕੇ ਤੇ ਉਹਨਾਂ ਨੂੰ ਯੂਜ਼ ਕਰਦਾ ਰਵਾਂ। ਇਹ ਗੱਲ ਅਗਰ ਮੈਂ ਕਰਨੀ ਹੋਵੇ ਤੇ ਮੈਂ ਕਰ ਸਕਦਾ ਸਾਂ ਨਾ, ਤੇ ਹੁਣ ਵੀ ਕਰ ਸਕਦਾ। ਅਮਰ ਹਕ ਭਾਈ ਕਰ ਗਏ ਸਾਰੇ ਹੋ ਗਈ ਗੱਲ। ਅਸੀਂ ਹੁਣ ਇਹਨੂੰ ਇੱਥੇ ਫਿਨਿਸ਼ ਕਰਨੇ ਇਸ ਗੱਲ ਨੂੰ। ਹਾਂ ਬਸ ਹੋ ਗਈ ਹੈ। ਬੜੀ ਖੂਬਸੂਰਤ ਸਾਰਿਆਂ ਨੇ ਆਪਣਾ ਮੌਕਫ ਰੱਖਤਾ ਹੈ ਔਰ ਜੋ ਕਿ ਮੁਸਲਮਾਨ ਭਾਈ ਨੇ ਸਾਰੇ, ਤੇ ਇਨਸ਼ਾਅੱਲਾ ਅਫਜ਼ਲ ਭਾਈ ਮੇਰੇ ਵੱਲੋਂ ਵੀ ਇੱਕ ਪੱਪੀ ਇੱਧਰ ਤੇ ਇੱਕ ਪੱਪੀ ਉੱਧਰ, ਕਿਉਂਕਿ ਉਹ ਹਲਕਾ ਜਿਹਾ ਤੁਸੀਂ ਮੇਰੀ ਵੀ ਗੱਲ ਕੀਤੀ ਸੀ ਤੇ ਬਿਲਕੁਲ ਮੈਨੂੰ ਵੀ ਜ਼ਰਾ ਸਰ ਨਾਲ ਹੀ ਸ਼ਾਮਿਲ ਰੱਖਣਾ। ਲਵ ਯੂ ਏ। ਤੇ ਤੁਸੀਂ ਆਣਾ ਵੇ ਅਗਲੀ ਦਫਾ, ਜਿਵੇਂ ਕਹੋਗੇ ਮੈਂ ਉਵੇਂ ਲਾ ਦਿਆਂਗਾ, ਤੇ ਤੁਸੀਂ ਭਾਈ ਤੁਸੀਂ ਮੇਰੇ ਕੋਲ ਆਣਾ ਵੇ, ਠੀਕ ਹੋ ਗਿਆ ਨਾ। ਅੱਛਾ ਹੋਸਟ ਸਾਹਿਬ, ਮੈਂ ਆਪਣੀ ਫੋਟੋ ਵੀ ਲਾ ਛੱਡਾਂਗਾ। ਅੱਛਾ ਇੱਕ ਮੈਂ ਸਿਰਫ ਵਜ਼ਾਹਤ ਕਰ ਦਿਆਂ, ਉਹ ਲਾਸਟ ਜਾਂਦੇ ਆਮਿਰ ਭਾਈ ਨੇ ਜਿਹੜਾ ਲਫ਼ਜ਼ ਬੋਲਿਆ ਹੈ, ਕਿਸੇ ਨੂੰ ਅਗਰ ਲੱਗੇ ਕਿ ਗੈਰ ਪਾਰਲੀਮਾਨੀ ਹੈ ਜਾਂ ਉਹ ਹਰਗਿਜ਼ ਨਹੀਂ। ਉਹ ਇਹਨਾਂ ਦੇ ਖਲੀਫਾ ਬਸ਼ੀਰੁद्दीन महमूद साहब ने अपना ख्वाब बयान किया है जी
ਜਿਹਦੇ ਵਿੱਚ ਉਹਨਾਂ ਨੇ ਅਹਿਮਦੀਆਂ ਨੂੰ ਚਮੂਣੇ ਦਾ ਲਫ਼ਜ਼ ਖੁਦ ਲਿਖਿਆ ਹੈ। ਸੋ ਪਲੀਜ਼ ਇਹਨੂੰ ਬੁਰਾ ਨਾ ਸਮਝਿਆ ਜਾਵੇ ਜੀ। ਜਜ਼ਾਕੱਲਾ। ਪਰ ਉਹ ਜੀ। ਮਸਲਾ ਇਹ ਨਾ ਕਿ ਇਹ ਅਗਰ ਮੁਸਲਮਾਨ ਆਪਣੀ ਸ਼ਰੀਅਤ ਨੂੰ ਬਿਆਨ ਕਰਨ ਤੇ ਮਿਰਜ਼ਾਈ ਇਹ ਸਮਝਣ ਕਿ ਇਹ ਤਾਂ ਗਾਲਾਂ ਪੇ ਕੱਢਦੇ ਨੇ, ਔਰ ਕੋਈ ਸਾਡਾ ਮੁਸਲਮਾਨ ਭਰਾ ਜਾਂ ਆਪਣੇ ਆਪ ਨੂੰ ਅਹਿਲੇ ਇਸਲਾਮ ਨਾਲ ਜੋੜਨ ਵਾਲਾ ਵੀ ਸਾਨੂੰ ਗਾਲੀਬਾਜ਼ ਕਹਿਣਾ ਸ਼ੁਰੂ ਕਰ ਦੇਵੇ ਤੇ ਅਸੀਂ ਤਾਂ ਭਾਈ ਉਸ ਸ਼ਰੀਅਤ ਤੋਂ ਪਿੱਛੇ ਨਹੀਂ ਹਟਾਂਗੇ। ਹਾਂ, ਅਗਰ ਅਸੀਂ ਮਾਂ ਭੈਣ ਦੀ ਕਿਸੇ ਨੂੰ ਗਾਲ ਕੱਢੀਏ ਫਿਰ ਤੁਸੀਂ ਸਾਡੀ ਮਜ਼ੰਮਤ ਕਰੋ, ਸਾਨੂੰ ਤੁਸੀਂ ਨੋਟੀਫਾਈ ਕਰਵਾਓ, ਸਾਡੀ ਤੁਸੀਂ ਇਸਲਾਹ ਫਰਮਾਓ, ਲੇਕਿਨ ਜਿਹੜਾ ਸ਼ਰੀਅਤ ਬਿਆਨ ਕਰਨਾ ਹੈ ਨਾ ਉਹ ਤੁਸੀਂ ਬਿਆਨ ਕਰੋ ਜਾਂ ਨਾ ਕਰੋ। ਮੈਂ ਤੁਹਾਡੇ ਮੂੰਹ ਚੋਂ ਅੱਜ ਤੱਕ ਨਹੀਂ ਸੁਣਿਆ ਕਿ ਮਿਰਜ਼ਾ ਕਾਦੀਆਨੀ ਕਜ਼ਾਬ ਹੈ, ਦਜਾਲ ਹੈ, ਹਾਲਾਂਕਿ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਵਹੀ ਵਾਲੀ ਪਾਕ ਜ਼ੁਬਾਨ ਤੋਂ ਰਹਿਮਤੁਲ ਲਿਲ ਆਲਮੀਨ ਦੇ ਅਲਫਾਜ਼ ਨੇ, ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਸਾਰਿਆਂ ਜਹਾਨਾਂ ਵਾਸਤੇ ਰਹਿਮਤ ਬਣਾ ਕੇ ਘੱਲਿਆ ਨਾ, ਉਹਨਾਂ ਦੇ ਅਲਫਾਜ਼ ਨੇ ਕਿ ਮੇਰੇ ਬਾਅਦ ਇਹ ਜਿਹੜੇ ਮਦਈਆ ਨੇ ਨਬੂਤ ਨੇ ਕਜ਼ਾਬ ਔਰ ਦਜਾਲ ਨੇ। ਇਹ ਤੁਹਾਡੇ ਮੂੰਹ ਚੋਂ ਮੈਂ ਅੱਜ ਤੱਕ ਨਹੀਂ ਸੁਣਿਆ ਵਡਾਈ ਸਾਹਿਬ। ਤੇ ਜੇ ਇਹ ਗਾਲ ਹੈ ਨਾ, ਤੁਸੀਂ ਮੇਰੇ ਭਰਾਓ ਤੁਹਾਡੀ ਕਰ ਰਹੀ ਹੈ, ਮੇਰੇ ਜ਼ਰੂਰਤ ਨਹੀਂ ਨਾ ਪੈਂਦੀ ਪਈ ਇਸ ਕਲਮੇ ਦੀ, ਤੇ ਇਸ ਵਾਸਤੇ ਕੋਈ ਥੋੜਾ ਤੇ ਹੋ ਨਹੀਂ ਰਿਹਾ। ਇਹ ਵੇਖੋ ਮਤਲਬ ਇਹ ਜ਼ੁਬਾਨ ਅੱਛੀ ਹੈ, ਤੇਰੀ ਸਾਹਮਣੇ ਕੋਟੇ ਤੋਂ ਆਲਰੇਡੀ ਜ਼ਿਆਦਾ ਹੋ ਰਿਹਾ, ਜਦੋਂ ਹੋ ਹੀ ਬਹੁਤ ਰਿਹਾ ਹੈ ਤੇ ਫਿਰ ਮੇਰੀ ਜ਼ਰੂਰਤ ਕੀ ਰਹਿ ਗਈ ਪਿੱਛੇ। ਮੈਂ ਕਿਹਾ ਇਹ ਗਾਲਾਂ ਤੇ ਨਹੀਂ ਜਿਹੜੀਆਂ ਸਾਹਮਣੇ ਲੱਗੀਆਂ ਨੇ, ਤੁਹਾਡੇ ਸਾਹਮਣੇ ਸਕਰੀਨ ਵੇਖੋ ਭਲਾ। ਸਭ ਹਰ ਚੀਜ਼ ਦੀ ਇੱਕ ਜਗ੍ਹਾ, ਇੱਕ ਜ਼ਰੂਰਤ, ਇੱਕ ਮੌਕਾ ਮਹਿਲ ਹੁੰਦਾ ਹੈ। ਇਹ ਕੋਈ ਮਤਲਬ ਕਿ ਬਸ ਮौज ਕਰ वड़ाई साहब गाल जड़ी है वो गाल फिनिश हो गई साडी। हाँ जी, वो खत्म हो गई है। अफजल भाई से हरगिज नहीं, ये मैंने अपने लिए लगाया है। ਹੋਸਟ ਸਾਹਿਬ जी जी ਤੁਸੀਂ ਵੀ ਗਾਲੀਬਾਜ਼ਾਂ ਦੇ ਖਿਲਾਫ ਮੁਹਿੰਮ ਚਲਾ ਰਹੇ ਹੋ, ਰਾਈਟ? जी जी ਇਹ ਮੈਂ ਵੀ अपनी ब्रांड ते अपनी ब्रांड ते ਤੁਹਾਨੂੰ ਘੰਟੇ ਦੋ ਦੀ ਸਮਝ ਆਈ ਹੈ ਕਿ ਮੈਂ ਇੱਥੇ ਕੀ ਸਵਾਲ ਉਠਾਇਆ ਹੈ? बिल्कुल ਮੇਰਾ ਉਸ ਸਾਹਿਬ ਤੁਹਾਡੇ ਕੋਲ ਸਵਾਲ ਹੈ, ਉਸ ਸਾਹਿਬ ਮੇਰਾ ਤੁਹਾਡੇ ਕੋਲ ਸਵਾਲ ਹੈ, ਸੁਣ ਲਓ ਮੇਰਾ ਤੁਹਾਡੇ ਕੋਲ ਉਸ ਸਾਹਿਬ ਤੁਹਾਡੇ ਕੋਲ ਸਵਾਲ ਹੈ ਕਿ ਮਿਰਜ਼ਾਈਆਂ ਦੀਆਂ ਧੀਆਂ ਭੈਣਾਂ ਨੂੰ ਹਰ ਤਰ੍ਹਾਂ ਦੇ ਸੈਕਸੁਅਲ ਐਕਟ ਜਿਹੜੇ ਨੇ ਉਹਨਾਂ ਦੇ ਬਾਰੇ ਚ ਮੈਸੇਜ ਲਿਖਣੇ ਔਰ ਬਰਾਡਾਂ ਦੇ ਬੈਠ ਕੇ ਗੱਲਾਂ ਕਰਨੀਆਂ, ਇਹ ਐਨ ਇਸਲਾਮ ਹੈ ਔਰ ਇਹ ਗਾਲਾਂ ਜਾਇਜ਼ ਹੈ? ਤੁਸੀਂ ਬਾਜ਼ ਨਹੀਂ ਆ ਰਹੇ ਤੇ ਤੁਸੀਂ ਬਾਰ-ਬਾਰ ਸਾਡਾ ਮੂੰਹ ਕਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਡਾ ਮੂੰਹ ਕਾਲਾ ਹੈ ਨਾ, ਮੈਨੂੰ ਕਰਨ ਦੀ ਲੋੜ ਨਹੀਂ। ਮੇਰੇ ਮੂੰਹ ਚੋਂ ਜਾਂ ਅਮਰਕ ਦੇ ਮੂੰਹ ਚੋਂ ਕਿਹੜਾ ਤੁਸੀਂ ਲਫ਼ਜ਼ ਐਸਾ ਸੁਣਿਆ ਵਡਾਈ ਸਾਹਿਬ ਕਿ ਉਹ ਮਿਰਜ਼ਾਈਆਂ ਦੀਆਂ ਧੀਆਂ ਭੈਣਾਂ ਦੇ ਉਹਨਾਂ ਦੇ ਆਪਣੀਆਂ ਬਰਾਡਾਂ ਕੱਢ ਕੇ ਸੁਣੋ, ਆਪਣੀਆਂ ਬਰਾਡਾਂ ਕੱਢ ਕੇ ਸੁਣੋ, ਥੱਲੇ ਕਮੈਂਟ ਰਿਕਾਰਡ ਕੀਤੀਆਂ ਨੇ, ਉਹ ਪਲੇ ਕਰੋ ਨਾ, ਪਲੇ ਕਰੋ। ਕਮੈਂਟਿੰਗ ਪੜੋ। ਮੈਂ ਪਿਆਨਾ ਕਮੈਂਟਿੰਗ ਦੇ ਸੀ ਜ਼ਿੰਮੇਦਾਰ ਪੂਰੇ ਮੁਸਲਮ ਉਮਤ ਦੇ, ਤੇ ਕਮੈਂਟਿੰਗ ਬੰਦ ਕਰ ਸਕਦੇ ਹੋ ਨਾ। ਕਮੈਂਟਿੰਗ ਅਸੀਂ ਬੰਦ ਕਰ ਛੜੀ ਇਸ ਗੱਲੇ ਕਿ ਮਿਰਜ਼ਾ ਕਾਦੀਆਨੀ ਸਮਾਨ ਤੋਂ ਲੈ ਕਜ਼ਾਬ ਦਾ ਬੱਚਾ। एक मिनट अमर भाई रुकिया जी, एक मिनट रुकिया। हद होगी ਤੁਹਾਡੀ। हीर भाई है जरा पढ़े जो पढ़ रहे थे। अल्लाह, मैं सिर्फ ये गुजारिश कर रहा मुसलमाना जो कोई बंदा आज तक एडा वड्डा गालीबाज नहीं पैदा जिड्डा मिर्जा कज़ाब गालीबाज। ए पढ़ो ਇਹਦੇ ਅਲਫਾਜ਼, ਸਭ ਤੋਂ ਵੱਡਾ ਗਾਲੀਬਾਜ਼ ਮਿਰਜ਼ਾ ਕਾਦੀਆਨੀ ਹੈ। ਇਹਨਾਂ ਬੰਦਿਆਂ ਜੋ ਜਿਹੜੇ ਟਿਕਟਾਕ ਜਿਨ੍ਹਾਂ ਸਾਨੂੰ ਵੀ ਮਾਵਾ ਭੈਣਾਂ ਦੀਆਂ ਲੇਕਿਨ ਅਮਰ ਸਾਹਿਬ ਉਹਦਾ ਜਵਾਬ ਅਸੀਂ ਕੋਈ ਬੰਦਾ ਸਾਰੇ ਐਡਾ ਗਾਲੀਬਾਜ਼ ਨਹੀਂ ਜਿੱਡਾ ਮਿਰਜ਼ਾ ਕਾਦੀਆਨੀ ਕਜ਼ਾਬ। ਲੇਕਿਨ ਉਹਦਾ ਜਵਾਬ ਕਿਹਾ ਅਸੀਂ ਸਾਰੀ ਕਾਦੀਆਨੀਆਂ ਦੀਆਂ ਜਨਾਨੀਆਂ ਨੂੰ ਦੇਣਾ। ਕਿੰਨੇ ਦਿੱਤਾ ਕਾਦੀਆਨੀ ਦੀ ਜਨਾਨੀਆਂ ਨੂੰ? ਜੀ ਅਸੀਂ ਕੰਡੈਮ ਕਰ, ਮੈਂ ਖੁਦ ਕੰਡੈਮ ਕਰਨਾ ਵਾ ਕਿਸੇ ਦੀ। ਕਿੰਨੇ ਕਾਦੀਆਨੀਆਂ ਦੀਆਂ ਜਨਾਨੀਆਂ ਦਾ ਨਾਮ ਲਿਆ? ਅਗਰ ਰਾਜਾ ਤਾਲ ਮਨਾਨ ਜਾਂ ਉਹ ਮੁੜਾ ਮਿਰਜ਼ਾਈ ਜਾਂ ਉਹ ਮੀਰ ਲਤੀਫ ਉਹ ਜ਼ਿਆਰ ਰਸੂਲ ਨੂੰ ਆਖੇ ਜਾਂ ਉਹ ਯੂਸਫੀ ਨੂੰ ਆਖੇ ਜਾਂ ਸੁਹੇਬ ਨੂੰ ਆਖੇ ਮੈਂ ਤੁਹਾਡੀ ਭੈਣ ਦਾ ਰਿਸ਼ਤਾ, ਅਸੀਂ ਇਹਨਾਂ ਸਾਰਿਆਂ ਦੀਆਂ ਭੈਣ ਦਾ ਰਿਸ਼ਤਾ ਮੰਗਾਂਗੇ। ਤੁਹਾਨੂੰ ਤਕਲੀਫ ਹੁੰਦੀ ਹੈ, ਤੁਸੀਂ ਜਾਓ ਜਾ ਕੇ ਆਪਣਾ ਅਖਲਾਕ ਲੈ ਜਾਓ ਪਰਾਂ ਤੇ ਦੜਾਓ ਜਾ ਕੇ ਆਪਣੇ ਘੋੜੇ। ਸਾਤੇ ਇਹ ਗਾਲ ਇਸਲਾਮ ਨਹੀਂ ਅਲਾਉ ਕਰਦਾ ਭਾਈ ਇਹ ਇਸਲਾਮ ਗਾਲ ਹੈ ਨਾ। ਅਸੀਂ ਗਾਲੀ ਤੁਹਾਡਾ ਜ਼ਾਤੀ ਮੀਰ ਲਤੀਫ ਇਹ ਕਹੇਗਾ, ਅਗਰ ਮੀਰ ਲਤੀਫ ਇਹ ਕਹੇਗਾ ਕਿ ਮੈਂ ਜ਼ਿਆਰ ਰਸੂਲ ਤੇਰੇ ਕੋਲ ਭੈਣ ਦਾ ਸਾਕ ਮੰਗਿਆ, ਅਗਰ ਇਹ ਰਾਸ਼ਦ ਕਹੇਗਾ, ਅਗਰ ਇਹ ਤਾਲ ਮਨਾਨ ਗਾਲੀਬਾਜ਼ ਕਹੇਗਾ, ਅਸੀਂ ਇਹਨਾਂ ਸਾਰਿਆਂ ਮਰਜ਼ਾਈਆਂ ਦੀ ਭੈਣ ਦਾ ਸਾਕ ਮੰਗਣਾ ਜੇ। ਤੁਹਾਨੂੰ ਬੁਰਾ ਲੱਗਦਾ ਹੈ ਥੱਲੇ ਉਤਰ ਜਾਓ। ਨਹੀਂ, ਇਹ ਤਾਂ ਇਸਲਾਮ ਦਾ ਇਨਸਾਫ ਦਾ ਅਸੂਲ ਹੈ। ਇਸਲਾਮ ਦਾ ਉਂਗਲੀ ਦੇ ਬਦਲੇ ਉਂਗਲੀ ਹੁੰਦੀ ਹੈ ਨਾ। ਮੈਂ ਕਹਿੰਦਾ ਆਪਣਾ ਅਖਲਾਕ ਪੇਸ਼ ਕਰੋ। ਉਹਦੀ 70 ਸਾਲ ਉਮਰ ਹੈ, ਉਹਦਾ ਚਿਬੜਾ ਮੂੰਹ ਹੋ ਗਿਆ ਮੀਰ ਲਤੀਫ ਦਾ, ਜਿਹਨੇ ਜ਼ਿਆਰ ਰਸੂਲ ਨੂੰ ਆਖਿਆ ਕਿ ਤੂੰ ਮੈਨੂੰ ਭੈਣ ਦਾ ਸਾਕ ਦੇਣਾ। ਇਹਨਾਂ ਹਰਾਮ ਜ਼ਾਦਿਆਂ ਦਾ ਤੁਸੀਂ ਵੀ ਆਂਦੇ ਹੋ ਕਿ ਇਹਨਾਂ ਦੀਆਂ ਧੀਆਂ ਭੈਣਾਂ ਦਾ, ਅਸੀਂ ਨਾ, ਅਸੀਂ ਇਹਨਾਂ ਸਾਰਿਆਂ ਦੀਆਂ ਭੈਣਾਂ ਦਾ ਸਾਕ ਲੈਣਾ ਜੇ। ਲੈ ਜਾਓ ਆਪਣਾ ਅਖਲਾਕ ਪਰਾਂ ਤੇ ਆਪਣਾ ਸਲਾਮ ਪਰਾਂ। ਜਾਨ ਛੱਡੋ। ਗੱਲ ਪੁਆਇੰਟ ਆਊਟ ਕੀਤੀ ਹੈ, ਇਹ ਗੱਲ ਪੁਆਇੰਟ ਆਊਟ ਕੀਤੀ ਹੈ। ਪੜਾਈ ਸਾਹਿਬ ਫਿਰ ਮੇਰੀ ਉਮਰ 55 ਸਾਲ ਹੈ, ਗੱਲ ਉੱਥੇ ਮੇਰੀ ਉਮਰ 55 ਸਾਲ ਹੈ, ਉਸ ਮੀਰ ਲਤੀਫ ਦੀ ਉਮਰ 70 ਸਾਲ 75 ਸਾਲ ਹੈ ਤੇ ਉਹਨੇ ਜ਼ਿਆਰ ਰਸੂਲ ਨੂੰ ਇਹ ਲਫ਼ਜ਼ ਆਖੇ ਨੇ।
ਉਹ ਆਪਣੇ ਮਜ਼ਹਬ ਦੀ ਤਾਲੀਮ ਉਹ ਆਪਣੇ ਮਜ਼ਹਬ ਦੀ ਤਾਲੀਮ ਪੇਸ਼ ਕਰ ਰਿਹਾ ਨਾ, ਸਾਡਾ ਕੋਈ ਮਜ਼ਹਬ ਨਹੀਂ। ਮਜ਼ਹਬ ਦੀ ਤਾਲੀਮ ਪੇਸ਼ ਕਰ ਰਿਹਾ ਤੇ ਸਾਨੂੰ ਇਸਲਾਮ ਨੇ ਇਜਾਜ਼ਤ ਦਿੱਤੀ ਏ ਇਹਨਾਂ ਕਾਫਰਾਂ ਦੇ ਮੂੰਹ ਤੋਂ ਦਿਓ ਉਹ ਗਾਲ ਜਿਹੜੀ ਬਕਵਾਸ ਕਰਨ। ਨਹੀਂ, ਇਸਲਾਮ ਗਾਲਾਂ ਦੀ ਇਜਾਜ਼ਤ ਨਹੀਂ ਦਿੰਦਾ। ਜੀ ਗਾਲਾਂ ਦੀ ਇਜਾਜ਼ਤ ਦਿੰਦਾ, ਜਿਹੜੇ ਇਹੋ ਜਿਹੇ ਹਰਾਮਜ਼ਾਦੇ ਤੁਹਾਨੂੰ ਗਾਲਾਂ ਕੱਢਣ। ਐਡੇ ਤੁਸੀਂ ਇਸਲਾਮ ਦੇ ਠੇਕੇਦਾਰ ਆ ਗਏ, ਇਸਲਾਮ ਇਜਾਜ਼ਤ ਨਹੀਂ ਦਿੰਦਾ। ਆਪਣੀ ਗੱਲਬਾਤ ਤੇ ਤੁਸੀਂ ਸਵੇਰ ਦਾ ਭੰਡ ਪਾ ਕੇ ਬੈਠੇ ਹੋ ਇੱਥੇ। ਨਹੀਂ, ਮੈਂ ਤਾਂ ਕੋਈ ਭੰਡ ਨਹੀਂ ਪਾਇਆ। ਇਸਲਾਮ ਔਰ ਅਹਿਲੇ ਇਸਲਾਮ ਦੀ ਇੱਜ਼ਤ ਦਾ ਤੁਹਾਨੂੰ ਕੋਈ ਪਰਵਾਹ ਨਹੀਂ ਤੇ ਆਪਣੀ ਜ਼ਾਤ ਤੁਹਾਨੂੰ ਰਿਵਾਜ ਸਰ ਆਖਦਾ। ਤੁਸੀਂ ਬਿਲਕੁਲ ਨਹੀਂ, ਠੀਕਾਂ ਮਾਰੀਆਂ ਨੇ ਮੇਰੀ ਜ਼ਾਤ ਦਾ ਅਮਰ ਨਜ਼ੀਰ ਦਾ ਸ਼ੈਤਾਨੀ ਟੋਲਾ। ਉਹ ਤੇ ਅਬੂ ਬਕਰ ਸਾਹਿਬ ਮੈਨੂੰ ਦੱਸ ਕੇ ਗਏ ਨੇ, ਤਾਂ ਹੀ ਗੱਲ ਆਖੀ। ਅਬੂ ਬਕਰ ਮੀਰ ਸਾਹਿਬ ਇੱਥੇ ਗੱਲ ਕਰਕੇ ਗਏ ਨੇ, ਮੈਂ ਤੇ ਸਿਰਫ ਤਾਂ ਆਖਿਆ, ਮੈਂ ਤੇ ਉਹਨਾਂ ਦੀ ਗੱਲ ਨੂੰ ਦੇ ਵਿੱਚੋਂ ਅਬੂ ਬਕਰ ਮੀਰ ਸ਼ੈਤਾਨੀ ਟੋਲਾ, ਬਿਲਾਲ ਸ਼ੈਤਾਨੀ ਟੋਲਾ, ਯੂਸਫੀ ਸ਼ੈਤਾਨੀ ਟੋਲਾ, ਸੁਹੇਬ ਰਾਜਾ ਸ਼ੈਤਾਨੀ ਟੋਲਾ, ਸਾਰੇ ਸ਼ੈਤਾਨੀ ਟੋਲੇ ਨੇ ਨਾ। ਨਹੀਂ, ਉਹ ਮੈਨੂੰ ਕਹਿ ਰਹੇ ਨੇ ਨਾ, ਮੈਂ ਤੁਹਾਨੂੰ ਜਿਹੜਾ ਬੰਦਾ ਕਹਿ ਦੇ ਤੁਸੀਂ ਉਹਨੂੰ ਸ਼ੈਤਾਨੀ ਟੋਲੇ ਬਣਾਉਂਦੇ ਹੋ। ਤੁਹਾਡੀ ਜ਼ਾਤ ਜਿਹੜੀ ਉਹ ਮੁਸਲਮਾਨਾਂ ਦੀ ਇੱਜ਼ਤ ਉੱਪਰ ਹੈ ਨਾ। ਨਹੀਂ, ਜਦੋਂ ਮੈਨੂੰ ਕੋਈ ਆਖੇਗਾ ਤੇ ਮੈਂ ਉਹਨੂੰ ਆਖ ਰਿਹਾ, ਤੇ ਉਹ ਫਿਰ ਜੇ ਇਹੋ ਹੀ ਆ ਸ਼ਾਬਾਸ਼, ਜਦੋਂ ਤੁਹਾਨੂੰ ਕੋਈ ਆਖੇਗਾ ਤੇ ਤੁਸੀਂ ਆਖੋਗੇ। ਇਹੋ ਹੀ ਮੈਂ ਕਹਿੰਦਾ ਜਦੋਂ ਮੇਰਾ ਜ਼ਿਆਰ ਸੁਲ ਭਰਾ ਏ ਉਹਨੂੰ ਕੋਈ ਆਖੇਗਾ ਮੈਂ ਉਹਦੀ ਜ਼ਬਾਨ ਖਿੱਚ ਕੇ ਕੁੱਤਿਆਂ ਕੇ ਪਾ ਦਿਆਂਗਾ। ਲੇਕਿਨ ਗਾਲਾਂ ਹੋਰ ਚੀਜ਼ ਮੈਂ ਸਾਰੇ ਮਰਜ਼ਾਈਆਂ ਦੀ ਭੈਣ ਦਾ ਰਿਸ਼ਤਾ ਮੰਗਾਂਗਾ। ਇਹ ਗਾਲਾਂ ਨੇ, ਇਹ ਗਾਲਾਂ ਆਪੂ ਨਹੀਂ ਸੀ ਨਾ ਕੱਢਣੀਆਂ ਉਸ ਵੇਲੇ। ਤੁਸੀਂ ਮੈਨੂੰ ਗਾਲਾਂ ਕੱਢ ਲਓ, ਮੈਂ ਤੁਹਾਨੂੰ ਗੱਲ ਦਾ ਜਵਾਬ ਨਹੀਂ। ਫਿਰ ਸਬਰ ਕਰਨਾ ਸੀ, ਮੈਂ ਤੇ ਕਿਸੇ ਨੂੰ ਗਾਲ ਕਰਨਾ ਸੀ ਨਾ ਚੌਧਰੀ ਸਾਹਿਬ। ਮੈਂ ਤੇ ਕਿਸੇ ਨੂੰ ਵੀ ਗਾਲ ਨਹੀਂ ਕੱਢੀ ਚੌਧਰੀ ਸਾਹਿਬ, ਆਪਣਾ ਸਲਾਮ ਪੇਸ਼ ਕਰਨਾ ਸੀ ਨਾ ਇੱਥੇ ਲੋਕਾਂ ਦੇ ਸਾਹਮਣੇ। ਉਸ ਵੇ ਕਿਉਂ ਨਹੀਂ ਸਲਾਮ ਆਇਆ ਸਾਹਮਣੇ? ਇਹ ਬਕਵਾਸ ਸੁਣੋ ਇਸ ਦਜਾਲ ਦੀ। ਸਾਰਾ ਕੁਰਾਨ ਗਾलियों से भरा हुआ है। इस कज़ाब दे बच्चे नु कौन बंदा इहदी इज्जत करेगा? हद हो गई है। इज्जत दा नजायज फायदा लैन लगे हो, तुहानू प्यार नाल भरा कहन लगे जाओ, तुहाडे कोल जो हुंदा कर लो, कर शार्प शूटर गल अपनी। क्यों ला नहीं, रुक जाओ जी, रुक जाओ। इत्थे कुछ भी नहीं, इत्थे कोई भी इख्तिलाफ नहीं है। गल होगी सारी जिहड़ी होनी सी। उस तो यार बाज ही नहीं आवन लगे उस्मान भाईओ, बाज ही नहीं आवन लगे। वड़ैच साहब दसिए गल, ਤੁਹਾਡਾ ਮੂੰਹ ਕਾਲਾ ਕਰੀ ਆਵਣੇ ਗਾਲਾਂ। वड़ैच साहब एक मिनट, अमर भाई एक मिनट दे आ जाए। वड़ैच साहब जिस दिन राती वाकया ऐसे ना, सुबह ओपन आइज दी ब्रॉड ते जिन्ने भी जाके कहा ना उन्होंने, उत्थे 4-5 बंदे बैठे सन, जिन्ने भी जाके कहा ना कि यह गल इस तरह में, उन्होंने कहा भैन तुहाडा रिश्ता ही मंगया ना, भैने च ब्याहणियां। ਇਹ ਵੀ ਤਾਂ ਵੇਖੋ ਨਾ, ਇੰਸਟੀਗੇਟ ਕਿੰਨੇ ਕੀਤਾ ਵੇ, ਕਿੰਨੇ ਪ੍ਰੋਵੋਕ ਕੀਤਾ ਕਿ ਇਸ ਮੁਕਾਮ ਤੇ ਲੈ ਕੇ ਜਾਣ। ਮੈਂ ਨਹੀਂ ਬੋਲਿਆ ਇਸ ਗੱਲ ਦੇ ਵਿੱਚ, ਜਾਂ ਮੈਂ ਬਰਾਡ ਲਾ ਕੇ ਕੰਮ ਨਹੀਂ ਕੀਤਾ, ਠੀਕ ਹੈ, ਲੇਕਿਨ ਇਹ ਗੱਲ ਮੈਂ ਉਹਨਾਂ ਦੀ ਓਪਨ ਆਈਜ਼ ਦੀ ਬਰਾਡ ਜਾ ਕੇ ਕੀਤੀ ਹੈ। ਫਿਰ ਓਪਨ ਆਈਜ਼ ਇੱਕ ਬਰਾਡ ਤਾਂ ਹੈ, ਉਹਦੇ ਨਾਲ ਉਸ ਤੋਂ ਵੀ ਕੀਤੀ ਹੈ। ਅਸੀਂ ਇhtਜਾਜ ਕੀਤਾ ਉਹਨਾਂ ਨਾਲ, ਲੇਕਿਨ ਉਹ ਨਹੀਂ ਮੁੜੇ। ਫਿਰ ਜਿਹੜੇ ਮੁਸਲਮਾਨ ਨੇ, ਉਹ ਵੀ ਜਿਹੜੀ ਕਮਿਊਨਿਟੀ ਨੇ ਪਾਕਿਸਤਾਨ, ਤੁਸੀਂ ਕਹਿੰਦੇ ਪਾਕਿਸਤਾਨੀ ਇੱਕ ਕੌਮ ਹੈ, ਠੀਕ ਹੈ, ਦੋਨੋਂ ਉਹਦਾ ਹਿੱਸਾ ਨੇ। ਫਿਰ ਰਿਐਕਸ਼ਨ ਦੋਨੋਂ, ਜਿਹੜੀ ਕੌਮ ਹੈ ਉਹਦੇ ਜਜ਼ਬਾਤ ਇੱਕੋ ਜਿਹੇ ਨੇ। ਜੇ ਰਿਐਕਸ਼ਨ ਆ ਰਿਹਾ ਵੇ ਤੇ ਅਸੀਂ ਉਹਨੂੰ ਕੰਡੈਮ ਕਰ ਰਹੇ ਹਾਂ। ਮੈਂ ਆਪੇ ਖੁਦ ਕੰਡੈਮ ਕਰਨਾ ਕਿ ਜਿਹੜਾ ਮੈਂ ਅਗਰ ਜਾ ਕੇ ਉੱਪਰ ਅੱਜ ਦੀ ਬਰਾਡ ਦੇ ਮਰਜ਼ਈਆਂ ਨੂੰ ਕਹਿ ਸਕਣਾ ਕਿ ਤੁਸੀਂ ਇਹ ਬਕਵਾਸ ਕਰਦੇ ਪਏ ਹੋ, ਤੇ ਮੈਂ ਮੁਸਲਮਾਨਾਂ ਨੂੰ ਵੀ ਇਹ ਕਹਾਂਗਾ ਕਿ ਬਈ ਤੁਸੀਂ ਵੀ ਉਹਨਾਂ ਹੱਕ ਕਰਦੇ ਪਏ ਹੋ। ਜੇ ਉਹਨਾਂ ਨੇ ਕੀਤੀ ਹੈ, ਬਸ ਇਨਫ ਹੋ ਗਈ ਹੈ, ਇਸ ਗੱਲ ਨੂੰ ਖਤਮ ਕਰ ਦਿਓ। ਤੇ ਤੁਹਾਨੂੰ ਵੀ ਇਸ ਵਾਸਤੇ ਬੁਲਾਇਆ ਸੀ ਇਸ ਬਰਾਡ ਦੇ ਉੱਤੇ ਕਿ ਇਹ ਗੱਲ ਜਿਹੜੀ ਹੈ ਤੁਸੀਂ ਕਰੋ, ਸਾਡੇ ਕੋਲ ਆਓ, ਅਸੀਂ ਆਪੇ ਤੁਹਾਨੂੰ ਪਲੇਟਫਾਰਮ ਦੇਵਾਂਗੇ, ਤੁਸੀਂ ਸਾਡੇ ਕੋਲ ਬਹਿ ਕੇ ਇਹ ਗੱਲ ਕਰੋ, ਲੇਕਿਨ ਤੁਸੀਂ ਪਾਰਟੀ ਨਾ ਬਣੋ ਕਿਸੇ ਚੀਜ਼ ਦੇ ਵਿੱਚ। ਇਹ ਗੁਜ਼ਾਰਿਸ਼ ਹੈ, ਸਾਡੇ ਨਾਲ ਬਹਿ ਕਰੋ, ਆਪਣੀ ਬਰਾਡ ਲੱਗ ਬਹਿ ਕਰੋ। ਮੇਰੇ ਨਾਲ ਕੋਈ ਮਸਲਾ ਹੁੰਦਾ, ਮੈਂ ਆਪਣੀ ਬਰਾਡ ਲਾਣਾ ਵਾ, ਤੁਹਾਡੇ ਬਾਈ ਪੂਰਾ ਹੱਕ ਹੈ। ਮੈਂ ਕਿਸੇ ਚੀਜ਼ ਪਾਰਟੀ ਨਹੀਂ ਬਣਿਆ। ਤੁਸੀਂ ਐਸਾ ਨਹੀਂ ਆਪੇ ਨਹੀਂ ਬਣੇ, ਲੇਕਿਨ ਤੁਸੀਂ ਬਣਾ ਦਿੱਤੇ ਗਏ ਹੋ, ਦੋਨੋਂ ਤਰਫੋਂ ਬਣਾ ਦਿੱਤੇ ਗਏ ਹੋ। ਸਾਡੇ ਵੀ ਬੰਦੇ ਕਹਿੰਦੇ ਪਏ ਨੇ, ਉਹ ਵੀ ਸਾਨੂੰ ਕਹਿੰਦੇ ਪਏ ਨੇ। ਇਹ ਜੋ ਤੁਹਾਡੇ ਕਲਿੱਪ ਜੋ ਤੁਸੀਂ ਬਹਿ ਕੇ ਬੋਲੇ ਨਾ, ਉੱਥੇ ਜੋ ਕਲਿੱਪ ਆਣਗੇ ਨਾ, ਤੁਸੀਂ ਕਹੋਗੇ ਮੈਂ ਤੇ ਇਸ ਤਰ੍ਹਾਂ ਗੱਲ ਕੀਤੀ ਨਹੀਂ ਸੀ ਇਹ ਵਾਲੀ, ਇਹ ਤੇ ਮੈਨੂੰ ਗਲਤ ਪ੍ਰੈਜ਼ੈਂਟ ਕਰਦੇ ਪਏ ਨੇ ਮਿਰਜ਼ਾਈ। ਤੁਸੀਂ ਦੇਖਣਾ ਤੁਹਾਡੇ ਸਾਹਮਣੇ ਹੋਏਗਾ ਸਭ ਕੁਝ। ਐ ਹੁਣ ਬਾਬਰ ਭਾਈ ਨੇ ਸਾਰੀ ਰਿਕਾਰਡਿੰਗ ਕੀਤੀ, ਹੁਣੇ ਆ ਜਾਂਦੀ ਸਾਹਮਣੇ ਤੁਹਾਡੇ। ਇਸ ਤਰ੍ਹਾਂ ਹੀ ਚੱਲਦਾ ਪਿਆ। ਜਿਹੜੀ ਅਫਜ਼ਲ ਵੜੈਚ ਭਾਈ, ਇੱਕ ਮਿੰਟ, ਅਫਜ਼ਲ ਭਾਈ ਤੁਸੀਂ ਉਧਰ ਪਰਸੋਂ ਬੈਠੇ ਸੀ ਤੇ ਅਲੀ ਹੱਕ ਭਾਈ ਦੀ ਗੱਲ ਤੇ ਤੁਸੀਂ ਥੋੜਾ ਜਿਹਾ ਕੀਤੀ ਸੀ ਨਾ ਗੱਲ, ਉਹ ਗੱਲ ਗਜਨੀ ਹੋਣੀ, ਇਮਰਾਨ ਕਾਲੂ ਹੋਣੀ, ਜਿਹੜੇ ਰਾਜਾ ਤਾਲਮਨਾਨ ਦੇ ਬੜੇ ਅਜ਼ੀਜ਼ ਨੇ, ਪੁੱਛ ਲਿਆ ਜੀ। ਇਹ ਆਪਣੀ ਉਹ ਚਲਾ ਰਹੇ ਸਨ ਟਿਕਟੋਕ ਤੇ ਕਹਿ ਰਹੇ ਸਨ ਵੀ ਇਹ ਜਨਾਬ ਇਹਨਾਂ ਦਾ ਮੂੰਹ ਕਾਲਾ ਕੀਤਾ ਹੈ ਤੇ ਇਹਨਾਂ ਨੂੰ ਜ਼ਲੀਲ ਕੀਤਾ ਹੈ ਬੜਾ ਸਾਰਾ। ਹਾਲਾਂਕਿ ਉਹ ਅਸੀਂ ਤੇ ਤੁਹਾਨੂੰ ਕੋਈ ਰਿਐਕਟ ਨਹੀਂ ਕੀਤਾ ਕਿਉਂਕਿ ਤੁਸੀਂ ਵੱਡੇ ਹੋ, ਲੇਕਿਨ ਇਹ ਇਸ ਤਰ੍ਹਾਂ ਪੇਸ਼ ਕਰਦੇ ਨੇ ਗੱਲ। ਅਬੂ ਬਕਰ ਮੀਰ ਭਾਈ ਦੀ ਤੇ ਸ਼ਾਰਪ ਸ਼ੂਟਰ ਦੀ ਕਾਲ ਚੁੱਕ ਲੋ ਉਸਮਾਨ ਦਾ ਸਾਹਿਬ। ਅਬੂ ਬਕਰ ਮੀਰ ਦਾ ਚੁੱਕ ਲੈ, ਇੱਥੇ ਕੋਈ ਹੋਰ ਗੱਲ ਹੋਵੇ ਨਾ, ਅਸੀਂ ਕਿਸੇ ਦੀ ਧੀ ਭੈਣ ਦੀ ਗੱਲ ਕਢਾਣੀ ਨਹੀਂ, ਅਸੀਂ ਕਿਸੇ ਦੀ ਧੀ ਭੈਣ ਦੀ ਨਹੀਂ। ਉਹ ਆਪਣੀ ਗੱਲ ਦੱਸਣਾ ਚਾਹੁੰਦਾ ਹੈ। ਇਹ ਵੜੈਚ ਸਾਹਿਬ ਦੇ ਸਾਹਮਣੇ ਉਹਦੀ ਬੇਟੀ ਨੂੰ, ਉਹਦੀ ਬੀਵੀ ਨੂੰ, ਉੱਥੇ ਜੋ ਕੋਈ ਨਾ ਮਰਜ਼ਾਈਆਂ ਅਲਫਾਜ਼ ਬੋਲੇ ਨੇ, ਉਹਦੀ ਗੱਲ ਸੁਣੋ। ਉਹ ਤੁਹਾਡੇ ਬਾਰੇ ਨਹੀਂ, ਮੇਰੇ ਬਾਰੇ ਨਹੀਂ ਕੋਈ ਗੱਲ ਕਰੋ। ਨਹੀਂ ਮਰਜ਼ਾਈਆਂ ਤੇ ਮੇਰੇ ਸਾਹਮਣੇ ਕਿੱਥੇ ਬੋਲੇ? ਇਹ ਹੁਣੇ ਬੁਲਾਓ ਸ਼ਾਰਪ ਸ਼ੂਟਰ ਨੂੰ ਉੱਤੇ, ਇਹ ਹੁਣੇ ਤੁਹਾਨੂੰ ਦੱਸਣੇ ਆ।
ਨਹੀਂ ਯਾਰ, ਅਸਤਗਫਿਰullah, ਕਿਵੇਂ ਦੀ ਗੱਲ ਕਰ ਰਹੇ ਹੋ ਅਬੂ ਬਕਰ ਮੀਰ ਸਾਹਿਬ? ਇਹੋ ਜਿਹੀ ਗਲੀਜ਼ ਗੱਲ ਅਗਰ ਕੋਈ ਕਰ ਰਿਹਾ ਹੈ ਤੇ ਉਹ ਘਟੀਆ ਇਨਸਾਨ ਹੈ, ਉਹ ਜ਼ਲੀਲ ਇਨਸਾਨ ਹੈ ਜਿਹੜਾ ਇਹੋ ਜਿਹੀ ਗੱਲ ਕਰ ਰਿਹਾ। ਯਾਰ ਮੇਰੇ ਤੁਸੀਂ ਭਾਈ ਹੋ, ਤੁਹਾਡੀ ਬੇਟੀ, ਤੁਹਾਡੀ ਭੈਣ ਮੇਰੀ ਭੈਣ ਹੈ, ਮੇਰੀ ਬੇਟੀ, ਮੇਰੀ ਜਾਨ, ਮੇਰੀ ਗੱਲ ਸੁਣ ਵੀ ਲਵੋ ਨਾ। ਜਾਂ ਤੇ ਮੈਂ ਤੁਹਾਡੀ ਇੱਜ਼ਤ ਨੂੰ ਆਪਣੀ ਇੱਜ਼ਤ ਨਾ ਸਮਝਾਂ। ਇੱਕ ਗੰਦੇ ਬੰਦੇ ਨੂੰ ਉਹ ਗੰਦੀਆਂ ਗੱਲਾਂ ਕਰ ਰਿਹਾ, ਉਹਨੂੰ ਦਫਾ ਕਰੋ। ਯਾਰ ਹੱਕ ਦੀ ਗੱਲ ਮੈਂ ਤੁਹਾਨੂੰ ਨਹੀਂ ਕਹਿੰਦਾ, ਮੈਂ ਨਾ ਉਹਨੂੰ ਛੱਡੋ, ਉਹਨੂੰ ਜਿਹੜਾ ਬੰਦਾ ਇਹ ਗਲੀਜ਼ ਹੈ ਉਸ ਗਲਾਜ਼ਤ ਦੇ ਵਿੱਚ ਤੁਸੀਂ ਨਾ ਪਵੋ। ਸਰ ਮੈਂ ਗਲਾਜ਼ਤ ਇਹਨੂੰ ਡਾਕਟਰ ਨੂੰ ਉੱਤੇ ਚੁੱਕੋ, ਇਹਨੂੰ ਡਾਕਟਰ ਨੂੰ ਉੱਤੇ ਚੁੱਕੋ। ਮੈਂ ਆਡੀਓ ਸੁਣਾ, ਮੈਂ ਗਲਾਜ਼ਤ ਦਾ ਜਵਾਬ ਨਹੀਂ ਦਿੰਦਾ। ਇੱਕ ਮਿੰਟ, ਮੈਂ ਡਾਕਟਰ ਗਲਾਜ਼ਤ ਨੂੰ ਉੱਤੇ ਚੁੱਕੋ, ਬਿਲਕੁਲ ਨਹੀਂ ਪਵਾਂਗਾ। ਇਹ ਡਾਕਟਰ ਜ਼ਕਰੀਆ ਨੂੰ ਉੱਤੇ ਚੁੱਕੋ। ਸਮਾਨਦਾਰ ਮੈਂ ਇਹਨੂੰ ਇਹਦੀ ਆਡੀਓ ਸੁਣਾਵਾਂ ਜਿਹੜਾ ਮੇਰੀ ਫੈਮਿਲੀ ਦੇ ਬਾਰੇ ਬਕਵਾਸ ਕਰਦਾ ਰਿਹਾ। ਸਭ ਤੋਂ ਬੁੱਢਾ ਜੇ ਉਹ ਜਿਹੜਾ ਨਾ ਮੀਰ ਲਤੀਫ ਤੇ ਇਹ ਡਾਕਟਰ ਜ਼ਕਰੀਆ, ਇਹ ਸਭ ਤੋਂ ਬੁੱਢੇ ਮਰਜ਼ਾਈ ਜੇ 70 75 ਉਹ ਆਪਣਾ ਇਖਲਾਕ ਵਿਖਾ ਰਹੇ ਨੇ ਨਾ, ਉਹ ਆਪਣਾ ਇਖਲਾਕ ਵਿਖਾ ਰਹੇ ਨੇ। ਇਹਨਾਂ ਦਾ ਇਖਲਾਕ ਤੁਹਾਨੂੰ ਦੱਸਣਾ ਨਾ ਕਿ ਇਹਨਾਂ ਦਾ ਇਖਲਾਕ ਕੀ ਹੈ। ਅਸੀਂ ਇਹਨਾਂ ਦੇ ਇਖਲਾਕ ਦਾ ਜਵਾਬ ਦੇਣੇ, ਅਸੀਂ ਪਹਿਲ ਨਹੀਂ ਕਰਦੇ ਆ। ਤੁਸੀਂ ਸਾਨੂੰ ਗਾਲੀਬਾਜ਼ ਕਰੀ ਜਾ ਰਹੇ ਹੋ, ਤੁਸੀਂ ਸਾਡਾ ਮੂੰਹ ਕਾਲਾ ਕਰੀ ਜਾ ਰਹੇ ਹੋ। ਵੇਖੋ ਮੈਂ ਇਹ ਗੱਲ ਕੀਤੀ ਹੈ ਕਿ ਜਦੋਂ ਮੈਂ ਉਸ ਬਰਾੜ ਦੇ ਵਿੱਚ, ਮਰਜ਼ਾਈਆਂ ਦੀ ਬਰਾੜ ਦੇ ਵਿੱਚ, ਮੈਂ ਮੁਸਲਮਾਨਾਂ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ। ਮੈਂ ਰਾਜਾ ਸੁਹੇਬ ਦੇ ਖਿਲਾਫ ਕੋਈ ਕਿਚੜ ਨਹੀਂ ਉਛਾਲਿਆ। ਤੇ ਉਹ ਅਗਰ ਮੇਰਾ ਇੱਕ ਐਸਾ ਗੱਲ ਕਰਕੇ ਬੋਤਾਨ ਲਗਾਇਆ ਜਾ ਰਿਹਾ ਤੇ ਉਹਦੇ ਤੇ ਮੈਂ ਫਿਰ ਚੀਕਾਂ ਮਾਰਾਂਗਾ ਕਿ ਨਹੀਂ ਮਾਰਾਂਗਾ? ਚਲੋ ਠੀਕ ਹੈ। ਇੱਕ ਬੰਦਾ ਸਰੇਆਮ ਮੇਰੇ ਸਾਹਮਣੇ ਖੜਾ ਹੋ ਕੇ ਜਿਹੜੀ 1 ਮਿੰਟ ਗੱਲ ਹੋਈ ਹੈ ਪਹਿਲਾਂ, ਉਸ ਗੱਲ ਨੂੰ ਬੰਦਾ ਬਿਲਕੁਲ ਉਹਦਾ ਉਲਟ ਪੇਸ਼ ਕਰੇ ਤੇ ਮੈਨੂੰ ਕੀ ਕਹਿਣਾ ਚਾਹੀਦਾ? ਯਾਰ ਤੁਸੀਂ ਉਹਨੂੰ ਜਵਾਬ ਦਿਓ, ਲੇਕਿਨ ਤੁਸੀਂ ਮੇਰੇ ਭਾਈ ਹੋ। ਮੈਂ ਕਹਾਂਗਾ ਕਿ ਅਗਰ ਮੈਂ ਤੇ ਜਿਹੜਾ ਇਖਲਾਕ ਪ੍ਰੈਕਟਿਸ ਕਰਨਾ, ਮੈਂ ਤੇ ਤੁਹਾਨੂੰ ਉਹੀ ਤਲਕੀਨ ਕਰ ਸਕਣਾ। ਅਬੂ ਬਕਰ ਭਾਈ ਅਬੂ ਬਕਰ ਮੀਰ ਭਾਈ ਉਸੇ ਟਾਈਮ ਇਹਨਾਂ ਨੂੰ ਰੋਕ ਛੜਿਆ ਸੀ, ਉਹ ਮੈਂ ਇੱਕ ਪਬਲਿਕ, ਉਸ ਗੱਲ ਨੂੰ ਛੱਡ ਦਿਓ। ਉਹ ਗੱਲ ਅਮਨ ਅਜ਼ੀਜ਼ ਸਾਹਿਬ ਨਾਲ ਹੋ ਚੁੱਕੀ ਮੈਂ ਬਿਲਕੁਲ ਉਹ ਇੱਕ ਮਿੰਟ ਮੈਂ ਜ਼ਕਰੀਆ ਦੀ, ਇੱਕ ਮਿੰਟ ਮੈਨੂੰ ਜ਼ਕਰੀਆ ਦੀ ਆਡੀਓ ਪਲੇ ਕਰਨ ਦੋ, ਸੁਣੋ ਤੁਸੀਂ। ਤੁਸੀਂ ਛੱਡ ਦਿਓ ਇਹਨਾਂ ਤੇ ਐਵੇਂ એનર્ਜੀ ਆਪਣੀ ਸੁਬਾਹ ਦੇ ਅਸੀਂ ਲਾਣ ਲੱਗੇ ਅਬੂ ਬਕਰ ਭਾਈ, ਸਾਡੀ એનર્ਜੀ ਇਹ ਬੰਦਾ ਲਵਾਣ ਲੱਗਿਆ, ਛੱਡ ਦਿਓ ਇਸ ਗੱਲ ਨੂੰ। ऐ सुनो जरा जकरिया दे इखलाक सुनो जरा। नहीं इसे बोले ऊपर आए ना पहले। ऊपर नहीं आ रहा ना वो, उसको कितने दफा कॉल डाली आपने भी डाली, मैंने भी डाली, नहीं आ रहा ऊपर वो। मैं प्ले करना कहंदा मैं थल्ले बैठ के सुन लेंदा, अपनी कारकर्दगी सुन ले डॉक्टर जकरिया। इंतहाई एक जलील और कमीना शख्स है ये बुड्ढे मरदाई अपनी आवाज सुनना, म्यूट करना, सारे तरह की आवाज कमजोर है, पढ़ाई सा म्यूट करना जरा। 3 घर छोड़ के एक बड़ा अहले हदीस आलम है, वो 51 साल का था। इसकी बहन की उम्र टोटल थी 21 से 22 साल। ये उससे शादी करना चाहते थे, उसने रिश्ता मांगा था अपनी दूसरी या तीसरी शादी के लिए इसके बाप से, और वो उससे भागी हुई थी कि मैंने नहीं करना। सारी गल्लां में बुलाते थे सेम रहने दोनों। उसके बाद उसने, इसकी बहन ने मुझे अबू बकर मीर का फोन नंबर दिया था कि ये मेरा भाई है, इसको आपने देखना है, अगर आप इससे मेरा कुछ कर सकते हैं तो। लेकिन बाद में वो मामला फिर किसी और पास हो गया, पता लगा कि पिछों गेम सारी हो सी। बट वो लोग ने जिन्हों की घर दियां खवातीना जड़ियां ने वो इन्हों के हथों तंग आके बाहर जाके किसी बहाने बाहर जाके रहने ने करा दो, पढ़ाई का बहाना हो, कुछ भी हो। देखो तेरी फैमिली दियां सारी दियां सारियां पईयां ने, बाकी समझ नहीं लगी इसकी बहन का क्या बता रहे हैं। और जब बात समझ आ गई होनी है, बाद में बताऊंगा फिर आपको इसका सब दोबारा रिपीट करने की जरूरत है। वो याद आ गया ना फिर गाना सानू भी ले चल नाल, वो बहुत सोहनी गड्डी वाले जी सर। डॉक्टर एक ही चीरा लांदे ने, बार-बार चीरा लाया जहम जेड़ा खराब हो जांदा है। गौर घड़ी दा
व्हाट्सएप तो साढ़े को ही है डॉक्टर साहब। मैं तो कभी इसको ज़र्फ की वजह से मैंने कभी इसको ताना नहीं मारा, लेकिन जब कभी खबासने करते हैं मेरा दिल करते मैं उठा के सामने तस्वीरें रखूँ ला के इधर आ जरा। नहीं हर थां ते ज़र्फ नहीं भाई दा डॉक्टर साहब तस्वीरें तुसी भेज दो सानू ਅਸੀਂ ਆਪ ਹੀ ਲਾ ਦਾਂ। डॉक्टर साहब गल ਅਸੀਂ ਤਾਂ ਬਦਨਾਮ ਹੋਏ ਆ, ਕੋਈ ਨਹੀਂ ਥੋੜਾ ਜਿਹਾ ਹੋਰ ਹੋ ਜਾਵਾਂਗੇ ਪਰ ਇਹਨਾਂ ਦੀ ਜ਼ਬਾਨਾਂ ਤੇ ਬੰਦ ਹੋ ਜਾਣਗੀਆਂ। ਕੱਲੇ ਨਹੀਂ ਖਰਾਬ ਇੱਥੇ ਸਾਰੇ ਜਨਾਬ ਉਦੋਂ ਹੋਵੇਗਾ ਹਿਸਾਬ ਉਦੋਂ ਵੇਖ ਲਵਾਂਗੇ। ਅੱਛਾ ਡਾਕਟਰ ਸਾਹਿਬ ਜਿਹੜੇ ਬੰਦਾ ਹੁੰਦਾ ਮਰੀਜ਼ ਜਾਂਦਾ ਨਾ ਡਾਕਟਰ ਕੋਲ ਜਿਹੜਾ ਤੁਸੀਂ ਕਿਹਾ ਸੀ ਮੈਂ ਤੇ ਮੁਰੱਬਤ ਵਿੱਚ ਨਹੀਂ ਕਰਦਾ, ਉਹ ਜਿਹੜੇ ਨਬਜ਼ ਵੇਖਦਾ ਤੇ ਫਿਰ ਦੱਸਦਾ ਕਿ ਤੈਨੂੰ ਪੈਰਾਸਟਾਮੋਲ ਦੇਣੀ ਕਿ ਤੈਨੂੰ ਟੀਕਾ ਲਾਣਾ। ਜਿਹਨੂੰ ਟੀਕਾ ਇਹ ਅਗਰ ਕੌਮ ਸਾਡੇ ਕੋਲੋਂ ਇਹ ਸਾਡੇ ਤੇ ਸ਼ਿਕਵਾ ਕਰੇ ਕਿ ਅਸੀਂ ਗਾਲੀਬਾਜ਼ ਹਾਂ ਤੇ ਸਾਡਾ ਕੋਈ ਮੁਸਲਮਾਨ ਫੁੱਦੂ ਮੁਸਲਮਾਨ ਮੈਂ ਉਹਨੂੰ ਕਹਾਂਗਾ ਸਾਨੂੰ ਕਵੇ ਕਿ ਅਸੀਂ ਗਾਲੀਬਾਜ਼ ਹਾਂ ਤੇ ਉਹ ਆਪਣੇ ਜਾ ਕੇ ਦਿਮਾਗ ਦਾ ਇਲਾਜ ਕਰਵਾਉਣ। ਅਸੀਂ ਇਹਨਾਂ ਮਰਜ਼ਾਈਆਂ ਨੂੰ ਇਹਨਾਂ ਦੀ ਜ਼ਬਾਨ 'ਚ ਜਵਾਬ ਦਿੱਤਾ, ਅਸੀਂ ਪਹਿਲ ਕਦੇ ਨਹੀਂ ਕੀਤੀ। ਅਗਰ ਇਹ ਸਾਡੀਆਂ ਔਰਤਾਂ ਦੇ ਇਹ ਸਾਡੀਆਂ ਧੀਆਂ ਭੈਣਾਂ ਨੂੰ ਨਹੀਂ ਬਖਸ਼ਣਗੇ ਤੇ ਅਸੀਂ ਇਹਨਾਂ ਨੂੰ ਬਖਸ਼ਾਂਗੇ ਜਾਂ ਇਹਨਾਂ ਦੀਆਂ ਖਵਾਤੀਨ ਨੂੰ ਬਖਸ਼ਾਂਗੇ? ਤੁਹਾਨੂੰ ਬੜੀ ਪ੍ਰੋਬਲਮ ਵੀ ਹੁੰਦੀ ਏ। ਰਾਜਾ ਤਾਲ ਮਨਾਨ ਦੀ ਭੈਣ ਦਾ ਰਿਸ਼ਤਾ ਮੰਗ ਲਿਆ, ਸਾਰੇ ਮੁਸਲਮਾਨ ਮੰਗਦੇ ਨੇ ਉਹਨਾਂ ਦੀਆਂ ਭੈਣਾਂ ਦੇ ਰਿਸ਼ਤੇ। ਇਹਨਾਂ ਦੀਆਂ ਇਹਨਾਂ ਹਰਾਮਜ਼ਾਦਗੀਆਂ ਦੀ ਵਜ੍ਹਾ ਤੋਂ ਜਿਹੜੇ 70 75 ਸਾਲ ਦੇ ਬੁੱਢੇ ਨੇ ਇਹਦੇ ਮੂੰਹ 'ਚੋਂ ਗੱਲ ਨਹੀਂ ਪਈ ਨਿਕਲਦੀ। ਇਹਦੀ ਉਮਰ ਵੇਖੋ ਤੇ ਇਹਦੀ ਇਹ ਗੁਫ਼ਤਗੂ ਵੇਖੋ। ਇਹ ਸੱਪ ਨੇ ਸੱਪ ਜੀ ਇਹਨਾਂ ਦੇ ਬਾਰੇ ਤੁਸੀਂ ਨਰਮ ਗੋਸ਼ਾ ਕਮੈਂਟ ਕਰੋਗੇ ਜਰਾ ਕੋਈ ਇਹ ਗੁਫ਼ਤਗੂ ਦੇ ਉੱਤੇ ਵੀ ਤੁਸੀਂ ਇਹਨਾਂ ਦੇ ਬਾਰੇ ਤੁਸੀਂ ਨਰਮ ਗੋਸ਼ਾ ਪੈਦਾ ਕਰਨਾ ਚਾਹੁੰਦੇ ਹੋ ਮੁਸਲਮਾਨਾਂ 'ਚੋਂ ਨਹੀਂ ਹੋਣ ਲੱਗਾ। हाँ ਤੁਸੀਂ ਇਹ ਨਾ ਸਮਝੋ ਕਿ ਰਿਐਕਸ਼ਨ नहीं है, ਇੱਥੇ ਰਿਐਕਸ਼ਨ ਚੱਲ रहा है जी। कुरान भाई बात कर लें आप। कुरान की एक आयत पेश करना चाहता हूँ कि वो ये बात चल रही थी, ये उस कॉन्टेक्स्ट में मेरा मकसद हरगिज़ किसी के साथ भी कोई बहस नहीं है, सिर्फ इसलिए कि अगर किसी के साथ जुल्म हुआ हो तो जितना हुआ है वो उसका बदला उसको लेने की इजाज़त कुरान ने दी है, ये सुन लें। सूरत और जिस पर जुल्म हुआ हो अगर वो उसके बाद इंतकाम ले ले तो ऐसे लोगों पर कुछ इल्जाम नहीं। इल्जाम तो उन लोगों पर है जो लोगों पर जुल्म करते हैं और मुल्क में नाहक फसाद फैलाते हैं। यही लोग हैं जिनको तकलीफ देने वाला अजाब होगा। अब मुल्क में अजाब कौन फैला रहा था, फसाद कौन फैला रहा था? मस्जिद में अल्लाह के घर में फसाद किसने फैलाने की कोशिश की? एक सेकंड सिर्फ बिलाल भाई, सिर्फ एक सेकंड दीजिएगा मौका, मैं बहुत देर से खामोश हूँ। अल्लाह के घर में मस्जिद में किसने फसाद फैलाने की कोशिश की और कौन उसको बार बार खाली हाथ दिखाता रहा, बार बार उसको कहता रहा जी आएँ बैठें, वेलकम आएँ बैठें। गंदी तरबियत, गंदे माँ बाप की गंदी औलाद, बचपन से जिनको ये गंदी तरबियत दी गई कि ना तुमने अल्लाह का घर देखना है, ना तुमने किसी का मुंह देखना है, वो चाहे तुम्हें चाय की ऑफर करे, चाहे तुम्हें बैठने को बोले, चाहे तुम्हें वेलकम बोले, चाहे आगे आगे चल के तुम्हारे जनाब जूतियां उतरवाए, फिर तुम्हें कहे मस्जिद में आ जाओ, तुमने एक ही काम करना है, क्योंकि तुम्हारे जिसको तुमने नबी माना हुआ है उसने मिर्जा गुलाम कादियानी ने तरबियत तुम्हें ये दी है कि तुमने दुश्मनों की औरतों को कुतियां बोलना है। तो ये थी वो तरबियत जिसका भरपूर मुजाहिरा मस्जिद के अंदर खड़े होकर एक कादियानी शख्स ने, वो रॉडमैन जिसको मैं कहता हूँ, उसने किया। कुरान की आयत आपके सामने लगी है कि ये वो लोग हैं जो मुल्क में नाहक फसाद फैलाते हैं और इन्हीं लोगों को तकलीफ देने वाला अजाब होगा। जिस पर जुल्म हुआ, जितना हुआ उतना उसका वो बदला ले ले, तो उन लोगों पे कुछ इल्जाम ही नहीं है। एक शख्स ने मस्जिद के अंदर बार बार आपको कहा आप चुप करें, तमीज करें, शर्म करें, हया करें, चुप करें, मस्जिद में गालियां दे रहे हो, ये क्या कर रहे हो? बराबर आपने आगे से गालियां दी, बराबर आपने बोला, अंदर भी बोला, बाहर भी बोला। मुझे चौथा दिन है, मैं रात रात भर जाग के कौम को वो रिकॉर्डिंग दिखा रहा हूं, और कौम है कि भटक जाती है मुद्दे से और छोटी छोटी बातों में जो है वो इधर उधर निकल जाती है। पॉइंट ये है कि 3 दफा उस शख्स ने वहां पे शादी, बहन, रिश्ता, ये अल्फाज इस्तेमाल किए और इन अल्फाज पे तकबीर के नारे लगे। इकबाल ने कहा था, वो क्या था वो कि करे वो नाहक के लिए उठे तो शमशीर भी फितना, शमशीर क्या नारा तकबीर भी फितना। वो नारा तकबीर नाहक के लिए लगाया गया उस मस्जिद के अंदर। उस शख्स ने पूछा कितनी देर हुई, मुझे जवाब आया 15 मिनट। फिर बोला, कहता 15 मिनट में तो रिश्ता पक्का हो जाता है। फिर बाहर आया, बाहर आके फिर उसने ये बोला कि जनाब मुझे, मैं एक और शादी कर लेता हूं, बहन का रिश्ता देना है तो दे दो। सामने खड़े होके उकसाता रहा। सलाम है उस माँ के बच्चे को कि उसने आगे से मुड़ के उसको गाली वहां पे नहीं दी, मस्जिद का एहतराम किया। लेकिन अब अगर इस चीज के ऊपर ये है
کہ راجہ عطاؤل منان کی میں بات کر رہا ہوں، میں اپنے کسی مسلمان بھائی کی نہیں بات کر رہا. وہ منافق آدمی منافقت کا چولا اوڑھ کے اور یہاں پھر بغیرتی در بغیرتی یہ کرے کہ اس کا دفاع کرے، اس رویے کو جو ہے وہ پروان چڑھائے، اس کو شیر قرار دے اور ایسے لوگوں کو سلام کرے، تو پھر یہ ہمارا بنیادی حق ہے کہ ایسے کن کتوروں کا، معاشرے کے ایسے جڑ کترنے والے ان کھجوروں کا اور ان ناسوروں کا کلا کما ہم کریں گے اور کریں گے. اپنے بھائیوں کو جپھی اور پپی ہے، لیکن ان کو ہم رگڑ کے رکھیں گے، کیونکہ یہ رویے، یہ بغیرتیاں کہ تم کرو مسجد کی توہین، اس کے بعد تم ایک چولا پہنو 3 پیس. نیتن یاہو یہی تو کر رہا ہے. میں اس دن سے اس قوم سے پوچھ رہا ہوں، بتاؤ اگر راجہ عطاؤل منان اچھا ہے تو نیتن یاہو کیوں برا ہے؟ وہ بھی تو یہی کرتا ہے، رات کو بم مارتا ہے، صبح نہا دھو کے آ کے کہتا ہے اِنَّا نَحْنُ مُصْلِحُونَ. قرآن نے ان کی یہ حرکتیں بتائی تھیں. ان کو اگر کہا جائے وَإِذَا قِيلَ لَهُمْ لَا تُفْسِدُوا فِي الْأَرْضِ، جب ان سے کہو زمین میں فساد نہ پھیلاؤ، آگے سے کہیں گے ہم تو بہت اصلاح کرنے والے ہیں، نحن مصلحون. تم لوگ ہم پہ الزام لگاتے ہو، رات کو بغیرتیاں پروموٹ کرتے ہیں، رات کو ان کو شیر بولتے ہیں. میرا گلا بیٹھ چکا ہے بول بول کے، یہاں پہ گلا میرا دکھ رہا ہے. میرے باپ کی فیکٹریاں چلتی ہیں اس ٹک ٹاک پہ جس کی خاطر میں بول رہا ہوں. چوتھا دن ہے مجھے یار، میں یہاں پہ ایک ایک بندے کی کنڈی کھڑکائی ہے، ایک ایک براڈ پہ گیا ہوں اور جا کے کہا دیکھو مرزائی تمہاری مسجدوں میں گھس گئے ہیں، دیکھو کو خدا کا مسلمانوں ادھر توجہ کرو. بھئی میرے باپ کی کون سی انڈسٹری چل رہی ہے جس کی خاطر، اور میں کس انا کی تسکین کے لیے یہاں پہ یہ سب کر رہا ہوں. بات صرف اتنی ہے کہ بھائی نہ یہ مسجدیں لاوارث ہیں، نہ یہ امت لاوارث ہے. آپ دھڑلے سے مسجد میں گھسیں گے اور ہماری بہنوں کے رشتے مانگیں گے، اور پھر آپ اس کے اوپر یہ فقہی مسئلہ پیش کریں گے کہ دیکھو رشتہ مانگنا تو سنت ہے. تو بھائی اس سنت پہ اولین درجے پہ سنتوں کے شدائی ہیں ہم، تو اس سنت پہ بڑھ چڑھ کے عمل کریں گے، 3 دفعہ عمل کریں گے. میرے 3 خانے خالی ہیں، 1 خانہ پر ہے، میرا نام سب سے پہلے لکھ لیا جائے. گالی نہیں دے رہا، کچھ نہیں کر رہا، پیار سے ہاتھ مانگ رہا ہوں. ہمارے انجینئر صاحب کو بڑا شوق ہے کہنے کا کہ یہ اہل کتاب ہیں، لیکن میں احتیاطاً کلمہ پڑھا لوں گا، ایک دفعہ توبہ کرا لوں گا جناب. تو 3 خانے خالی ہیں، موسٹ ویلکم. میں سنت پہ عمل کرنا چاہتا ہوں بھائی، اب میری سنت میں کوئی بندہ رکاوٹ نہ بنے. جزاک اللہ. میں نے دیکھیں عامر بھائی، افضل بھائی، سارے بھائی سن، میں نے گالی نہیں دی، میں نے پیار اور محبت سے. یہ ہمارے جو ایک بھائی ہیں یہاں پہ پیر صاحب ہیں، پیر اسکانی صاحب، انہوں نے مجھے بڑی اچھی بات بتائی تھی. انہوں نے کہا دیکھو وہ تو رشتہ بڑھانا اور دوستی بڑھانا کے زمرے میں کہہ رہا تھا. میرے بھائیوں، مجھے اچانک بیٹھے بیٹھے محبت ہوئی ہے، میں دوستی کا ہاتھ بڑھانا چاہتا ہوں. 2 یہ ہاتھ، 3 ہاتھ بڑھانا چاہتا ہوں. میرے 3 ہاتھ ہیں، تینوں خالی ہیں. 3 ہاتھ گل ذرا بڑھانا چاہتا دوبارہ ہوں. ریپیٹ کرنا، دوبارہ دسنا گل کیا کہ پیر اسکانی نے اسکانی صاحب نے بات ہو رہی تھی تو انہوں نے فرمایا کہ دیکھیں اس کا مطلب یہ ہے کہ یہ جو انہوں نے کہا کہ وہ ان کا مقصد یہ گالی اور یہ نہیں تھا، وہ تو کہہ رہے تھے کہ رشتہ داری سے تعلق بڑھتا ہے، دوستی بڑھتی ہے، تو ایک دوستی کا، ایک تعلق کا ہاتھ جو ہے وہ بڑھانا چاہتے تھے. تو اس لیے جناب میں ہاتھ، یہ 3 میرے ہاتھ ہیں، میں 3 ہاتھ بڑھانا چاہتا ہوں. میرے تینوں ہاتھوں میں ہاتھ تھماؤ احمدیو، آؤ یار جھگڑے چھوڑیں جو ہے، اور جھگڑے ختم ہو جائیں گے جب جیجا ہے بن جے جائے گا. وڑائچ تو صاحب، جھگڑے ہے ختم جے ہو جائیں گے. ایکسٹریم. اور بھائی اب آپ اس پہ ریپیٹ نہ کروائیں، کوئی الفاظ میرے آگے پیچھے ملتا جلتا مفہوم تھا کہ انہوں نے فرمایا تھا کہ وہ نہیں کوئی وغیرہ کا اہیر صاحب تو پیر صاحب خود کیوں نہیں رشتہ دے کے تلقات نہیں رشتہ یار داری وہ بڑھا بھائی لیتے پلیز میں نہیں یار. نہیں ایک دیکھیں تے عبداللہ بھائی ਯਾਰ ਇੱਕ ਤੇ ਤੁਸੀਂ ਅਗਲੀ ਖੁਦਾ ਦਾ ਗੱਲ ਤੇ ਖੌਫ ਪਹਿਲਾਂ ਨਹੀਂ ਪਹੁੰਚ ਜਾਂਦੇ, ਦਿਖਾਉਂਦੇ, ਛੱਡ ਦਿਓ ਜਿਹੜੀ ਗੱਲ ਹੋ ਰਹੀ ਉੱਥੇ ਕਰੋ. ਅੱਲਾ آپ ਨੂੰ دیکھیں ਆਪਣੀ پلیز. ਜ਼ੁਬਾਨ ਤੇ ਕਰ ਨਹੀਂ, ਮੇਰਾ ਕਹਿਣ ਦਾ ਮਕਸਦ ਹੈ ਕਿ ਐਕਸਟ੍ਰੀਮ ਲੈਵਲ ਹੈ ਵੜੈਚ ਸਾਹਿਬ, ਕਿ ਜਦੋਂ ਮਿਰਜ਼ਾਈਆਂ ਦੀਆਂ ਗੱਲਾਂ ਦੀਆਂ ਤਵੀਲਾਂ ਕਰਕੇ ਮੁਸਲਮਾਨਾਂ ਦਾ ਦਿਲ ਜਲਾਓਗੇ ਨਾ, ਅੱਲਾ ਦੀ ਕਸਮ ਹੈ ਸਾਰੇ ਮੁਸਲਮਾਨ ਤੁਹਾਨੂੰ ਤੇ ਮੈਨੂੰ ਅਸਤੀਨ ਦਾ ਸਭ ہاں یہ تو نجائز ہے، ایبسولوٹلی نجائز ہے، کوئی شک ਬਸ ਇਹ ਜਿਹੋ ਐਕਸਟ੍ਰੀਮ ਲੈਵਲ ਇਹਦੇ ਤੱਕ ਨਾ ਜਾਓ, ਆਪਣਾ ਬਿਹਤਰੀ ਕਰ ਲਓ. ਜੇ ਇਹ ਵੀ ਵੇਲਾ ਹੈ, ਡੁੱਲਿਆਂ ਬੇਰਾਂ ਦਾ ਕੱਖ ਨਹੀਂ ਗੁੰਮਿਆ. ਮੈਂ ਤੇ ਤੁਸੀਂ ਕੁਝ ਵੀ ਨਹੀਂ, ਅਮਰ ਅਸੀਂ ਕੁਝ ਵੀ ਨਹੀਂ. ਸਾਡੀ ਹੈਸੀਅਤ ਇੱਥੇ ਮੁਸਲਮਾਨਾਂ ਦੇ ਵਿੱਚ, ਮੈਂ ਤੁਹਾਨੂੰ ਦੱਸਾਂ ਨਾ, ਮਿਰਜ਼ਾਈਆਂ ਦੇ ਬਾਰੇ ਸਿਰਫ 2 ਹੀ ਦਰਜੇ ਪਾਏ ਜਾਂਦੇ ਨੇ. ਇੱਕ ਇਹ ਕਿ ਇਹਨਾਂ ਤੋਂ ਇੰਨੀ ਨਫ਼ਰਤ ਹੈ ਕਿ ਇਹਨਾਂ ਨੂੰ ਮੂੰਹ ਨਹੀਂ ਲਾਣਾ, ਇਹਨਾਂ ਨਾਲ ਕਲਾਮ ਹੀ ਨਹੀਂ ਕਰਨਾ. ਦੂਸਰਾ ਇਹ ਕਿ ਇਹਨਾਂ ਨਾਲ ਗੱਲ ਕਰਨੀ ਹੈ, ਇਹਨਾਂ ਨੂੰ ਸਮਝਾਉਣ ਵਾਸਤੇ, ਲੇਕਿਨ ਇਤਰਾਮ ਦਾ, ਮੁਹੱਬਤ ਦਾ ਇਹੋ ਜਿਹਾ ਕੋਈ ਗਰਾਊਂਡ ਮੌਜੂਦ ਨਹੀਂ ਹੈ ਸਰ. ਨਰਮ ਗੋਸ਼ਾ ਇਹਨਾਂ ਵਾਸਤੇ ਮੁਸਲਮਾਨਾਂ ਦੇ ਵਿੱਚ ਮੌਜੂਦ ਹੀ ਨਹੀਂ ਹੈ. ਇਹ 2 ਹੀ ਕੈਟੇਗਰੀਆਂ ਨੇ, ਇਹਨਾਂ ਦੋਵਾਂ 'ਚ ਜਿਹੜੀ ਦਿਲ, ਅਸੀਂ
ਜਿਹੜੀਆਂ ਨਾ ਉਹਨਾਂ ਦੀ ਨਜ਼ਰ 'ਚ ਉਹ ਜਿਹੜੇ ਕਹਿੰਦੇ ਨੇ ਇਹਨਾਂ ਨੂੰ ਮੂੰਹ ਹੀ ਕਿਉਂ ਲਾਉਂਦੇ, ਉਹਨਾਂ ਕੋਲ ਵੀ ਅਸੀਂ ਗਾਲਾਂ ਖਾਂਦੇ ਹਾਂ। ਉਹਨਾਂ ਦੀ ਨਜ਼ਰ 'ਚ ਅਸੀਂ ਬੜੇ ਬੇਈਮਾਨ ਆ, ਅਸੀਂ ਬੜੇ ਬੁਰੇ ਲੋਕ ਹਾਂ ਕਿ ਅਸੀਂ ਮਰਜ਼ਈਆਂ ਨੂੰ ਮੂੰਹ ਲਾਉਂਦੇ ਹਾਂ ਜਾਂ ਉਹਨਾਂ ਦੀ ਹਦਾਇਤ ਵਾਸਤੇ ਅਸੀਂ ਕੋਈ ਗੱਲਬਾਤ ਕਰਦੇ ਹਾਂ। ਇੱਕ ਜਿਹੜੀ ਹੈ ਨਾ ਕੈਟੇਗਰੀ ਉਹ ਇਹ ਵੇ, ਉਹ ਆਂਦੇ ਨੇ ਇਹਨਾਂ ਮਰਜ਼ਈਆਂ ਨੂੰ ਮੂੰਹ ਹੀ ਕਿਉਂ ਲਾਉਂਦੇ ਹੋ, ਜਦੋਂ ਇਹਨਾਂ ਨੂੰ ਕਾਫਰ ਕਰਾ ਜਾਂ ਇਸਲਾਮ ਕਬੂਲ ਕਰ ਲੈਣ ਜਾਂ ਇਹਨਾਂ ਦੇ ਮੂੰਹ ਤੇ ਥੁੱਕ ਦਿਓ ਜਿੱਥੇ ਵੇਖੋ ਦੂਰੋਂ, ਬਸ ਇਹਨਾਂ ਦਾ ਕਲਾਮ ਹੀ ਨਾ ਕਰੋ। ਅਸੀਂ ਕਹਿੰਦੇ ਨਹੀਂ ਯਾਰ, ਨਹੀਂ, ਇਨਸਾਨ ਹੋਣ ਦੇ ਨਾਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਤੇ ਕਰੀਏ, ਉਹਨਾਂ ਨੂੰ ਦਸੀਏ ਸੀ ਮਿਰਜ਼ਾ ਦਜਾਲ ਤੁਹਾਡੇ ਨਾਲ ਦਜਲ ਕਰ ਗਿਆ, ਉਹ ਮਿਰਜ਼ਾ ਕਜ਼ਾਬ ਝੂਠ ਬੋਲ ਗਿਆ, ਤੁਹਾਡਾ ਕਿਤਾਬਾਂ ਦੇ ਵਿੱਚ ਇਮਾਮ ਬੁਖਾਰੀ ਤੋਂ ਲੈ ਕੇ ਇਹ ਡਾਕਟਰ ਇਸਰਾਰ ਤੱਕ ਹਰ ਬੰਦੇ ਦੇ ਉੱਤੇ, ਡਾਕਟਰ ਅਹਿਮਦ ਦਿਦਾਰ ਦੇ ਉੱਤੇ ਝੂਠ ਬੋਲ ਬੋਲ ਕੇ ਸਾਰਾ ਦਿਨ ਤੁਮਤਾਂ ਲਾਉਂਦੇ ਨੇ। ਆਪਣੀ ਇਸਲਾਹ ਕਰ ਲਓ, ਸਾਨੂੰ ਇੰਨੀ ਤੇ ਗੱਲ ਕਰਨ ਦਿਓ। ਐਨੇ ਕੋਈ ਦੋ ਹੀ ਸਰ ਲੈਵਲ ਪਾਏ ਜਾਂਦੇ ਨੇ, ਤੀਜੀ ਸੀढ़ी ਕੋਈ ਨਹੀਂ ਕਿ ਮਿਰਜ਼ਾਈਆਂ ਵਾਸਤੇ ਕਿਸੇ ਕਿਸਮ ਦੀ ਕੋਈ ਹਮਦਰਦੀ, ਕੋਈ ਪਿਆਰ, ਕੋਈ ਮੁਹੱਬਤ। ਹਮਾਰੇ ਕਾਬਰੀਨ ਦਾ ਇਤਰਾਮ, ਕਿਹੜੇ ਕਾਬਰੀਨ ਦਾ ਇਤਰਾਮ? ਜਿਹੜਾ ਸਾਡੇ ਨਬੀ ਨੂੰ ਗਾਲਾਂ ਕੱਢਦਾ ਰਿਹਾ। ਮੈਂ ਨੂਰ ਅਫਸ਼ਾਨ ਦਾ ਸਫਾ ਲਾਇਆ, ਕੱਲ ਵੀਡੀਓ ਬਣਾਈਏ 5 ਦਸੰਬਰ 1930 ਦਾ। ਈਸਾਈਆਂ ਨੇ ਆਖਿਆ ਸਾਨੂੰ ਤਾਂ ਲੋੜ ਹੀ ਨਹੀਂ ਰਹੀ ਹੁਣ ਕੋਈ ਗੱਲ ਕਰਨ ਦੀ, ਜੋ ਕੋਈ ਮਿਰਜ਼ਾ ਕਾਦੀਆਨੀ ਨੇ ਲਿਖ ਦਿੱਤਾ ਹੈ ਸਾਨੂੰ ਤਾਂ ਜ਼ਰੂਰਤ ਹੀ ਨਹੀਂ ਰਹੀ। ਇਹ ਖੁਦ ਪਿਆ ਮੰਨਦਾ ਕੁਰਾਨ ਦੇ ਵਿੱਚ ਗਾਲਾਂ ਲਿਖੀਆਂ ਨੇ, ਇਹ ਖੁਦ ਪਿਆ ਮੰਨਦਾ ਹੈ ਜੇ ਮੇਰੀਆਂ ਝੂਠੀਆਂ ਨਿਕਲੀਆਂ ਤਾਂ ਨਬੀ ਪਾਕ ਦੀਆਂ ਮਾਜ਼ ਅੱਲਾ ਗੱਲਾਂ ਝੂਠੀਆਂ ਨਿਕਲੀਆਂ ਨੇ, ਤੇ ਉਹਨਾਂ ਦੀ ਗੱਲ 'ਚ ਵੀ ਫਸਾਹਤ ਨਹੀਂ ਸੀ। ਇਹ ਸਾਰੀਆਂ ਗੱਲਾਂ ਉਹਨਾਂ ਲਿਖੀਆਂ, ਉਹਨਾਂ ਕਿਹਾ ਸਾਨੂੰ ਤਾਂ ਲੋੜ ਹੀ ਨਹੀਂ ਹੈ। ਇਸ ਲਾਂਤੀ ਦੇ ਵਾਸਤੇ ਮੁਸਲਮਾਨਾਂ ਦੇ ਦਿਲ 'ਚ, ਕਿਸੇ ਬੱਚੇ ਦੇ ਦਿਲ 'ਚ ਵੀ ਕੋਈ ਪਿਆਰ, ਕੋਈ ਇਹਤਰਾਮ ਚੀਜ਼ ਐਗਜ਼ਿਸਟ ਨਹੀਂ ਕਰਦੀ ਹੈ। ਨਰਮ ਗੋਸ਼ਾ ਇਹ ਜੁਰਮ ਜੇ, ਮਰਜ਼ਾਈਆਂ ਦੇ ਬਾਰੇ ਨਰਮ ਗੋਸ਼ਾ ਇਹ ਜੁਰਮ ਜੇ। ਅੱਗੂ ਤੁਹਾਡੀ ਮਰਜ਼ੀ, ਤੁਸੀਂ ਆਜ਼ਾਦ ਹੋ, ਮੇਰੇ ਨਾਲ ਉਮਰ 'ਚ 2-3 ਸਾਲ ਵੱਡੇ ਹੋ, ਥੋੜੀ ਛੋਟੀ ਸਿਆਣੇ ਹੋ। ਮੈਂ ਛੋਟੀ ਜੀ ਮੈਂ ਤਾਂ ਉਹ ਆਪਣੇ ਅਮਲ ਤੋਂ ਸਾਬਤ ਤੇ ਕਰ ਰਹੇ ਨੇ, ਆਪਣੇ ਅਮਲ ਤੋਂ ਸਾਬਤ ਤੇ ਕਰ ਰਹੇ ਨੇ, ਔਰ ਕਿਸ ਤਰ੍ਹਾਂ ਬੋਲ ਕੇ ਦੱਸਣ। ਬਾਦ ਅੱਲਾਹ ਮੈਂ ਤੇ ਤਾਂ ਨਹੀਂ ਕੋਈ ਜਵਾਬ ਤੁਸੀਂ ਦਿੰਦਾ, ਕੀ ਸਵਾਲ ਹੀ ਔਖਾ ਹੈ। ਅਬੂ ਬਕਰ ਮੀਰ ਭਾਈ ਐਡਾ ਔਖਾ ਸਵਾਲ ਨਾ ਮੇਰੇ ਤੇ ਕਰ ਯਾਰ, ਬਸ ਛੱਡ ਦੇ ਸਵਾਲ, ਔਖੇ ਸਵਾਲ ਨਾ ਕਰ। नहीं, मैं अमर भाई अस्सलामुअलैकुम रहमतुल्लाहि वबरकातुहू। अमर नजीर भाई, इस बात पे खामोश नहीं रहा जा सकता। एक मिनट बस, इतनी सी गुजारिश है आमिर भाई, ये जितने भी हमारे भाई हैं ना, इनको एक बात समझाएं कि अगर कोई मुसलमान भाई कोई बात करता है, उसकी माँ बहन, उसके बारे में एहतियात करनी चाहिए, बात नहीं करनी चाहिए। उसको अपनी ब्रॉड पर बुलाएं, उससे बात करें, जाके मज़हियों की ब्रॉड पर नीचे जाके कमेंट उसके बारे में ना करें। जैसे इनको मैंने यहाँ पे बुलाया नहीं, है, ये बिल्कुल गलत है। जो मुसलमान अपने किसी मुसलमान भाई को गाली देता है, पहली बात यह अफजल वड़ैत साहब से हमारा एक उम्र का फर्क है। मेरा ये काम नहीं बनता कि मैं वड़ैत साहब से सीधा हो जाऊं। हाँ, इख्तलाफ रखूं, लेकिन मैं अमर भाई से बात करूं कि अमर भाई आप वड़ैत साहब से बात करें, या वड़ैत साहब को कहूं कि आप अमर हक साहब से बात करें। दूसरी बात, गाली देना, किसी की माँ को, किसी मुसलमान की बहन को गाली देना इंतहाई घटिया और कभी अमल है। और इवन जो मुसलमान भी किसी अहमदी से गाली में पहल करता है, वो अमल भी घटिया, हम इसको सपोर्ट नहीं करते। नहीं, बिल्कुल मैं आपके साथ 100% मुतफिक हूँ। ना सिर्फ ये कि अफजल वड़ैत साहब को, ना पीर अस्कानी को, किसी को भी माँ बहन की गाली क्यों देनी किसी ने। हम तो मिर्जाई को भी नहीं कहते कि गाली दो। अगर कोई बंदा देता है, वो हम उससे मुतफिक नहीं है, उससे राजी नहीं है, जहां हम देखते हैं उसको मना भी करते हैं। लेकिन अगर कोई हमसे प्यार करता है या हम उससे प्यार करते हैं, उसके बावजूद उसमें ये गलती पाई जाती है, तो क्या उसके हर अमल के जवाबदेह हम ठहराए जाएंगे? कुरान तो नहीं हमें ठहराता उसके अमल का जवाबदेह। वो नौजवान है, जज्बात में है, वो अगर ऐसा कर रहा है, हम उसको मना कर रहे हैं कि यार अपनी इस्लाह करो। बिल्कुल अफजल वड़ैत साहब को कोई बंदा गाली ना दे, पीर अस्कानी को भी कोई बंदा गाली ना दे, इवन पप्पू मलिक को भी कोई बंदा गाली ना दे। हाँ, वो हमें गालियां दे सकते हैं,
उम्मे रबाब मेरी माँ को बहन को गालियां दे, ये पास बैठ के सुने सारे, लेकिन मुसलमानों में से कोई बंदा इनको गाली ना दे, ना इस औरत को, ना इन दोनों तीनों चारों को, कोई बंदा गाली ना दे। गाली क्यों देनी है? हाँ, इनका रवैया ऐसा है, काबिल नफरत है, आप पीछे रहें, दूर रहें ऐसे लोगों से जो, अगर आप देखते हैं कि आपके हमदर्द नहीं है, अगर आपको लगता है कि ये आपके हमदर्द नहीं है, तो उनसे पीछे रहें बस। लेकिन हम कभी भी ये तरगीब नहीं देते कि गाली दो, कि मैं तो कहता हूं मिर्जाई को भी गाली क्यों देती है? मैंने कल रात को राना राशिद को फौरन मॉडरेटर बना, 1 सेकंड लगा, मुझे कहता मॉडरेटर बना दो, लोग गालियां दे रहे हैं। मैंने कहा लो जनाब आप मॉडरेटर हो, जो गाली आपको देता है मेरी तरफ से उसको ब्लॉक कर दो, म्यूट कर दो, उठा के बाहर फेंको, मुझे क्या लेना देना। मैं गालियों का कोई है नहीं हमायती, इसके बावजूद हमारा मुंह काला किया जाता रहा है कि जी ये गालियां देते हैं, ये गालियां देते हैं। भाई हम उनकी गालियां उनको लौटाते हैं। यही अल्फाज मिर्जा कादियानी के हैं कि जो गालियां मुझे दी जाती हैं मैं उनको वही लौटाता हूं। आंखों ते मैं कट के ला देना, मिर्जा कादियानी दे अल्फाज ने कि जो गालियां मुझे दी जाती हैं मैं उनको लौटाता हूं। क्या मैं ये कह सकता हूं लफ्ज कि जो गालियां हमें दी जाएं, पहल की जाए, हम उनको लौटा सकते हैं? अगर हमसे बढ़कर किसी का इस्लाम और भी ज्यादा सुपर डुपर इस्लाम है, वो पेश करे, अपनी ब्राड लगाए, अपने किरदार से, अपने इखलाक से, अपनी गुफ्तगू से, अपने दलाइल से मुज़य्यन करके उसको ब्राड को चमकाए, लोग लग जाएंगे। हमारा कोई किसी के साथ कोई झगड़ा थोड़ी है साथी, सवेरे से इतनी एनर्जी लगवा दी है, इतनी एनर्जी लगवा दी है। हालांकि रोज मैं कहता हूँ यार इन बातों पे एनर्जी लगाने के लिए हमारे पास नहीं है, हमारे पास नहीं है इतनी एनर्जी कि एक बंदा अपना ही मुसलमान भाई बिगड़ जाए, वो आपको गालीबाज कहना शुरू कर दे, आप सफाइयां देनी शुरू कर दो। अच्छा आमिर भाई माजरत पे ना यार माजरत नहीं, माजरत गल खत्म हो रही है। बड़ैस साहब आपका ना नया नया सफर शुरू हुआ है टिकटॉक पे, आप सोशल मीडिया पे हैं, नहीं ट्विटर पे। एक मिनट यार मुझे बात कर लें। बड़ैस साहब आपको लगता है कि ये बड़े शरीफ लोग हैं, इनके साथ बड़ा जुल्म हो रहा है, इनके साथ जो है मुसलमान ज्यादती करते हैं? कतन ऐसी बात नहीं है, ये जहर से डूबे हुए तीर हैं जो मौका देख करके किसी भी मुसलमान की पीठ पर घोंपने की कोशिश करते हैं। आप अगर समझते हैं ना कि आपको पास बिठा करके इज्जत एहतराम से, बड़ैस साहब आप बड़े ही मोतदिल आदमी हैं, और वो लानती और वो बगैरत इस तरह के लफ्ज अगर मुसलमान के लिए वो इस्तेमाल कर रहा हो और आपसे वो मजलूम और बड़ा ही मासूमाना चेहरा शो करके ये साबित करने की कोशिश करते हैं हम मजलूम है। ये बहुत ही खन्नास है, ये इतने बड़े शैतान हैं नाउज़ुबिल्लाह। और इनसे हमारी लड़ाई क्या है? हमारे कोई ज़ाती लड़ाई है इनके साथ? हमारी अल्लाह और उसके रसूल की ज़ात की वजह से लड़ाई है। तो अगर आप ये समझते हैं कि इनके साथ कोई किसी किस्म की ज्यादती मुसलमान करते हैं या मुसलमान इनके साथ कोई ऐसा कोई रवैया रखते हैं, ऐसा कतन नहीं है। हम इनके खैर ख्वाह हैं, वल्लाह अल्लाह गवाह है कि हम इनके खैर ख्वाह हैं। हम देख रहे हैं अल्लाह और उसके रसूल ने फरमा दिया है कि ये सारे जो हैं वो कज़्ज़ाब और दज्जाल के मानने वाले हैं, ये जहन्नम का गड्ढे में अपने आप को धकेल रहे हैं। तो हम तो चाह रहे हैं किसी तरीके से इनकी इस्लाह हो जाए, और लेकिन ये वो लोग हैं जो अल्लाह और उसके रसूल के दुश्मन हैं, और हर उस शख्स के दुश्मन है जो अल्लाह और उसके रसूल को मानने वाला है। तो आप इनकी जो ये हंसते हुए चेहरे और ये जो शुगर कोटेड जहर है ना, इसको पहचाने खुदारा। मुसलमानों के साथ आपको इख्तलाफ है, और इख्तलाफ जो है वो इस्लाह का सबब बनता है। आप अगर किसी से इख्तलाफ रखते हैं, किसी की बात बुरी लगती है, मुसलमानों के नंबर हैं, आप उनके पास हैं, उनसे कहें कि मुझे आपकी इस बात से इख्तलाफ है या आप इसको इस्लाह करें। मुसलमान ज़रूर आपकी बात सुनेंगे और अपनी इस्लाह भी करेंगे। लेकिन अगर किसी दयूस के पास, ये लानतियों के पास, कुफार के पास बैठ करके जाके आप उन्हीं की कैंपेन का हिस्सा अगर बनते हैं तो मुसलमानों का दिल दुखता है। अगर आप यहाँ बैठे हैं, सुबह से ये बात हो रही है, तो इसकी वजह भी यही है कि मुसलमान चाहते हैं कि हमारा भाई जो है वो इनके मकरू चेहरों को पहचाने। ये लोग हमारे खैर खां नहीं है, हमारे अपने मुसलमानों के खिलाफ बात करके मुसलमानों को ही इस कैंपेन का हिस्सा बनाने की कोशिश करते हैं।
تو آپ ماشاءاللہ ایکسپیرینس پرسن ہیں، شاید آپ اس طرف آپ نے توجہ نہیں دی، تو میں گزارش آپ سے کروں گا، ریکویسٹ کروں گا کہ اس طرف آپ توجہ دیں، ان کی باتوں کو اس انداز میں بھی دیکھنے کی کوشش کریں، یہ ہمارے خیر خواہ نہیں ہے۔ جزاک اللہ، اس موضوع کو وائنڈ اپ کرتے ہیں، سارے ساتھی نیچے لکھ رہے ہیں نہیں کہ عامر بھائی صرف مجھے ایک بات بری لگی ہے، میں نے وہ کرنی کرنی یار مینوں کر لیں نجف تو تسی بھی کر لو یار، تسی بھی کر وڑائز لو یار، نہ پیچھے وڑائز رہے صاحب بھی کافی ٹائم سے خاموش ہے، کوئی ان کا بھی تھوڑا سا عامر بھائی پوائنٹ آف ویو سنیں۔ چلے کوئی مطلب یہ ہے کہ بلال بھائی ہو گیا بھائی جب عامر حق صاحب نے اور عامر نذیر صاحب نے جو بات کر دی تھی نا، میرا خیال ہے ہمیں اس میں مزید اس کے کوئی بعد بات آگے کرنے کی کوئی ضرورت نہیں۔ تبصرے بس نہ کریں، بہتر ہے، بہت پیاری خوبصورت بات ہو چکی ہے۔ تبصرہ مطلب اہیر بھائی اپنا فروخ بھائی لیکن ایک بات رہ گئی ہے، میں وہ کرنا چاہتا اچھا تو رہ میرے گئی ہے، میرے تکیے کے نیچے کوئی 15 کال لگی ہوئی ہیں، میں نے ان یعنی کو بتایا ہے افضل صاحب کو کہ ضروری 15 میرے گل ہے کو تہاڈی۔ ادھارنے پر نہیں میرے ملتی بڑے ہے، عامر سمجھدار بھائی بنو۔ بھی، عامر حق صاحب بھی، آپ سب بھی، لیکن ایک بات رہ گئی ہے، میں نے کرنی ہے۔ السلام علیکم افضل بھائی، جب ان کی براڈ پہ بیٹھے ہوئے تھے تو انہیں کیا حق تھا ادھر کہنے کا جی عامر حق صاحب کی براڈ کے نیچے جی کمنٹ ہو رہے ہیں مرزائیوں کی بزرگوں ماؤں بھائی جب پہ وہ عامر عامر حق حق صاحب صاحب نے خود جب نہیں ان یہ کو کیس خود ہی ان لڑے سے تو مسئلہ ختم کیوں کر دیا آپ تھا کر تو رہے ہیں؟ یہ والی بات وہاں پہ کہنے عامر نذیر کے جو لڑکے ہیں مجھے ماؤں بہنوں کی بھائی ارے جان، بھائی یار رانا اللہ صاحب لیٹ ہو صاحب گئے ہیں، خدا لیٹ ہو گئے ہیں، پلیز آپ آپ بالکل بولے لیٹ ہو رہے گئے ہیں، ہیں، پلیز بولے لیٹ رہے نہیں، ہیں۔ میں نے لیٹ ہو گئے ساری ہیں، ساری تقریر باتیں ہو سنی گئی ہے لیکن تو یہ بس باتیں اچھی بھائی نہیں ہے۔ دیکھیں چھوڑ دیں نہیں نا، رانا ہم صاحب لوگوں پھر پہ بھروسہ افسوس ہے رکھیں نا آپ، کہ ہم چھوڑ بھی دیں۔ چلے کوئی ابھی بات تک نہیں، ان کی بات کا بھی احترام ہے، ٹھیک ہے، ان کے پاس تھی، انہوں نے کر دیا ہے، جو اور یہ بات باتیں بھائی عامر بھائی کوئی کی مسئلہ نہیں، ان اور کو کرنے دیں۔ وڑیچ بھائی کی اور عامر حق صاحب کی ہو گئی ہے نا، اس کے آگے ہمیں کوئی ضرورت نہیں اس میں کوئی میں ایڈیشن کرنے گورنمنٹ کی۔ سے کالج سے پڑھا ہوں، میں یہ ہوں، میں وہ ہوں، میں یہ ہوں، میں وہ، یار میں او نے کیا یار ہے، ہم نے چلے کیا کرنا ہے؟ آپ نہیں یہ بہت غلط ہے۔ یار آپ پھر کی بات، ان کی بات کا بھی احترام ہے، کوئی مسئلہ نہیں، انہوں نے کر دیا ہے یار، مسلمان بھائی ہمارے اعتراض، اسی لیے یہی تو ہم بات کر رہے ہیں کہ بھائی مسلمانوں کو اگر مسلمانوں سے اختلاف ہے تو ٹھیک ہے، کھل کے کر لو، لیکن مرزائیوں کے پاس جا کے نہیں۔ وہ آئے ہیں بھائی، ٹھیک ہے، ان کا اگر یوسفی اختلاف ہے بھائی، وہ کر یوسفی رہے بھائی ہیں کسی بات بات سنیں، سے۔ یوسفی بھائی ایک چھوٹی سی بات سنیں، اگر آپ کے والد یا آپ کے دادا ابو یا چاچا تایا ایک بات کر کے چلے جائیں یا کر دیں، آپ کے بھائی کا حق بنتا ہے کہ اٹھ کے اپنے چاچے کے اوپر اور بات کرنی شروع کر دے؟ نہیں بالکل نہیں۔ بات یہ ہے کہ یہ اگر بات انہوں ہے۔ نے کی ہے، ان کی بات سننے کے بعد آپ ان کو یہ کہہ دیں کہ آپ کی بات سن لی ہے اور ہو چکی ہے، تو لہٰذا آپ بھی اسی پر آمین کہیں جو بزرگوں نے بڑوں نے کہہ دیں۔ بالکل بزرگوں یوسفی بھائی ہاں تو بزرگوں، اتنی بات ہے، وہ جب آپ ہم کسی کو ہم ڈی ویلیو کریں گے، نہیں بھائی کر تم رہے، چپ ہو جاؤ، کوئی ڈی تو ویلیو نہیں یہ کر طریقہ رہے، رویہ صرف بھی نہیں ٹھیک نہیں ہے۔ نجم کو بھی روکا ہے اگر وہ اسی لیے بھائی کہ ہے، نہ کرو، اگر اس اس نے نے مائک کہا بند کر ہے، لی کوئی ہے۔ مسئلہ نہیں، ہاں کر لے اگر بات، انہوں نہیں نے کر بات کی ہے، باتیں رہے، ان کی کرتے رہیں بات گے کا بات، بھی احترام ہے بھائی۔ ٹھیک ہے یوسف سب کی ہاں بھائی جی، بات ٹھیک کا ہے، احترام۔ ٹھیک ہے ٹھیک ہے۔ لیکن راج یہ صاحب جی بس اگر کہنا چاہتے ہیں۔ یہ بات ذہن میں بس اسی سے سمجھ جائیں کہ اگر ہم تمام مسلمانوں کو نیچے سے ایک ایک کر کے یوں اٹھاتے جائیں، جس طرح نجف جذباتی ہو رہا ہے نا، رانا صاحب جان دو غصہ، رانا نوید بھائی ہو گیا، آپ کا میسج آ گیا بھائی جان، آپ کا میسج آ گیا، سب بھائیوں کا یہی میسج ہے نا، ایک ایک کر کے اگر ہم آپ سب کے اعتراضات سنیں گے، آپ کے شکوے سنیں گے، تو آپ کو پتہ چلے گا کتنا روس، کتنا غم، کتنا غصہ، کتنا وہ اضطراب میں مسلمان چلے گئے آپ کے وہاں پر کمنٹس دیکھ کر۔ آپ کہتے ہیں میں کسی مسلمان کو گمراہ، اگر گمراہی کرنا ہے تو ان مسلمانوں نے پھر مجھے گمراہ کیا ہے، یہ سارے مجھے آ کے سوئے مار رہے تھے ادھر کہ دیکھ اتنے کی ہون لگے، دیکھ ادھر کی ہون لگے، انہوں نے مجھے گمراہ، میں نے ان کو گمراہ، اگر اس کا نام گمراہی ہے، اگر اس کا نام آپ گمراہی رکھتے ہیں نا کہ میں بولے بالے مسلمانوں کو آپ کے خلاف کر رہا ہوں یا آپ کے خلاف کی گمراہی میں نے پھیلا دی ہے، تو میں نے ان کو گمراہ نہیں کیا، پھر یہ مجھے گمراہ کر رہے ہیں، کیونکہ یہ سارے جن کو آپ اٹھائیں گے، جس کے بھی آپ اٹھا کے کمنٹس لیں گے، وہ آپ کے خلاف اتنی شدید نفرت ان کے دل میں پیدا ہوئی ہے آپ کے کمنٹ سن کر کہ آپ ان کو سنیں گے تو آپ کو پتہ لگے گا۔ تو بہتر ہے اس کو ہم موضوع کو وائنڈ اپ کرتے ہیں، آج کا کافی ہے۔ اگر ہم آئندہ اپنی اصلاح کرنا چاہیے، میں ابھی بھی کہتا ہوں وہ جو باہر بندے بیٹھ کے دیواروں پہ بیٹھ کے سن رہے ہیں نا، جن کا وضو کے بغیر میں نام نہیں لیتا، اگر وہ اسلام اور اہل اسلام کے ہمدرد ہیں تو اپنے آپ کو اسلام اور اہل اسلام کا ہمدرد ثابت کریں، اپنے رویے سے، اپنے کردار سے، اپنے عمل سے براڈیں لگاتے ہو، براڈیں لگا کے اپنے کردار سے، اپنے اخلاق سے ثابت کرو تم مسلمانوں کے ہمدرد ہو۔ اگر تم مرزائیوں کی گالیوں کی طویلیں کرو گے کہ نہیں اصل میں اس نے رشتہ اس معنی میں یہ بات کہی ہے، اور کون تم سے پیار کرے گا؟ کون تمہیں آستین کا سانپ نہیں کہے گا؟ اپنی اصلاح کر لو،
ورنہ انشاءاللہ مسلمان آپس میں باوجود اس کے اختلافات بھی کرتے ہیں، لیکن مسلمان کے دل میں دوسرے مسلمان کی ایک محبت ہے، ایمانی محبت، جس کو کہا ہے نا کسی نے قوت، اس کو کہتے ہیں انسان کا ہر ایک پیر و جواں بے چین ہو جائے۔ یہ وہ محبت ہے جو اللہ کے نبی ہمیں دے کر گئے ہیں کہ مسلمان اپنے دوسرے مسلمان کا بھائی ہے۔ انما المؤمنون اخوہ، مسلمان مومن کا بھائی ہے، یہ وہ محبت ہے۔ یہ نہیں سن سکتے کہ ہمارا کوئی مسلمان ہے اپنے آپ کو اسلام سے اٹیچ کر رہا ہے اور ادھر جا کے مرزائیوں کے پاس بیٹھ کے مسلمانوں کے خلاف یا مرزائیوں کی باتوں کی باطل طویلیں کر رہا ہے۔ نہیں مرزا قادیانی نے یہ جو بات کی اس کا یہ مطلب نہیں جو آپ بیان کر رہے ہیں، جو میں بیان کر رہا ہوں وہ ہے۔ نہ کرو یہ حرکتیں۔ اگر یہ حرکتیں کرو گے تو اپنی نفرت جو آپ پیدا کر رہے ہو مسلمانوں کے دل میں، اس کے ذمہ دار آپ ہو۔ عامر نذیر اس کا ذمہ دار نہیں ہے، عامر حق اس کا ذمہ دار نہیں ہے، کوئی بندہ ذمہ دار نہیں ہے۔ آپ اپنے رویے سے، اپنے ایٹیچیوڈ سے، اپنے اخلاق سے، اپنے کردار سے اپنے آپ کو مسلمانوں کا اور اہل اسلام کا ہمدرد ثابت کرو۔ کوئی بندہ، کوئی گمراہ نہیں کسی کو کر سکتا یہاں پر، کوئی کسی کو تتورا نہیں پلایا ہوا کسی نے کہ میں کسی کو کہہ دوں گا اے فلانا آستینہ صاحبی تو میرے پیچھے آمین کہہ دے گا۔ سارے ہوشیار چلاک جو سوشل میڈیا استعمال کرتے ہیں نا، یہ روٹی کو چوچی نہیں کہتے، یہ سارے سمجھدار، یہ دیکھتے ہیں۔ یہ ٹک ٹاک جو ہے نا، یہ تو ایک ایسی ننگی چیز ہے، بے پردہ چیز ہے۔ آپ کسی کے کان میں بھی، ابھی یہ زکریا بڈھے مرزائی کی جو میں نے آڈیو چلائی ہے، یہ وہ اپنی طرف سے بڑی گول مول لپیٹ کے کر رہا ہے، لیکن ٹک ٹاک ہے، ریکارڈنگ ہو رہی ہے باہر۔ میرے بھائی اللہ کی قسم، یہ ذکریہ کی تو میں نے بھی زندگی میں پہلی بار سنی ہے۔ میرا اس کے بارے میں پتہ کیا عقیدہ تھا، مطلب سوچ سن لو پہلے میری سن لو۔ فاتح ذکریہ تھا تو کیتا نہیں توڑا۔ نہیں میں بلال بھائی قسم سے اس کے بارے میں مجھے لگتا تھا کہ یہ اتنا پکا ہے کہ اس سے کبھی ہوا نہیں ہوگا۔ یہ نہیں تھا کہ معصوم ہے، یہ تو مجھے پتا ہے یہ بڑے ڈرامے باز، لیکن مجھے لگتا تھا یہ فل ایکٹنگ کا پکا ہے، یہ کبھی نہیں، اس نے کبھی نہیں کیا ہوگا۔ لیکن ایدا بھی ریکارڈ تو کو لے گا یار۔ یہ ان کے دلوں کے اندر، اللہ کی قسم ان کے دلوں کے اندر جتنی مسلمانوں کے خلاف نفرت ہے اور جتنا بغض اور اناد سے یہ بھرے ہوئے ہیں اور جتنا گند یہ بکتے ہیں، یہ جو 3 پیس ہے نا، یہ قسم سے زیادہ بڑے گالی باز ہے دوسرے کو میں نے نا عرفان جٹ کے۔ اس کو 1-2 دفعہ میں نے سنا ہے، یہ ادھر آیا تھا، یہ ہمارے بھائیوں کے پاس، یہ کاظمی بھائی وغیرہ کے پاس، یہ اتنا میٹھا بول رہا تھا، اہیر بھائی اور عامر بھائی، میں ایک سکرین شاٹ لگانا چاہتا ہوں۔ نہیں بھائی اجازت نہیں ہے بھائی بات کرنے دیں۔ یا شیخ عبداللہ آپ اس بات کو ختم کریں۔ بات یہ ہے کہ یا شیخ پلیز سجیسشن ہے، اگر سن لے سارے تو۔ اچھا وڑائے صاحب آپ کچھ بات کچھ نہیں ہے اس سکرین شاٹ میں، کچھ نہیں ہے، عوام کا فیصلہ تھا وہ دکھانا۔ جب کچھ ہے ہی نہیں تو پھر جب ہے ہی نہیں تو مہربانی وڑائے صاحب کو بھی تھوڑا سا موقع دیں۔ سر 30 سیکنڈ دے دیں، 30 سیکنڈ۔ یہ جوید صاحب کو بات ہے، پھر وڑائے صاحب سے فائنل کمنٹ لے لیں تو یا اس کے بعد لینا نا، کیونکہ میں ایک سجیسشن ہے نا اس میں جو میں بات کر رہا ہوں۔ پلیز گو آپ سجیشن دے رہے نا رائے صاحب۔ سر سجیسشن سن لیں، 30 سیکنڈ سے بھی کم ہے، کہ ایک ڈسپیوٹ ریزولوشن گروپ بنایا جائے، مسلمانوں کے درمیان کوئی اختلاف ہو اس کے اندر پرائیویٹ میں ڈسکس کر لیے جائیں۔ یہ ایسے ادھر آ کر ریکارڈنگ کروانی یا ایک دوسرے کے ساتھ تلق بھی بات ہو جائے، وہ پرائیویٹ میں کی جائے بس۔ تھینک یو۔ مسترد کیا جاتا ہے، آپ کی تجویز مسترد کیا جاتی ہے۔ جتنے ہم لڑتے ہیں ہم سے زیادہ تو اب مرزائی آپس میں لڑتے ہیں۔ میں یہی کہنے لگی تھا، ایسا کوئی بھی کام نہ کیا جائے جی، ایسا کوئی بھی کام نہ کیا جائے، جزاک اللہ۔ مسلمانوں نے بھاری اکثریت سے آپ کی اس رائے کے خلاف عدم اعتماد لے آنا ہے۔ جی وڑائے صاحب کیا کرنا چاہیں گے؟ بہرحال یہ میں اپنی ذات کی حد تک راجہ صاحب میرے سر ماتھے آنکھوں پہ میں اس کو رکھ لیتا ہوں۔ میں نے افضل صاحب کو ابھی بتایا 15 اعتراض ادھار ہیں میرے ان کی طرف، لیکن تکیے کے نیچے اللہ کی قسم دبے پڑے کبھی نہیں پبلک میں کروں گا، اور نمبر چونکہ بند ہے تو پرائیویٹ میں بھی نہیں کروں گا۔ موجے ہی موجے جان چھوٹی۔ راجہ صاحب آپ نے جو بھی اعتراض رکھا ہے میں آپ کے ساتھ ہوں، کیونکہ مجھے آپ کی آواز نہیں آئی، آپ نے کیا کہا ہے۔ ہو گیا گڈ ہو گیا۔ یوسفی بہرحال دیکھیں، سمرائز کر دیتے ہیں چیزوں کو، کنکلوژن یہ، اور نہ یار عبداللہ بھائی وہ جان بوجھ کے شرارتی طور پہ پھول مارتے ہیں، میرے بھی اسکرین شاٹ ایسے نکل آئیں گے، پھر کیا کرو گے بھائی؟ مجھے بھی کافر قرار دینا ہے، مجھے آ کے رانا راشد ختم کر رہے ہیں، ہیر بھائی فنش کریں، یہ سب سے لے لیں کمنٹ۔
हाँ मैं अच्छा, एक छोटा सा एक मैं बस 30 सेकंड में वाक्य सुना देता हूँ। ये जो अली है ना, अली इटली में ही होता है। ये पहली बार 2.5 साल पहले मुझे ना उधर टिकटॉक की ब्राड पे मिला है, जकरिया की, और वो पट्टी था, वो ऑस्ट्रेलिया वाला मिर्जाई, उनकी ब्राड पे बैठा हुआ। ये भी बड़ा नरम गोशा मिर्जाइयों के बारे में, आमर भाई ये अहमदी बहुत अच्छे हैं, हमारे बंदे गालियां देते हैं इनको। और मैं क्या, तू कितों फुद्दो मुसलमान, तू तो मैंने लगना तो है ही मरजाई। अल्लाह दी कसम कहता है मैं मरजाई नहीं, अल्लाह दी कसम मैं मरजाई नहीं। मैं क्या नहीं, मरजाइयां दे बारे सॉफ्ट करना तेरे दिल च आ किथों गया? वो मैनू कसमां चुक्या कि मैं गुजरात दा, मैं अली मेरा नाम है, मैं इटली फ्रांस फलानी जगह हुन्ना ते मैं नहीं मरजाई। अच्छा, मैं क्या कोई गल नहीं, जे तू नहीं मरजाई ते ये ते इब्तदा इश्क है, रोता है क्या? आगे आगे देखिए होता है क्या। 2 महीने लंघे ने, हुण अली नूं पुछो भी मरजाइयां दे बारे ओहदे की ख्यालात ने। असां सबूत दिते ने उन्हां नूं कि ਇਹ ਮਰਜ਼ਾਈ ਨੇ ਜਿਹੜੇ ਜਿੰਨਾ ਇਹਨਾਂ ਦੇ ਅੰਦਰ ਜ਼ਹਿਰ ਹੈ ਮੁਸਲਮਾਨਾਂ ਦੇ ਬਾਰੇ ਔਰ ਇਸਲਾਮ ਦੇ ਬਾਰੇ, ਪੈਗੰਬਰ ਇਸਲਾਮ ਦੇ ਬਾਰੇ ਬਿਲਖਸੂਸ, ਇੰਨਾ ਕਿਸੇ ਕੌਮ ਦੇ ਵਿੱਚ ਹੈ ਹੀ ਨਹੀਂ। ਅੱਜ ਉਹੀ ਅਲੀ ਹੈ, ਉਹ ਜਿੰਨੀ ਨਫ਼ਰਤ ਮਰਜ਼ਾਈਆਂ ਤੋਂ ਕਰਦਾ ਕਿਸੇ ਕੌਮ ਤੋਂ ਕਰਦਾ ਹੀ ਨਹੀਂ ਹੈ। ਉਹ ਮੈਂ ਉਹਨੂੰ ਬ੍ਰੇਨ ਵਾਸ਼ ਕੀਤਾ ਹੈ, ਸਬੂਤ ਦਿੱਤੇ ਨੇ ਮਰਜ਼ਾਈਆਂ ਦੀ ਨਫ਼ਰਤ ਦੇ ਸਬੂਤ ਉਹਨਾਂ ਦੇ ਅੱਖਾਂ ਦੇ ਸਾਹਮਣੇ ਆਏ ਨੇ। ਜੀ ਕਰੋ ਗੱਲ ਬੜੇ। अच्छा, एक तो गल है, चले मैं उर्दू में कहता, एक तो बात यह है कि मैं इनकी ब्राड्स के ऊपर पिछले 2, 3, 4 महीनों में कितनी दफ़ा गया हूँ, आप सब लोग जानते हैं। सारी ब्राड्स के ऊपर शो होती हैं, नॉट मच एट ऑल, बिल्कुल। देखें, अगर मैं उनके साथ इतना हमदर्दी रखता हूँ तो फिर तो मुझे उनके साथ फ्रीक्वेंट मेरे इंटरेक्शंस होने चाहिए, बहुत सारी रिकॉर्डिंग्स आपके पास फिर आनी चाहिए। एक इशू उठा है, उस इशू के ऊपर सिर्फ बात हुई है, इसके अलावा और कोई बात नहीं हुई। बात का मेरे ख्याल में किसी भी बात का बतंगड़ बनाना और उसको टर्न अराउंड करके कुछ और नैरेटिव क्रिएट हो जाना, ऑब्वियसली मैं चलो ये भी नहीं कहता कि जानबूझ के किया जा रहा है, लेकिन वट एवर इट इज़, मेरे ख्याल में इट्स रॉन्ग। बाकी मेरी इतनी, देखें, जहाँ तक अकायद की बात है, मैं कई दफ़ा ये कह चुका हूँ, जितने लोग मेरे वाक़िफ़ हैं वो जानते हैं, मैं एक एक्सट्रीम मेरी लाइन है अकायद में, मैं कह सकते हैं कि एक्सट्रीमिस्ट हूँ मैं। जो बंदा कादियानियों के साथ इस तरह की राह रस्म रखना चाहता है या रखता है, जिस तरह से करैक्टराइज़ किया गया इस सेशन में, तो उसके अपने अकायद इतने एक्सट्रीम कैसे हो सकते हैं? और उन्हें मुझसे भी शिकायत है, वहाँ पे वो उन्होंने मुझसे भी अटैक किए, बल्कि नादर स्पेशली मुझे देख के आया है, कल की बात है ये, नादर आया स्पेसिफिकली, उसने आके मुझे मुनाफिक कहा है, उसने कहा कि तुम हमारे, ये बंदा जो है ये हमारी ब्राड पे आके अच्छे अखलाक से बात करता है, लेकिन अपनी ब्राड में जाके मिर्ज़ा साहब के बारे में, ज़ाहिर है वो मेरे अकायद हैं, जो मैं मिर्ज़ाइयत के बारे में जो मेरे अकायद हैं, जो मिर्ज़ा साहब की कुतब में लिखे हैं, जो अभी आपने पढ़े भी हैं, और वो तो फैक्ट्स हैं, अगर हम वो पढ़ेंगे तो ज़ाहिर उन्हें पसंद है। तो इसलिए मिस कैरेक्टराइज ना करें, क्योंकि कोई भी इल्ज़ाम लगाना आसान है, और वंस अगर लगता है तो वो फिर इंसान से वो धोया नहीं जा सकता। मैं हर एक को जाके एक्सप्लेन नहीं करता, गो कि इट डजंट मेक एनी डिफरेंस टू मी, कोई फ़र्क नहीं पड़ता मुझे, लेकिन एक मुसलमान का दूसरे मुसलमान के ऊपर इस तरह से करना मेरे ख्याल में एक्सट्रीम है। दूसरी बात ये कि जो मुझे समझ आई है, मैं अपनी तरफ से वही कोशिश करता हूँ कि दीन इस्लाम अच्छे इखलाक का नाम है। अगर कोई बेहूदगी करता है तो मेरे ख्याल में हम, जैसे कि आपने ख़ुद भी कहा कि कादियानियों को मैंने भी देखा है, मैं भी पिछले 5.5 महीने में, और वो ख़ुद भी हैरान है, उन्होंने मुझसे सवालात भी किए हैं, ये सवाल उन्होंने मुझसे किए हैं कि तुम कैसे कह रहे हो कि अहमदियत मज़हब जो है वो उसका इस्लाम से दूर दूर का भी कोई ताल्लुक़ नहीं है, जो कि मैं 60 साल की, आलमोस्ट 55.5 साल की उम्र तक मुझे ये गलतफहमी रही कि हमारे बहुत से फंडामेंटल्स तो सेम है, जैसे कुरान व हदीस है और दीगर बहुत सारे अकायद। लेकिन अब इनकी कुतब से इस 5.5 महीने में टिकटॉक से यहाँ मेरी एजुकेशन हुई, रेफरेंसेस पढ़ने के बाद ये पता चला कि एक्चुअली इस मज़हब में और इस्लाम में कोई कॉमनैलिटी नहीं है, क्योंकि उसकी बेशुमार एग्जांपल्स हैं। मैं 2 प्रोमिनेंट एग्जांपल देता हूँ। इस्माइल अहमद से मुराद जिस तरह से वो लेते हैं मिर्ज़ा साहब को, और मोहम्मद रसूलुल्लाह से जिस तरह से मुराद वो लेते हैं मिर्ज़ा साहब को, और दीगर इस तरह की सैकड़ों हज़ारों
एग्जाम्पल जो मैं सिर्फ 5.5 महीने के अरसे में देख चुका हूँ। तो मेरे तो अपने अकायद की जो एजुकेशन हुई है इस टिक टॉक में, मैं उसे एक्नॉलेज करता हूँ और आप सबको क्रेडिट देता हूँ जिनकी वजह से मेरी एजुकेशन हुई है, जो मुबलगीन है आप जैसे सब लोग। लेकिन अगर मेरी एक कमज़ोरी है और वो ये है कि मैं समझता हूँ कि इनका जो इलाज है, इनकी जो एक्सट्रीम बेरा रवि है अकायद की, उसका इलाज हमारा इनके साथ इंटरेक्ट करके इन्हें दीन इस्लाम की दावत देना है, ना कि इन्हें गाली गलौज करना। ये सिर्फ इससे मेरा सिर्फ डिफरेंस है। मैं समझता हूँ कि इनको अच्छे अखलाक से, प्यार मोहब्बत से, जैसा कि पाकिस्तान में तबलीगी जमात का जो असलूब है कि वो गालियाँ खा कर भी दुआ देते हैं और दीन इस्लाम की तरफ जो अशात वो अपने स्टाइल से लगे हुए हैं। तो ये सिर्फ और सिर्फ मेरी एक प्रैक्टिकल अप्रोच है। अगर कोई मुझे गालियाँ देता है मैं जवाब नहीं देता, प्रैक्टिकली भी आई एग्जिबिट दिस बाय माय ओन प्रैक्टिस। तो इसमें इसका मतलब ये नहीं है कि मैं उनके पास जाके उनके नैरेटिव को सपोर्ट कर रहा हूँ, सवाल ही पैदा नहीं होता। थैंक यू। असल में ना ये आपकी जो प्रैक्टिकल अप्रोच है ना, इसकी थोड़ी सी इस्लाह करने की ज़रूरत है। ऐसा वो जो है ना तबलीगी जमात वाले वड़ैज साहब, वो जाते हैं लोगों को कहते हैं आओ नमाज पढ़ो, दाढ़ी रखो, वजू में रहो, ये तस्बीह, ये सुबह मसवाक, जेब में मसवाक रखो। अब उनको कोई बंदा ज्यादा से ज्यादा क्या कहेगा? मेरे अब्बा जी थे मस्जिद में, उन्होंने कहा रुक जाना सूफी साहब जरा ना, हमने तबलीग करनी, आपसे बातें करनी। उन्होंने कहा मैं माई दी धार कढ़नी ऐ तो नहीं आख्या ना मेरा मिर्जे मरदूद दज्जाल दा मैं मनन वाला। उन्होंने कहा मैं माई दी धार कढ़नी, मैनू देर भी होंदी, मैं तुहाडियां गल्लां नहीं सुननियां। ज्यादा से ज्यादा यही है ना भाईजान, यहाँ पर इस्लाम और कुफर का मामला है। इनसे प्यार और मोहब्बत करें, वो आपको अबू जहल की औलाद करार दें, खुद को ले इस्लाम करार दें, आप बताएं कहां तक बर्दाश्त करेंगे? कर ही नहीं सकते ना उस कुफर को बर्दाश्त। लोग तो यहाँ पर हमें इसलिए गालियां देते हैं कि वो ले इस्लाम क्यों बोला तुम्हारे सामने, तुम्हारे मुंह में जुबान नहीं थी, तुमने उसकी जुबान पकड़कर गुद्दी से खींच क्यों नहीं ली? उस दज्जाल के साथ वो ले इस्लाम तुम्हारे सामने पढ़ रहा है। तो मेरा कहने का मतलब यह है कि यहाँ पर कुफर और इस्लाम का मामला है। वो जो प्रैक्टिकल अप्रोच है आपकी, वो मुसलमानों के बारे में है कि उनसे नरमी से, प्यार से खिला। नहीं मानता ना माने, आपने कहना नमाज पढ़ो, कहता नहीं मानना ना मान, वुजू करो, वुजू में रहा करो, मसवाक किया करो, तस्बीर वाला नहीं करता ना करे, क्या फर्क पड़े? कोई कुफर इस्लाम का मामला थोड़ी है, वो एक तरगीब है सीधी राह की। यहाँ पर तो एक कुफर है जिसको, और दुनिया की सबसे ये एक अकलौती कौम है कि जो 16वां हिस्सा महीने का देके सारा क्यों ये इतनी एनर्जी और अपनी जो है पैसे लगा रहे हैं, इस्लाम को ख़त्म करना चाहते हैं, अपने मज़हब के ऊपर गालिब करना चाहते हैं। क्योंकि ये मुसलमान तो उनकी नज़र में यहूदी ईसाई है ना। आपके सामने सारा दिन वो कहते हैं कि ये यहूदी ईसाई है हमारी नज़र में, ये हमारा नबी है, इसका नाम इस्लाम है, यही हकीकी इस्लाम है, आप सारे काफिर हैं, दायरा इस्लाम से खारिज हैं, और जिसने इसको नहीं मानना उसकी निजात ही नहीं है, वो सारे तो काफिर हैं। तो भाईजान इनका ये कुफर, इनकी ये शातमियत, हम इसको टॉलरेट करना हमारे लिए मुश्किल हो जाता है। हम भी नहीं चाहते गाली देना, अल्लाह की कसम हम भी इनकी इस्लाह चाहते हैं। जो यूसुफ भाई ने आपको कहा, हम भी इनसे हमदर्दी कर रहे हैं, हम इनसे हमदर्दी करके अपने मुसलमानों से गालियां खा रहे हैं, क्योंकि मुसलमान तो कहते हैं इनसे मुंह ही ना लगाओ। तो हम अगर उनको मुंह लगाते हैं ना, हम उनसे हमदर्दी ही कर रहे हैं। लेकिन हम हमदर्दी करने का ये नहीं मतलब कि हम उनके मुंह से वो शातमियत, वो कुफर, वो गंद मंद सुने कि हमारे बच्चे सुनकर अद्धे पिछदे वैसे ही मिर्जाई हो जाएं कि हाँ वो जब इतना वो कहते हैं कि एहतराम के काबिल है, तो कोई ना कोई सूफी बुजुर्ग तो होगा ही ना। फिर चलो नबी नहीं मानते तो उसका एहतराम तो करते ही, हम नहीं एहतराम करते। हम अपने बच्चों को ये नहीं बताना चाहते कि हम उसका एहतराम करते हैं। ये अहीर भाई फाइनलाइज करें, समराइज करें, और जो पैगाम हमने देना था वो दें ताकि हम ब्रॉड बंद करें। जज़ाकल्लाह हसनल जज़ा। बुजुर्गाने दीन से इंतहाई माजरत के साथ, क्योंकि छोटा हूँ, दोनों तरफ से बहुत ही अहसन तरीके से अपना अपना मौक़िफ़ आ चुका है। और आमिर भाई आपकी तरफ से रिपीट हो रही थोड़ी सी, सॉरी। अच्छा, दोनों तरफ से अपना मौक़िफ़ जो है वो भरपूर तरीके से दिया जा चुका है। जज्बात भी थे, उतार चढ़ाव भी था, और मोहब्बतें भी थीं। बारहा हमने देखा दोनों तरफ से, बार बार भाई होने के नाते ये भी कहा गया कि कोई बात बुरी लगी हो तो हम माजरत चाहते हैं। हम इसकी बिल्कुल अप्रिशिएट करने के काबिल जो बात है, बिल्कुल अच्छी बात है। किस्सा मुख्तसर बात यह है कि समझदार हैं दोनों अतराफ़, तरफ़ैन समझदार हैं, सब आकिल बालिग हैं। अवाम के सामने बात आ चुकी है, अल्लाह, रसूल, कुरान, हवाले, सारी चीज़ें आ चुकी हैं। अब समझदार को सब समझ आ जाता है,
نا سمجھ جو ہے وہ پھر کج بحثی میں پڑتا ہے، ان سب چیزوں میں لگا رہتا ہے. تو بہتر یہ ہے کہ اپنی انرجیاں، اپنی تمام تر توانائیاں، وہ ایک چھوٹا ہوں یہاں بات کرتے ہوئے شرم بھی آتی ہے، لیکن وہ میں ایک بات کیا کرتا ہوں کہ بھائی توپوں کا رخ بارڈر کے پرلی طرف کو کر لیں، پیچھے جو ہے وہ ٹھیک ہے ایک حد تک بندہ پیچھے مڑ کے دیکھتا ہے، کرتا ہے کہ بھائی کیا ہو رہا ہے، کیا کر رہا ہے، کون کیا نہیں کر رہا، ٹھیک ہے. باقی اس کے بعد جو ہے لو یو، سب کو پیار، سب کو محبت، پپی اینڈ جپھی، لیکن اپنی توپوں کا رخ جو ہے وہ ادھر. اور انشاءاللہ یہ ابھی سو کے اٹھیں گے، ہم پھر سے شروع کریں گے. ہمارے افضل بھائی بھی جو پیارے ہیں انہوں نے بھی اپنا موقف رکھا، اور اپنی جگہ ان کا موقف بالکل ٹھیک ہے. اسلام میں جو ہے وہ پیار اور محبت اور اس کے ساتھ بھی دعوت ہے، لیکن اسی اسلام کے اندر جو ہے وہ یہ بھی ہے، جہاد کا حکم بھی ہے. دیکھیں بعض اوقات اسلام جو ہے وہ اتنی مطلب آپ کو اللہ تعالیٰ ایسے بھی احکام دیتا ہے کہ جنگ کی تمنا نہ رکھو، لیکن اگر نافذ کر دی جائے تم پہ تو پھر گردنوں پہ وار کرو. تو یہ بھی اسلام نے ہی سکھایا. مطلب اسلام کو ایز اے ہول ہمیں لینا چاہیے، اور یہ نہیں ہے کہ ہم صرف ایک چیز جو ہے اس کو جی ٹھیک ہے اکبر صاحب پپی وداؤٹ جپھی کر لیتے ہیں. اوکے تھینک یو، آپ کی رائے بھی آ گئی، شکریہ. تو بہرحال یہ ہے کہ ہم وہ ہے کیا کہتے ہیں، پھول بھی ہیں تلوار بھی ہیں. موقع کی مناسبت سے ہر کوئی سمجھدار ہے کہاں پہ میٹھے بننا ہے، کہاں پہ کس کے سامنے تیز بننا ہے. سب بھائی جانتے ہیں اچھے سے، بات بڑی اچھے سے ہوگی، سب کا رکھ دیا گیا. کسی کا پیچھا نہ کریں، کسی کی براڈوں پہ نہ جائیں، اور خاص کر کوئی اپنا بھائی ان منوسوں کی براڈ پہ بیٹھا ہے تو وہاں جا کے اس کو برا بھلا مت کہیں، اس سے خود بات کریں، ڈائریکٹ بات کریں. اور اسی طرح دوسری طرف سے بھی بات رکھ دی گئی کہ بھائی آپ ہمارے سینے حاضر ہیں، آپ ہمیں تیر ماریں، تلوار ماریں، سارا کچھ کریں، لیکن آپ کر لیں. دوسرا جب کوئی بغیرت کرتا ہے وہ ہمیں دکھ لگتا ہے، دکھ پہنچتا ہے کہ وہ تیسرا بندہ وہاں سے ریکارڈنگ اٹھا کے لائے گا کہ دیکھو تمہارا بند، اور یہ ہو گیا. اور آخری بات یہ ہے کہ بڑے اچھے میسج کے ساتھ کہ سب بھائی جو انشاءاللہ دیکھیں سمجھدار ہیں، سب دیکھتے رہیں گے، سمجھتے رہیں گے کہ کیا ہو رہا ہے کیا نہیں. یہ ہے کہ ایک میں چونکہ تاریخ تھوڑی سی ٹک ٹاک کی ہم نے دیکھی ہے، میں ایک پیش گوئی چھوٹی سی کرنا چاہتا ہوں. ہمارے اویس بھائی تھے، نو ورڈ ٹو ڈسکرائب. لاسٹ پچھلے دنوں ان سے ملاقات ہوئی، اور واللہ انہوں نے کہا کہ عیر بھائی میں جو تھا نا، میری سوچ 180 ڈگری بدل چکی ہے قادیانیوں کے بارے میں. میں جو تب تھا اور میں نے جو اب آہستہ آہستہ پڑھ لی ہے نا پریکٹیکل قادیانیت، تو میں اپنے پرانے دنوں پہ توبہ کرتا ہوں. تو اس لیے بھائیو بعض اوقات جو ہے بس چیزوں کو لیٹ اٹ گو. میں یہ افضل بھائی کو پیار سے، محبت سے، ادب سے پیش گوئی کر رہا ہوں. افضل بھائی میری آپ کی 6 مہینے یا سال کے بعد انشاءاللہ ملاقات ہوگی. آپ نے کہنا ہے کہ یار بچے تھے تو چھوٹے تم، لیکن تم نے بات صحیح کی تھی کہ یہ لوگ جو ہے نا ان کے ڈبل منہ ہیں، دو منہ ہیں ان کے، یہ دکھاتے کچھ ہیں کرتے کچھ ہیں. یہ ایک اچھے بندے کو، اور میں اپنے الفاظ کو سوچ سمجھ کے یوز کر رہا ہوں، ایک اچھے سچے اور نیک نیت مسلمان کو یہ ڈھیٹ بخوبی سے بے شرم بڑے طریقے سے اس کے الفاظ کو اپنے حق میں استعمال کرنا جانتے ہیں، اور اس کو نشانہ بنانا یہ جانتے ہیں. یہ ایسے موقع پہ آ کے اس بھائی کو گفٹنگ کر کے ویڈیو بنانا بھی جانتے ہیں کہ جب وہ ایسی کوئی بات کر رہا ہو تو کرو، اور مسلمانوں کو وہ ویڈیو پہنچا دو کہ دیکھو دیکھو دیکھو، اور پھر ایک آئی ڈی بناؤ مسلمانوں کی اور اس سے ویڈیو بھیجو اور کہو دیکھو فلانا بول رہا تھا قادیانی اس کو گفٹنگ کر رہے تھے. یہ بڑے طریقے سے جال بچھاتے ہیں. تو الحمدللہ سب سمجھدار ہیں. میں کوئی جرت نہیں کر رہا یہ کہنے کی کہ اللہ معاف کرے کہ افضل صاحب اس پہ سوچیں یا امن نذیر صاحب سوچیں. سب نے اپنا موقف رکھ دیا. جلدی سے بات کو ختم کرتا ہوں کہ یہ انشاءاللہ ہو جائیں گے. جزاک اللہ احسن الجزا جی، بہت شکریہ. اور آیت سامنے کا شکریہ، اللہ کا حکم سامنے لگا ہوا ہے، انما المؤمنون اخوہ لا شرکیہ ولا غربیہ اسلامیہ. جزاک اللہ، شکریہ. جزاک اللہ.